गल कर रहे हैं जेड़ा कह रहे हैं ना लाहौरी ते ओ फिर कहंदा है इन्हां दा जेड़ा है ना मसरूरा कि हुण बिल्कुल चंद लोग ही रह गए ने ओ बिल्कुल खत्म हो चुके ने लाहौरी ओ जेड़ा है ना ओ जेड़ा गल कर रहा सी ओ जेड़ा ना अन्नी माका या मसरूरा कर रहा सी ਜਿੰਨੀ ਦੇਰ ਉਹਨਾਂ ਦਾ ਇੱਕ ਬੰਦਾ ਵੀ ਜ਼ਿੰਦਾ ਹੈ ਨਾ ਉਹ ਵੀ ਇਹਨਾਂ ਦੇ ਸੱਚਾਈ ਦੀ ਦਲੀਲ ਹੈ ਤੇ ਜਿਸ ਵੇਲੇ ਸਾਰੇ ਖਤਮ ਹੋ ਜਾਣਗੇ ਤਾਂ ਵੀ ਇਹਨਾਂ ਦੀ ਸੱਚਾਈ ਦੀ ਦਲੀਲ ਹੋਵੇਗੀ। नहीं वो आमिर भाई इल्जाम ला रहा सी कि उन्होंने उसने 1914 ਦੇ ਵਿੱਚ ਉਹਨਾਂ ਨੇ ਉਹ ਸਾਰਾ ਜਿਹੜਾ ਪੈਸਾ ਹੀ ਜਿਹੜੀਆਂ किताबां न सब कुछ उन्होंने वो हथिया लिया और उसके बाद फिर उन्होंने हजरत मसीह को जो है वो नबी मानना इनकार कर दिया और आजकल तो उनकी बहुत कम तादाद है बिल्कुल जो है ना ना होने के बराबर है वो एक गल कर रहा सी ਫਰਕ ਇਹ ਸੀ ਇਹ ਗੱਲ ਠੀਕ ਹੈ ਕਿ ਉਦੋਂ ਉਹ ਪਹਿਲੇ ਸਗੋਂ ਉਹਨਾਂ ਦੀ ਤਾਦਾਦ ਇਹਨਾਂ ਤੋਂ ਘੱਟ ਨਹੀਂ ਸੀ ਹੈ ਲੇਕਿਨ ਫਰਕ ਇਹਨਾਂ ਦੋਵਾਂ ਚ ਇਹ ਸੀ ਬਈ ਇੱਕ ਬਾਬਾ ਸੀ ਤੇ ਉਹਦੇ ਮੁੰਡੇ ਸਨ ਪੜ੍ਹੇ ਲਿਖੇ ਵਕੀਲ ਸਾਰੇ ਇੱਕ ਅਨਪੜ੍ਹ ਸੀ ਗੰਡਾਸੇ ਵਾਲੇ ਇੰਜ ਦਾ ਉਹ ਕੱਲਾ ਹੀ ਬਤੇਰਾ ਸੀ ਉਹਨਾਂ ਚੌਂ ਪੰਜਾਂ ਵਾਤੇ ਉਹਨੇ ਕਿਰੇ ਗੰਡਾਸੇ ਵਾਲੇ ਨੇ ਮਾਰਿਆ ਕਿ ਉਹਦੇ ਬਾਬੇ ਨੂੰ ਉਹ ਮੁੰਡੇ ਦੋ ਤਰੇ ਦੌੜਦੇ ਆ ਗਏ ਪੜ੍ਹੇ ਲਿਖੇ ਵਕੀਲ ਤੇ ਉਹਨੇ ਆਖਿਆ ਇਹ ਜਿਹੜੀ ਲੱਤ ਤੇ ਲੱਗੀ ਹੈ ਨਾ ਇਹਦੀ ਤੇ ਲੱਗਦੀ ਹੈ 307 ਇਹ ਜਿਹੜੀ ਉੱਪਰ ਵਾਲੀ ਹੈ ਇਹ 337 ਬਣਦੀ ਜਿਹੜੀ ਸਿਰ 'ਚ ਲੱਗੀ ਸੱਟ ਤੇ ਉਹ ਨਾ ਬਾਬਾ ਵੇਖੇ ਵੀ ਬਜਾਏ ਇਸ ਤੇ ਕਿ ਮੈਨੂੰ ਨਾ ਮਾਰਿਆ ਗੰਡਾਸੇ ਵਾਲੇ ਨੇ ਇਹ ਕੋਈ ਮਤਲਬ ਹੈ ਕੋਈ ਰਿਐਕਸ਼ਨ ਦੇਣ ਇਹ ਤੇ ਦਫਾ ਗਿਣਦੇ ਨੇ ਕਿਹੜੀ ਦਫਾ ਲੱਗਦੀ ਹੈ ਉਹਨੇ ਬਾਬੇ ਨੇ ਕੋਠੇ ਤੇ ਚੜ ਕੇ ਆਖਿਆ ਉਹ ਮੁਲਖਾ ਸੁਣੋ ਓਏ ਚਾਰ ਪੜੇ ਲੈ ਕੇ ਕੋਈ ਮੈਨੂੰ ਇੱਕ ਅਨਪੜ੍ਹ ਦੇ ਛੜੋ ਵਟਾ ਲਓ ਮੇਰੇ ਨਾਲ ਮੁੰਡੇ ਜਿਹੜੇ ਮੌਲੀ ਮੁਹੰਮਦ ਅਲੀ ਲਾਹੌਰੀ ਖਾਜਾ ਕਮਾਲਦੀਨ ਡਾਕਟਰ ਬਸ਼ਾਰਤ ਇਹ ਸਾਰਾ ਟੋਲਾ ਸੀ ਐਸ ਨਮਰੋਈ ਵਗੈਰਾ ਇਹ ਟੋਲਾ ਸੀ ਪੜ੍ਹਿਆਂ ਲਿਖਿਆਂ ਦਾ ਇਹਨਾਂ 'ਚ ਯਾਨੀ ਪੜ੍ਹੇ ਲਿਖੇ ਸਨ ਉਹ ਵੀ PhD ਕੋਈ ਨਹੀਂ ਸਨ ਲੇਕਿਨ ਇਹਨਾਂ 'ਚ ਉਹ ਪੜ੍ਹੇ ਲਿਖੇ ਸਨ ਇਹ ਸਾਰਾ ਸੀ ਡੰਡੇ ਖੁੰਡੇ ਵਾਲਾ ਯਾਨੀ ਗੈਂਗ ਕਹਿ ਲਓ ਇੱਕ ਜਿਸ ਤਰ੍ਹਾਂ ਦੀ ਇਹਨੇ ਬਦਮਾਸ਼ੀ ਉੱਥੇ ਕੀਤੀ ਹੈ ਕਾਦੀਆਂ ਦੇ ਵਿੱਚ ਇਹ ਅਨਪੜ੍ਹਾਂ ਦਾ ਟੋਲਾ ਸੀ ਤੇ ਬਦਮਾਸ਼ ਟੋਲਾ ਸੀ ਇਹਦਾ ਉੱਥੇ ਇਬਾਦਤਗਾਹ ਦੇ ਵਿੱਚ ਵੀ ਦੌਰਾਨੇ ਇਬਾਦਤ ਵੀ ਡੰਡੇ ਲੈ ਕੇ ਖਲੋਤੇ ਹੁੰਦੇ ਸਨ ਇਹਦੇ ਤਫਜ਼ ਵਾਸਤੇ ਐਸਾ ਇਹ ਵਾਰਦਾਤੀ ਗਰੋਹ ਸੀ ਪੁਲਿਸ ਨੂੰ ਵੀ ਜਨਾਬ ਕਰਨਾ ਕਮੋਡੇਟ ਕਰਨਾ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਵੀ ਨਾਲ ਰੱਖੇ ਹੈ ਮੁਆਸ਼ਰੇ ਦੇ ਵਿੱਚ ਪਿੰਡ ਦੇ ਵਿੱਚ ਵੀ ਬਦਮਾਸ਼ੀ ਫੈਲਾਈ ਹੈ ਆਲੇ ਦੁਆਲੇ ਯੂਨੀਅਨ ਕੌਂਸਲ ਦੇ ਵਿੱਚ ਵੀ ਬਦਮਾਸ਼ੀ ਫੈਲਾਈ ਹੈ ਇਹ ਤੇ ਗੁਰਦਾਸਪੁਰ ਦੀ ਤਹਿਸੀਲ ਤਾਂ ਹੀ ਇਹਦਾ ਅਸਰ ਪਿਆ ਜਾਂਦਾ ਸੀ ਤਿਆਰ ਪਿਆ ਹੁੰਦਾ ਸੀ ਅਗਰ ਇਹ ਪਾਕਿਸਤਾਨ ਨਾ ਬਣਦਾ ਤੇ ਅੱਲਾਹ ਤਾਲਾ ਦੀ ਇੱਕ ਕੋਈ ਖਾਸ ਹਕਮਤ ਸੀ 47 ਦੇ ਵਿੱਚ ਜਿਹੜਾ ਪਾਕਿਸਤਾਨ ਬਣ ਗਿਆ ਇਹਨਾਂ ਦਾ ਤੇ ਉਹ ਮਰਕਜ਼ ਹੀ ਪੁੱਟਿਆ ਗਿਆ ਵਰਨਾ ਜਿਸ ਸਪੀਡ ਨਾਲ ਇਹ ਬਦਮਾਸ਼ੀ ਫੈਲਾਉਂਦਾ ਸੀ ਪਿਆ ਇਹ ਤੇ ਆਂਦਾ ਸੀ ਕਿ ਪੂਰੀ ਦੁਨੀਆ ਦੇ ਉੱਤੇ ਅਸੀਂ ਗਾਲਬ ਆਉਣਾ ਹੈ ਡੰਡੇ ਨਾਲ ਇੱਥੋਂ ਆ ਕੇ ਵੀ ਇਹਦਾ ਜਿਹੜਾ ਨਾ ਦਿਮਾਗ ਦਾ ਖੁਮਾਰ ਨਹੀਂ ਸੀ ਪਿਆ ਲੈਂਦਾ ਇਹ ਪੈਂਦਾ ਸੀ ਕਾਦੀਆਂ ਨਸਾਂ ਲੈਣਾ ਬਾਈ ਹੁੱਕ ਔਰ ਬਾਈ ਕਰੁੱਕ यानी अमन ना लब्बा तां भी जंग करके लेना पिया तां भी कादियां से खोने वापस साडा मरकज है ये नहीं पता भी अगले ने हुन मशीन पे चढ़ी हुन कख। अच्छा आमिर भाई आपको मैं एक तजिया सुनाऊं दो ऑप्शन है आपके पास मैं बता देता हूँ एक है किरमे खाकी और दूसरा है निशान 85 आप बता दे कौन सा वाला सुनना है निशान 85 वाला रहन दो ते अगे असि आप ही कर देनो चलो किरमे खाकी नहीं वैसे वो मैंने जिया भाई को सुनाई है वो जो चीख मारी है ना उसने AI ने औरत ने कहती है 16 दिन तो एक मिनट ਮਰਜ਼ਾਈ ਮਰਨ ਵਾਲੇ ਹੋ ਗਏ ਨੇ ਮਰਜ਼ਾਈਆਂ ਇਹਦਾ ਕੋਈ ਇਲਾਜ ਕਰਨਾ ਜੇ ਸੋਚ ਲਿਓ ਉਹ ਵੀ ਸੋਚਦੇ आमिर भाई रात वाली खबर सुनी ने नहीं रात वाली खबर है कि मिर्जा जेड़ा है ना मौलवी जेड़ा मुरब्बी अल नासरी वो कह रहा सी माज़अल्लाह अस्तगफिरुल्लाह के आका दो जान और सुन ली मैं कुरान दे हिफ्ज़ दा इनकार चलता अच्छा आमिर भाई केड़ी डगर ते मज़ीयत जा रही है नहीं क्या आख्या है एक मिनट सिर्फ एक मिनट अपना शरीफ खुदा भाई जी क्या आख्या उन्हें नबी पाक ने नबी कुरान नहीं है नबी पाक ਨੂੰ ਕੁਰਾਨ ਹਿਫਜ਼ ਨਹੀਂ ਸੀ
اللہ دی لعنت اس لعنتی دے اتے، حالانکہ صحیح مسلم دے وچ غالباً روایت ہے کہ حضرت عبداللہ ابن عباس رضی اللہ تعالیٰ عنہ کہندے نے کہ میں 80 سورتاں رسول اللہ دے پیچھے کھڑے ہو کے یاد کیتی ہیں۔ تے سارا عبداللہ بن قرآن عباس اچھا عامر بھائی آپ نے ایک سیٹنگ میں سننا کیونکہ میں نے پھر تھوڑا بزی ہو جانے تو جی سنا دے وہ کرمے خاکی والا سنا دے، وہ میرے اور کام آ جائے گا۔ اچھا، تو آج ہمارے سامنے جو مواد ہے وہ بہت ہی مختصر ہے، شاعری کی صرف 2 سطریں جی لیکن ان 2 سطروں میں مطلب ایک پوری دنیا آباد ہے۔ بالکل۔ سطریں کچھ یوں ہیں: کرم خاکی ہوں پیارے نہ کہ آدم زاد ہوں، اور ہوں بشر کی جائے نفرت اور انسانوں کی آر۔ جب یہ سطریں ہمارے سامنے آئی نا تو پہلا سوال جو میرے ذہن میں آیا وہ یہ تھا کہ آخر کوئی شخص کس کیفیت سے گزر رہا ہوگا کہ وہ اپنے انسان ہونے سے ہی انکار کر دے۔ اور یہ سوال بہت اہم ہے جی کیونکہ یہ صرف شاعری کا تجزیہ نہیں ہے، یہ انسانی احساسات کی انتہا کو سمجھنے کی ایک کوشش ہے۔ صحیح۔ یہ 2 مصرے شناخت کا بحران، سماجی بیگانگی اور اپنی ذات سے مایوسی کی ایک مکمل تصویر ہے۔ تو آج ہم اسی نفسیاتی گہرائی میں اترنے کی کوشش کریں گے۔ بالکل، ہمارا مقصد صرف لفظوں کے معنی جاننا نہیں ہے بلکہ اس کیفیت کو محسوس کرنا ہے جن لفظوں کے پیچھے چھپی ہوئی ہے۔ تو آئیے پہلے مصرے سے شروع کرتے ہیں۔ جی کرم خاکی ہوں پیارے نہ کہ آدم زاد ہوں۔ یہاں جو استعمال ہوا ہے کرم خاکی یعنی مٹی کا کیڑا۔ ہاں، مٹی کا کیڑا، یہ تو سیدھا دل پر لگتا ہے۔ یہ صرف یہ کہنا نہیں ہے کہ میں کمتر ہوں، نہیں، اس سے کہیں زیادہ ہے۔ اس میں ایک خاص قسم کی بے بسی ہے نا؟ کیڑا جو زمین کے اندر رہتا ہے جسے کوئی دیکھتا نہیں، جس کا وجود اور عدم وجود مطلب برابر ہے۔ بالکل۔ آپ نے بہت اہم نقطہ اٹھایا ہے، یہ صرف کمتر ہونے کا احساس نہیں ہے، یہ نظروں سے اوجھل بالکل غیر اہم ہونے کا احساس ہے۔ صحیح۔ کیڑا ایک ایسی مخلوق ہے جسے اکثر لوگ دیکھ کر گھن محسوس کرتے ہیں۔ ایسے وہ آپ کے پیروں تلے کچلا جا سکتا ہے اور کسی کو خبر بھی نہیں ہوتی۔ تو جب کوئی شخص اپنی شناخت ایک کیڑے سے کر رہا ہے تو وہ تو اپنی پوری انسانی حیثیت کو ہی مسترد کر رہا ہے۔ جی بالکل، وہ کہہ رہا ہے کہ میری کوئی وقت نہیں، میں قابل نفرت ہوں اور میرا وجود اندھیرے میں رہنے کے لیے ہے۔ اور پھر اس کا موازنہ دیکھیں، نہ کہ آدم زاد ہوں، جی ایک طرف مٹی کا کیڑا اور دوسری طرف آدم کی اولاد انسان، اشرف المخلوقات۔ ہاں جسے ہم اشرف المخلوقات کہتے ہیں۔ یہ صرف ایک ادبی تضاد نہیں ہے، نہیں، یہ ایک وجودی تضاد ہے۔ یہ وہ احساس ہے جو شاید ہم میں سے کچھ نے کبھی نہ کبھی محسوس کیا ہو، جب آپ ایک ایسے کمرے میں ہو جہاں ہر کوئی بہت کامیاب اور پر اعتماد نظر آ رہا ہو اور آپ کو لگے کہ آپ کا ان سے کوئی مقابلہ ہی نہیں۔ جی، کہ آپ اس محفل کا حصہ ہی نہیں ہے۔ شاعر نے اسی احساس کو کئی گنا بڑھا کر اس کی انتہا بیان کر دی ہے۔ بالکل، اور اگر نفسیات کی زبان میں دیکھیں تو یہ شدید ڈپریشن یا لرنڈ ہیلپلیسنس کی علامت ہو سکتی ہے۔ یعنی سیکھی ہوئی بے بسی۔ ہاں، سیکھی ہوئی بے بسی۔ یہ ایک ایسی ذہنی کیفیت ہے جہاں ایک شخص اتنی ناکامیوں یا منفی رویوں کا سامنا کرتا ہے کہ وہ اپنی بے وقاری کو ہی اپنی بنیادی شناخت مان لیتا ہے۔ وہ یہ یقین کر لیتا ہے کہ وہ کسی بہتری کے قابل ہی نہیں ہے۔ یہاں شاعر عاجزی کا مظاہرہ نہیں کر رہا۔ نہیں، یہ عاجزی تو بالکل نہیں لگتی۔ عاجزی میں انسان اپنی بڑائی کا انکار کرتا ہے، اپنی انسانیت کا نہیں۔ یہاں تو اپنی انسانیت کی بنیادی تعریف ہی کو چیلنج کیا جا رہا ہے۔ لیکن کیا یہ واقعی صرف سیکھی ہوئی بے بسی ہے یا یہ اپنی ذات سے ایک قسم کی نفرت بھی ہے؟ یہ ایک دلچسپ سوال ہے۔ جیسے کوئی آئینے میں اپنا چہرہ دیکھے اور اسے اپنی انسانی شکل ہی پسند نہ آئے۔ یہ کہنا کہ میں وہ نہیں ہوں جو تم سب ہو، یہ تو ایک بہت گہری کھائی کی طرف اشارہ کرتا ہے۔ یہ صرف سماجی نہیں۔ ہاں، بلکہ ایک وجودی سطح کی بیگانگی ہے۔ بالکل۔ کیا یہ نفرت ہے یا مایوسی کی انتہا؟ میرے خیال میں یہ دونوں کا امتزاج ہے۔ اچھا، یہ اس مقام پر پہنچنے کی کیفیت ہے جہاں مایوسی اتنی گہری ہو جاتی ہے کہ وہ اپنی ذات سے نفرت میں بدل جاتی ہے۔ اور اس مصرے میں پیارے کا لفظ بھی؟ وہ بھی بہت معنی خیز ہے۔ جی بہت۔ یہ کس سے مخاطب ہے؟ کیا یہ کسی دوست سے کہا جا رہا ہے یا معاشرے پر طنز کیا جا رہا ہے؟ یا شاید خود سے ہی ایک تھکی ہوئی آواز میں بات کی جا رہی ہے۔ ہو سکتا ہے۔ یہ لفظ اس شدید گر بھرے مصرے میں ایک عجیب سی نرمی پیدا کرتا ہے جو اس کے اثر کو کم کرنے کے بجائے اور گہرا کر دیتی ہے۔ صحیح۔ جیسے کوئی بہت سکون سے بغیر کسی شکایت کے اپنی شکست کا اعلان کر رہا ہو۔ یہ تو ہوئی خود شناسی کی بات کہ وہ شخص اپنے آپ کو کیا سمجھتا ہے، لیکن یہ احساس آیا کہاں سے؟ جی کیا یہ صرف اس کے اپنے ذہن کی پیداوار ہے؟ مجھے لگتا ہے کہ دوسرا مصرع ہمیں اس کی وجہ کی طرف لے جاتا ہے۔ بالکل، ہوں بشر کی جائے نفرت اور انسانوں کی آر۔ یہاں آ کر تصویر مکمل ہوتی ہے۔ جی، اور یہ مصرع پہلے مصرے کے احساس کو ایک سماجی حقیقت بنا دیتا ہے۔ جائے نفرت۔ ہاں،
इसका मतलब सिर्फ ये नहीं कि लोग मुझसे नफरत करते हैं, इसका मतलब है नफरत का मरकज। ओह, यानी वो जगह जहाँ नफरत आकर ठहरती है। बिल्कुल, ये एक बहुत बड़ा दावा है। शायर ये नहीं कह रहा कि चंद लोग मुझे नापसंद करते हैं, बल्कि ये कि मैं पूरी इंसानी नस्ल के लिए नफरत का महवर हूँ। ये तो बहुत शदीद एहसास है। जी, ये एक ऐसा एहसास है जहाँ फर्द को लगता है कि उसका वजूद ही दूसरों के लिए तकलीफ का बायस है। इंसानों की आर का यार, मतलब है कमाल। शर्म, जिल्लत, रुसवाई। ये तो और भी ज्यादा तकलीफदेह है। यानी मेरा वजूद ही इंसानियत के नाम पर एक धब्बा है। जी, ये खुद को इंसानी विकार के मेयार से इतना गिरा हुआ समझना है कि बाकी इंसानों से देखकर शर्म महसूस करें। ये आजकल के दौर की सोशल कैंसलेशन की इंतहा। आपने इसे जदीद दौर से जोड़ा है, जहाँ किसी शख्स को उसकी एक गलती पर इतना जलील किया जाता है कि उसे लगता है कि उसका वजूद ही एक जुर्म बन गया है। बिल्कुल। ये सिर्फ समाजी तौर पर धुतकारे जाने का एहसास नहीं, ये इससे कई ज्यादा है। ये महसूस करना है कि आपका होना ही इंसानियत के तसव्वुर के खिलाफ है। अगर हम इसे समाजियात के नजरिए से देखें तो हर मुआशरा अपनी शनाख्त कायम करने के लिए कुछ लोगों को दूसरा या आउटकास्ट करार देता है। सही, वो किरदार जो माशरती दायरे से मुकम्मल तौर पर बाहर खड़ा है और उसे बताया जा रहा है कि तुम हम में से नहीं हो और तुम्हारा वजूद हमारे लिए शर्मिंदगी है। यहाँ मेरे जहन में एक सवाल उठ रहा है जो मुझे काफी परेशान कर रहा है। जी पूछें। इन दोनों मिसरों में से वजह क्या है और नतीजा क्या? यानी क्या इस शख्स ने खुद को कर्म खाकी समझना शुरू किया क्योंकि मुआशरा उसे जाए नफरत समझता था, या मुआशरे ने उसे नफरत और शर्मिंदगी का निशाना इसलिए बनाया क्योंकि वो खुद ही अपनी नजरों में गिरा हुआ था और खुद को एक कीड़े जैसा समझता था? ये एक बेहतरीन सवाल है और मेरे ख्याल में इन सत्रों की असल जहानत इसी सवाल में छुपी है। अच्छा, इसका कोई सीधा जवाब नहीं है। ये एक शैतानी चक्कर है, एक विशस साइकिल। एक विशस साइकिल। आप दोनों तरफ से दलील दे सकते हैं। एक नजरिया ये है कि मुआशरती दबाव, गुर्बत, साथ या मुसलसल नाकामियों ने उसे इस कदर तोड़ा कि उसने मुआशरे की दी हुई उस हकीर शनाख्ती को कबूल कर लिया। यानी बैरूनी दुनिया ने उसके अंदर की खुदी को तबाह कर दिया। जी, यानी मुआशरा मुजरिम है। उसने एक इंसान को इतना मजबूर किया कि वो अपनी इंसानियत से ही दस्तबरदार हो जाए। लेकिन उसका दूसरा जाविया भी तो हो सकता है। बिल्कुल, और वो ये कि शायद कोई अंदरूनी वजह, कोई जाती सदमा या शदीद जहनी बीमारी इंसान की खुद एतमादी को इस कदर खत्म कर देती है कि वो दुनिया को अपना दुश्मन समझने लगता है। अच्छा, वो हर शख्स के रवैये में अपने लिए नफरत तलाश करता है, चाहे वो वहां मौजूद ना भी हो। तो इस तरह उसका अंदरूनी एहसास एक ऐसी हकीकत तख्लीक करता है जो शायद पहले मौजूद नहीं थी। जी, वो खुद को इस कदर कमतर पेश करता है कि लोग वाकई उसे दूर होने लगते हैं। तो ये तो एक ऐसी नफ्सियाती कैद हुई जिसमें अंदरूनी एहसास और बैरूनी हकीकत एक दूसरे को मजीद मजबूत करते हैं। बिल्कुल। अगर मैं खुद को कीड़ा समझूंगी तो मैं लोगों से कतराऊंगी, और जब मैं कतराऊंगी तो लोग मुझे अजीब समझकर मुझसे दूर रहेंगे, जिससे आपका ये यकीन और पुख्ता हो जाएगा कि आप वाकई एक कीड़ा हैं और नफरत के लायक हैं। ये तो एक ऐसी दलदल है जिससे निकलना तकरीबन नामुमकिन लगता है। आपने बिल्कुल सही समझा है। यही इन दो मिसरों का असल कर्ब है। ये किसी एक वाक़े का दुख नहीं, ये एक मुसलसल कैफियत का बयान है जिससे फरार मुमकिन नहीं। इसका जज्बाती वजन इसी दोहरे इनकार से आता है, अपनी जात का इनकार और मुआशरे की तरफ से इनकार की तस्दीक। ये सिर्फ उदासी या गम नहीं, ये वजूदी कर्ब है, अपने होने पर पछतावे का एहसास है। एक और बात है जी, इन मिसरों का लहजा, इसमें कोई गुस्सा, कोई शिकायत या कोई बगावत नहीं। हाँ, ये बात मैं भी सोच रही थी। एक अजीब सी कबूलियत है, एक ठहराव है। जी, जैसे ये एक ऐसी हकीकत है जिसे अब बदलने की कोई कोशिश नहीं की जा सकती। ये मायूसी की वो शक्ल है जो लड़ने की ताकत भी छीन लेती है। और यही इन सत्रों की सबसे बड़ी ताकत है। इसमें कोई चीखो पुकार नहीं, बल्कि एक खामोश और गहरा इकरार है। ये एक ऐसी हालत का बयान है जहां इंसान अपने आप को और दुनिया को एक ऐसी हकीकत के तौर पर कबूल कर चुका है जो इंतहाई तकलीफदेह है। ये जज्बात की शिद्दत के बजाय जज्बात की अदम मौजूदगी का एहसास दिलाता है, जो कि शायद ज्यादा खौफनाक है। हाँ, जैसे कोई शख्स कह रहा हो, हाँ मैं मिट्टी का कीड़ा हूँ, हाँ मैं नफरत के लायक हूँ, अब आगे क्या। ये सवालिया निशान बहुत खाली और भयानक है। तो अगर हम इस सारी गुफ्तगू को समेटें तो ये दो मुख्तसर सतरें सिर्फ मायूसी का इजहार नहीं, बल्कि ये शनाख्त, मुआशरे और फर्द के ताल्लुक पर एक बहुत गहरा तबसरा है। जी, ये बताती हैं कि किस तरह एक इंसान की अपनी जात के बारे में राय और मुआशरे की उसके बारे में राय मिलकर एक तबाहकुन हकीकत बना सकती है। बिल्कुल। कर्मे खाकी, आदमजाद, जाए नफरत, आर, हर लफ्ज अपनी जगह एक मुकम्मल नफ्सियाती और समाजी कहानी बयान कर रहा है। बिल्कुल। और ये हमें सोचने के लिए एक आखिरी नुक्ते पर छोड़ जाता है। इन सत्रों में कैफियत का बयान तो है, लेकिन जैसा कि आपने पहले पूछा, उसकी वजह वाज़ेह नहीं की गई। सही। जी, अभी आप करें तबसरा, मैं सुनता हूँ। भाई ਮੈਨੂੰ ਤੇ ਇਹ ਸ਼ੱਕ ਪੈਣ ਲੱਗ ਪਿਆ ਹੈ ਕਿ ਮੌਲਵੀਓ ਤੁਸੀਂ ਹਾਂਡੀ 'ਚ ਜੋਕੂ पे ਪਾਉਂਦੇ ਹੋ ਨਾ, ਕੋਈ ਮਸਾਲਾ ਜ਼ਿਆਦਾ ਪਾਉਂਦੇ ਹੋ, ਕੋਈ ਗੜਬੜ पे ਕਰਦੇ ਹੋ। ਮੈਂ ਕਿਸ ਤਰ੍ਹਾਂ ਮੰਨਾਂ ਕਿ ਹਰ ਇੱਕ ਤੁਹਾਡੀ ਜਿਹੜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰਿਜ਼ਲਟ
ਉਹ ਐਂਟੀ ਮਿਰਜ਼ਾ ਆ ਰਿਹਾ। ਇਹ ਜਿਹੜਾ ਤਬਸਰਾ ਹੈ ਆਮਰ ਭਾਈ ਤੁਹਾਨੂੰ ਮੈਂ ਆਮਰ ਭਾਈ ਇਹਦੇ ਵਿੱਚ ਦੋ ਤਰੀਕੇ ਹੁੰਦੇ ਨੇ ਤੁਹਾਨੂੰ ਦੱਸਾਂ। ਇੱਕ ਹੁੰਦਾ ਵਾ ਉਹਨੂੰ ਕਹਿਣਾ, ਉਹਨੂੰ ਤੁਸੀਂ ਇੰਸਟਰਕਸ਼ਨ ਦਿੰਦੇ ਆ ਕਿ ਜਿਸ ਤਰੀਕੇ ਮੈਂ ਹਕੀਕਤੁਲ ਵਹੀ ਪਾਈ ਆ, ਇਹਦੇ ਵਿੱਚ ਤੁਸੀਂ ਦੋ ਤਰੀਕੇ ਦੀ ਇੰਸਟਰਕਸ਼ਨ ਦੇ ਸਕਦੇ ਹੋ ਵੀ ਇਹ ਜ਼ਰਾ ਬਿਆਨ। ਇੱਕ ਤੇ ਹੁੰਦਾ ਵਾ ਨਿਊਟਰਲ ਤਜਜ਼ੀਆ, ਇੱਕ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚੋਂ ਪੋਜ਼ਿਟਿਵ ਚੀਜ਼ਾਂ ਲੱਭ ਕੇ ਦੱਸੋ, ਇੱਕ ਹੁੰਦਾ ਇਹਦੇ ਚੋਂ ਨੈਗੇਟਿਵ ਚੀਜ਼ਾਂ ਲੱਭ ਕੇ ਦੱਸੋ। ਠੀਕ ਆ, ਮੈਂ ਇਹਨਾਂ ਨੂੰ AI ਨੂੰ ਕਿਹਾ ਵਾ ਵੀ ਇਹਦੇ ਜਿਹੜਾ ਨਾ ਨਿਊਟਰਲ ਤਜਜ਼ੀਆ ਵੀ ਤੁਹਾਨੂੰ ਇੱਕ ਸੁਣਾਇਆ ਵਾ, ਇੱਕ ਮੈਂ ਹੁਣ ਵਿੱਚ ਪਾਇਆ ਵਾ ਉਹਦਾ ਮੈਂ ਕਿਹਾ ਵੀ ਤੁਸੀਂ ਇਹਦੇ ਵਿੱਚੋਂ ਨਿਸ਼ਾਨਾਤ ਵੇਖੋ ਤੇ ਇਹ ਜ਼ਰਾ ਦੱਸੋ ਕਿ ਇਹ ਕਿਸ ਤਰੀਕੇ ਇਹ ਮੌਜਜ਼ਾਤ ਹੋ ਸਕਦੇ ਨੇ। ਉਹਨਾਂ ਨੇ ਜਿਹੜਾ ਯਾਨੀ ਮੈਂ ਪੋਜ਼ਿਟਿਵ ਵਾਸਤੇ ਕਿਹਾ ਉਹਨੂੰ ਕਿ ਮੌਜਜ਼ਾਤ ਬਣਾ ਕੇ ਦੱਸੋ ਕਿ ਇੰਜ ਮੌਜਜ਼ਾਤ ਬਣਦੇ ਨੇ। ਹੁਣ AI ਨੇ ਅੱਗੋਂ ਜਿਹੜਾ ਜਵਾਬ ਉਹਦੇ ਵਿੱਚ ਦਿੱਤਾ ਸਾਨੂੰ, ਜੋ ਤਜਜ਼ੀਆ ਪੇਸ਼ ਕੀਤਾ, ਇਹ ਦੂਜਾ ਮੈਂ ਕੀਤਾ, ਇੱਕ ਤਾਂ ਅੱਗੇ ਕੀਤਾ ਸੀ ਨਾ, ਇੱਕ ਦੂਜਾ ਕੀਤਾ। ਇਹਨੂੰ ਹੁਣ ਮੈਂ ਪੋਜ਼ਿਟਿਵ ਕਿਹਾ। ਇਹ ਪੋਜ਼ਿਟਿਵ ਦਾ ਹਾਲ ਸੁਣ ਲਓ ਤੁਸੀਂ, ਜੇ ਮੈਂ ਤੁਹਾਨੂੰ ਸੁਣਾਵਾਂ ਤੇ ਅੱਗੇ ਤੁਸੀਂ ਆਪ ਅੰਦਾਜ਼ਾ ਕਰ ਲੈਣਾ ਵੀ ਇਹਨੂੰ ਪੋਜ਼ਿਟਿਵ ਕਿਹਾ ਤੇ ਅੱਗੋਂ ਇਹ ਨਤੀਜਾ ਆ ਰਿਹਾ, ਤੇ ਹੋਰ ਅਸੀਂ ਕੀ ਉਹਨੂੰ ਹੁਣ ਕੋਈ ਮਿੰਨਤਾਂ ਤਰਲੇ ਕਰੀਏ ਉਹਦੇ ਬਿਨਾਂ ਹੀ ਨਹੀਂ ਕੋਈ ਮਿਰਜ਼ੇ ਦੇ ਹੱਕ ਦੀ ਗੱਲ ਵੀ ਕਰਦੇ। ਵੇਖ ਲਓ ਨਾ ਅਮਰ ਭਾਈ, ਇਹ ਆਂਡੀ ਇੰਜ ਨਾ ਕੀਤੀ ਹੈ ਸਾਰਾ ਕੁਝ। ਜ਼ਿਆ ਬਾਈ ਨੇ ਆਪਣੀ ਮਰਜ਼ੀ ਦੇ ਮਸਾਲੇ ਪਾਏ ਨੇ, ਜਿਸ ਤਰ੍ਹਾਂ ਮੈਂ ਨਹੀਂ ਆਂਡੀ ਬਣਾਉਣ ਲੱਗਿਆ ਮਸਾਲਾ, ਇੰਜ ਮਸਾਲਾ ਜ਼ਿਆ ਬਾਈ ਨੇ ਆਪਣੀ ਪਸੰਦ ਦਾ ਬਣਾਇਆ। ਮੈਂ ਕਿਹਾ ਭਾਈ, ਮੈਂ ਉਹਨਾਂ ਨੂੰ ਕਿਹਾ ਕਿ ਇਹਨੂੰ ਮੌਜਜ਼ਾ ਬਣਾ ਕੇ ਦੱਸੋ ਵੀ ਇਹ ਕਿੰਜ ਮੌਜਜ਼ੇ ਬਣਦੇ ਨੇ। ਉਹਨੇ ਜੋੜ ਤੋੜ ਲਾ ਕੇ ਜਿਵੇਂ ਮੌਜਜ਼ੇ ਬਣਾਇਆ ਵਾ ਉਹ मैं ਤੁਹਾਨੂੰ सुना देना। अच्छा आमिर भाई, मसला पता क्या है, जब आप इसको एक मिनट इसको आमिर भाई एक मिनट मलिक साहब, मैंने एक छोटे से पॉइंट रख लेंदे। ਆਉਣ ਵਾਲੇ 10 ਦਿਨਾਂ ਦੇ ਵਿੱਚ ਅਗਰ ਕੋਈ ਯਾਨੀ ਕਿ ਯਹੂਦੀਆਂ ਦੇ ਨਾਂ ਤੋਂ ਆਏ, ਕੋਈ ਈਸਾਈਆਂ ਦੇ ਨਾਂ ਤੋਂ ਆਏ ਔਰ ਉਹੀ ਹਦੀਸ ਪਾਕ ਇਹਨਾਂ ਕੋ AI ਦੇ ਵਿੱਚੋਂ ਲੈ ਕੇ ਆਵੇ ਤਾਂ ਸਮਝਿਆ ਹੈ ਕਿ ਉਹ ਜਿਹੜਾ ਨਾ ਕੋਈ ਯਹੂਦੀ ਹੈ ਨਾ ਕੋਈ ਈਸਾਈ ਹੈ ਬਲਕਿ ਮਿਰਜ਼ਾਈ ਹੈ। अच्छा आमिर भाई, बहुत खूबसूरत गल की थी, बहुत आला। ਇਹਨੂੰ ਜੇ ਡਿਬੇਟ ਵਾਸਤੇ ਦੋਗੇ ਨਾ ਤੇ ਆਖੋ ਦੇ ਨਾ ਇੱਕ ਸਾਈਡ ਚੂਜ਼ ਕਰਤੇ ਆ, ਬੜਾ ਗੰਦਾ ਕਰ ਦਿੰਦਾ ਉਹਨੂੰ ਡਿਬੇਟ ਨੂੰ। ਜਿੰਨਾ ਇਹਨੂੰ ਨਿਊਟਰਲ ਰੱਖੋਦੇ ਉਹਨਾਂ ਸਹੀ ਤਜਜ਼ੀਆ ਦਿੰਦਾ ਡਿਬੇਟ ਦਾ। ਜਿਸ ਤੱਕ ਉਹ ਬਿਹਤਰੀਨ ਜਿਹੜਾ ਐਕੂਰੇਟ ਹੁੰਦਾ ਨਾ ਕਿ ਨਿਊਟਰਲ, ਬਸ ਤੁਸੀਂ ਆਪਣਾ ਤਜਜ਼ੀਆ ਪੇਸ਼ ਕਰੋ ਬਸ। ਜੋ ਤੁਸੀਂ ਆਖੋ ਦੇ ਨਾ ਇੱਕ ਸਾਈਡ ਤੇ ਉਹ ਫਿਰ ਦਲੀਲਾਂ ਗੜਮੜ ਕਰ ਛੱਡਦੇ, ਦੂਜੇ ਦੀਆਂ ਦਲੀਲਾਂ ਵੀ ਤੁਹਾਡੇ ਵੱਲ ਪਾ ਛੱਡਦੇ। ਇਹਦਾ ਇਹ ਫਾਇਦਾ ਵੀ ਇਹ ਨਿਊਟਰਲ ਰੱਖੋਗੇ, ਜਿੰਨਾ ਨਿਊਟਰਲ ਰੱਖੋਗੇ ਉਤਨਾ ਤਜਜ਼ੀਆ ਐਕੂਰੇਟ ਦਿੰਦਾ। ਜੋ ਇਹਨੂੰ ਇੱਕ ਸਾਈਡ ਤੇ ਕਰੋਗੇ ਨਾ ਗੜਬੜ ਕਰ ਦੇਗਾ ਜੀ। ਇਹਨੂੰ ਮੈਂ ਪੋਜ਼ਿਟਿਵ ਦਾ ਕਿਹਾ ਵਾ ਕਿ ਇਹਨੂੰ ਜਿਹੜੇ ਨਿਸ਼ਾਨ ਰੱਖੇ ਨੇ ਇਹ ਕਿਸ ਤਰੀਕੇ ਮੌਜਜ਼ਾਤ ਹੋ ਸਕਦੇ ਨੇ ਇਹ ਬਿਆਨ ਕਰੋ। ਉਹਨੇ ਹੁਣ ਇਹ ਮੌਜਜ਼ੇ ਬਣਾ ਕੇ ਦੱਸੇ ਨੇ ਵੀ ਕਿੰਜ ਮੌਜਜ਼ੇ ਹੋ ਸਕਦੇ ਨੇ, ਤੇ ਉਹ ਵਿਚਾਰੀ ਬੇਬਸ ਹੋ ਗਈ ਆ। ਉਹਨੇ ਕਿਹਾ ਵੀ ਇਹ ਕਿਸੇ ਤਰੀਕੇ ਮੌਜਜ਼ੇ ਨਹੀਂ ਹੋ ਸਕਦੇ ਸਿਵਾਏ ਇੱਕ ਤਰੀਕੇ ਤੋਂ, ਉਹ ਵੀ ਕਿਤਾਬ ਦੇ ਮੁਤਾਬਕ ਯਾਨੀ ਬਕੌਲ ਮੁਸੰਨਫ ਦੇ। ਉਹ ਵੀ ਉਹਨੇ ਆਪੇ ਨਹੀਂ ਕਿਹਾ ਵੀ ਸਾਡੀ ਤਰਫੋਂ ਇਹ ਮੌਜਜ਼ੇ ਨੇ, ਉਹਨੇ ਕਿਹਾ ਉਹ ਵੀ ਮੁਸੰਨਫ ਦੇ ਮੁਤਾਬਕ ਕਿ ਇੰਨੇ ਵਾਕਿਏ ਇੱਕੋ ਬੰਦੇ ਦੇ ਬਾਰੇ ਹੋਣ ਤੇ ਫਿਰ ਇਹ ਮੌਜਜ਼ਾ ਬਣ ਸਕਦਾ। ਯਾਨੀ ਇੰਨੀਆਂ ਪੇਸ਼ਗੋਈਆਂ ਪੂਰੀਆਂ ਹੋਣ, ਇੰਨੇ ਜਨਾਬ ਮੁਖਾਲਫ ਮਰਨ ਇੱਕੋ ਹੀ ਬੰਦੇ ਵਾਸਤੇ, ਤੇ ਫਿਰ ਇਹ ਮੌਜਜ਼ਾ ਹੋ ਸਕਦਾ ਜੀ। ਹੁਣ ਆਪੇ ਅੰਦਾਜ਼ਾ ਕਰ ਲਓ ਅੱਗੇ। ਇਹ ਜਿਹੜਾ ਉਹਦੇ ਵਿੱਚ ਕਹਿੰਦੀ ਆ, ਮੈਨੂੰ ਨਹੀਂ ਪਤਾ ਕਿ ਤੁਸੀਂ ਉਹਨੂੰ ਕੀ ਨਿਊਟਰਲ ਆਖਿਆ ਜਾਂ ਇਹਦਾ ਕ੍ਰਿਟੀਕਲ ਪੁਆਇੰਟ। ਉਹਨੂੰ ਸਿਰਫ ਸ਼ੇਰ ਦਿੱਤਾ ਗਿਆ ਹੋਣਾ ਵੀ ਇਹ ਸ਼ੇਰ ਤੇ ਤਜਜ਼ੀਆ ਪੇਸ਼ ਕਰੋ ਬਸ। ਇਹਦੇ ਉੱਤੇ ਮੈਂ ਕੁਝ ਮਿਰਜ਼ੇ ਦਾ ਨਹੀਂ ਦੱਸਿਆ, 2 17 ਦਿੱਤੀਆਂ, ਸਿਰਫ 2 17 ਦਿੱਤੀਆਂ। ਹਾਂ ਮਿਰਜ਼ੇ ਦਾ ਨਹੀਂ ਦੱਸਿਆ। ਮਿਰਜ਼ਾ ਦੱਸਦੇ ਤਾਂ ਹੋ ਸਕਦਾ ਉਹ ਕਹਿੰਦਾ ਵੀ ਇਹ ਤਾਂ ਨਬੂਵਤ ਦਾ ਦਾਅਵੇਦਾਰ ਹੈ ਤਾਂ ਥੋੜੀ ਗੜਬੜ ਕਰਦੇ ਆ। ਨਹੀਂ ਅੱਛਾ ਕੀਤਾ, ਲੇਕਿਨ ਉਹਨੇ ਜਿਹੜਾ ਤਜਜ਼ੀਆ ਦਿੱਤਾ ਜਾਂ ਜਿਹੜਾ ਤਬਸਰਾ ਕੀਤਾ ਇਹ ਹੈ ਕਾਬਲੇ ਤਵੱਜੋ। ਥੋੜਾ ਮਿਊਟ ਕਰਨਾ। सॉरी, ਉਹਨੇ ਇਹ ਤਬਸਰਾ ਦਿੱਤਾ ਹੈ ਕਿ ਇਹ ਬੰਦਾ ਜਿਹੜਾ ਡੈਸਪਰੇਟ ਹੈ, ਮਾਯੂਸ ਹੈ, ਔਰ ਮਾਯੂਸੀ ਗੁਨਾਹ ਹੈ ਬਲਕਿ ਕੁਫਰ ਹੈ। ਲਾ ਤਕਨਤੂ ਮਿਨ ਰਹਿਮਤਿल्लाह, ਅੱਲਾ ਦੀ ਰਹਿਮਤ ਤੋਂ ਕਦੇ ਮਾਯੂਸ ਨਹੀਂ ਹੋਣਾ ਚਾਹੀਦਾ। ਉਹਨੇ ਅਗਰ ਇਹ ਬਿਲਕੁਲ ਗੈਰ ਜਾਨਬਦਾਰਾਨਾ ਤਬਸਰਾ ਦਿੱਤਾ ਹੈ ਨਾ, ਤੇ ਤਾਂ ਵੀ ਦਰੁਸਤ ਤਬਸਰਾ ਹੈ ਕਿ ਉਹਨੇ ਇੱਕ ਦੱਸਿਆ ਕਿ ਇਹ ਬੰਦਾ ਜਿਹੜਾ ਹੈ ਸਖਤ ਮਾਯੂਸ ਹੈ, ਔਰ ਮਾਯੂਸੀ ਦੇ ਵਿੱਚ ਇੰਨਾ ਕੁ ਗਿਰਿਆ ਹੈ, ਇੰਨਾ ਕੁ ਡੁੱਬਿਆ ਹੈ ਕਿ ਉਹਨੇ ਤਸਲੀਮ ਕਰ ਲਈ ਆਪਣੀ ਸ਼ਿਕਸਤ ਕਿ ਮੈਂ ਮੁਆਸ਼ਰੇ ਦੇ ਵਾਸਤੇ ਇੱਕ ਹਕੀਰ ਚੀਜ਼ ਹਾਂ, ਮੇਰੀ ਕੋਈ ਹੈਸੀਅਤ ਨਹੀਂ, ਮੇਰੀ ਕੋਈ ਇੱਜ਼ਤ। ਔਰ ਉਹ ਦੂਜੀਆਂ ਤਹਿਰੀਰਾਂ 'ਚ ਵੀ ਵਾਜ਼ਿਹ ਹੁੰਦਾ ਹੈ। ਮਿਰਜ਼ਾ ਕਾਦੀਆਨੀ ਨੇ ਲਿਖਿਆ ਹੈ ਕਿ ਇਹਨਾਂ ਮੁਸਲਮਾਨਾਂ ਦੀ ਨਜ਼ਰ 'ਚ ਤੁਹਾਡੀ ਇੱਜ਼ਤ ਮਿਰਜ਼ਾਈਆਂ ਦੀ ਇੱਕ ਕੁੱਤੇ ਤੋਂ ਵੀ ਜ਼ਿਆਦਾ ਗਿਰੀ ਹੋਈ ਹੈ। ਇਹ ਉਹਦੇ ਅਲਫਾਜ਼ ਨੇ।
ਇੱਕ ਕੁੱਤੇ ਦੀ ਵੀ ਇੱਜ਼ਤ ਤੁਹਾਡੀ ਨਿਸਬਤ ਜ਼ਿਆਦਾ ਹੈ ਮੁਸਲਮਾਨਾਂ ਦੀ ਨਜ਼ਰ 'ਚ। ਯਾਨੀ ਇਹ ਤਹਿਰੀਰ ਉਹਦੀ ਤਰਜਮਾਨ ਹੈ, ਉਹਦੀ ਐਕਸਪਲੇਨੇਸ਼ਨ ਹੈ, ਉਹਦੀ ਸ਼ਰਹ ਹੈ, ਉਹਦੀ ਤਫਸੀਰ ਹੈ ਕਿ ਉਹ ਪਿਆ ਕਹਿੰਦਾ ਕਿ ਅਸੀਂ ਇੰਨੇ ਕੁ ਗਿਰੇ ਹੋਏ ਹਾਂ। ਮੈਂ ਇੱਕ ਐਸੀ ਕੌਮ ਤਿਆਰ ਕੀਤੀ ਹੈ ਜਿਹਦੀ ਇੱਜ਼ਤ ਮੁਸਲਮਾਨਾਂ ਦੀ ਨਜ਼ਰ 'ਚ ਇੰਨੀ ਗਿਰੀ ਹੋਈ ਹੈ, ਇਹਨਾਂ ਦਾ ਮਾਲ ਲੁੱਟਣਾ, ਇਹਨਾਂ ਦੀਆਂ ਔਰਤਾਂ ਨੂੰ ਲੌਂਡੀਆਂ ਬਣਾਉਣਾ, ਇਹਨਾਂ ਦੇ ਮਾਲ ਤੇ ਕਬਜ਼ਾ ਕਰਨਾ, ਇਹ ਮੁਸਲਮਾਨ ਜਾਇਜ਼ ਸਮਝਦੇ ਨੇ, ਹਲਾਲ ਸਮਝਦੇ ਨੇ ਆਪਣੇ ਵਾਸਤੇ। ਤੇ ਇੱਕ ਕੁੱਤੇ ਦੀ ਵੀ ਇੱਜ਼ਤ ਮੁਸਲਮਾਨਾਂ ਦੀ ਨਜ਼ਰ 'ਚ ਇਹਨਾਂ ਮਰਜ਼ੀਆਂ ਤੋਂ ਜ਼ਿਆਦਾ ਹੈ। ਇਹ ਚੀਜ਼ ਜਿਹੜੀ ਉਹਨੇ ਲਿਖੀ ਸੀ ਇਸ ਸ਼ੇਰ ਦੀ ਬਿਲਕੁਲ ਤਫਸੀਰ ਹੈ ਕਿ ਇੱਕ ਬੰਦਾ ਮਾਯੂਸੀ ਔਰ ਨਾਉਮੀਦੀ ਦੀ ਗਹਿਰੀ ਖਾਈ 'ਚ ਡੁੱਬਿਆ, ਗਰਕ ਹੋਇਆ। ਉਹ ਆਪਣੇ ਬਾਰੇ ਕਹਿ ਰਿਹਾ ਕਿਰਮੇ ਖਾਕੀ ਹੂੰ ਮੇਰੇ ਪਿਆਰੇ ਨਾ ਆਦਮਜ਼ਾਦ, हूँ बशर की जाए नफरत और इंसानों की आर। ਇਹਨੂੰ ਕਮ ਅਜ਼ ਕਮ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਗੈਰ ਜਾਨਬਦਾਰਾਨਾ ਤੌਰ ਤੇ ਕਿ ਇਹ ਉਹ ਬੰਦਾ ਪਿਆ ਲਿਖਦਾ ਹੈ ਜਿਹੜਾ ਮਾਯੂਸੀ ਦੇ ਵਿੱਚ ਆਪਣੇ ਆਪ ਨੂੰ ਤਸਲੀਮ ਕਰ ਚੁੱਕਿਆ ਕਿ ਮੈਂ ਹਾਰ ਗਿਆ ਵਾਂ, ਮੈਂ ਮੁਆਸ਼ਰੇ ਤੋਂ ਹਾਰ ਗਿਆ ਵਾਂ। ਤੋਹਫਾ ਗੋਲੜਵੀਆ 'ਚ ਮਿਰਜ਼ਾ ਕਦੀਆਨੀ ਨੇ ਲਿਖਿਆ ਕਿ ਅਸਾਂ ਮੁਨਾਜ਼ਰੇ ਕਰਕੇ ਵੇਖੇ ਨੇ, ਉਹਨਾਂ ਦਾ ਨਤੀਜਾ ਅੱਛਾ ਨਹੀਂ ਆਇਆ। यानी हर पासों मायूस सी। किताबां लिखियां, ये भी उन्हें लिखा है। हमने किताबें लिखी, उन्होंने जवाब में किताबें भी लिख दी। हमने मुनाजरे किए, वो भी उन्होंने कर लिए। अब हमें कोई और टेक्निक इस्तेमाल करनी पड़ेगी इस काम के लिए, अपनी इस थ्योरी को, अपने इस नज़रिए को नशोनुमा देने के लिए, यानी इसको मकबूल बनाने के लिए कोई और तरीका इख्तियार करना चाहिए। यह आखिरी तहरीरां चो दी एक तहरीर है, एग्जैक्ट इस वेले मेरे को ਇਹਦਾ रेफरेंस नहीं। मौलवी साहब रेफरेंस की तलाश कर दो है। ਉਹਦੇ लफ्ज़ ने कि हमने किताबें लिखी, हमारे मुखालफों ने किताबें भी लिख दी जवाब में। हैं क्या क्या तुसा आखिर रेफरेंस कार्ड ऐसा गल मुकम्मल करो, कोई नहीं मसला इसका। हाँ, यानी ओदियां ए तहरीरां जड़ियां मैं दो तीन पेश कीतियां ने ना, ये वाकयातन ओदी ज़हनी डेस्परेशन नु शो कर रही ने। सो जिन्हां ने इस शेर दे उत्ते न्यूट्रल ए तबसरा कीता है ना, सबसे सवाल ना करना तुसा आगे कर लो इसे मौजूद है। इस भी गल अधूरी छोड़ दी है भी आया बनिया माशरे ने उसके करतूतां की वजह से कि कोने विच ला दिता सी, तुसे गल कीती है या कि वो अपने करतूतां तो शर्मिंदा हो के गल पे करदा है। एक वो अपनी कैफियत होंदी है, एक माशरा तो सतह ते पहुंचा छड़ना है। ये दो चीज़ां नहीं, दोवें चीज़ां ਜਿਹੜੀਆਂ ਨੇ ਨਾ ਉਹਨਾਂ ਤੋਂ ਰਿਜ਼ਲਟ ਹੈ ਬਰਾਮਦ ਹੁੰਦਾ ਹੈ ਨਾ। ਇੱਕ ਤੇ ਉਹ ਬੰਦਾ ਕੋਈ ਵੀ ਨਹੀਂ ਕਹਿੰਦਾ ਕਿ ਮੇਰੀ ਆਪਣੀ ਗਲਤੀ, ਅਗਰ ਬੰਦਾ ਆਪਣੀ ਗਲਤੀ ਮੰਨ ਲਵੇ, ਆਪਣੀਆਂ ਕਿਤਾਬਾਂ ਨੂੰ ਅੱਗ ਲਾ ਦੇਵੇ। ਸ਼ੇਖ ਬਟਾਲਵੀ ਨੂੰ ਕਹਿੰਦਾ ਸੀ ਉੱਥੇ ਲੁਧਿਆਣੇ ਕਿ ਮੈਂ ਆਪਣੀਆਂ ਕਿਤਾਬਾਂ ਨੂੰ ਅੱਗ ਲਾ ਦਿਆਂਗਾ, ਸਾਰੀਆਂ ਸਾੜ ਦਿਆਂਗਾ, ਤੂੰ ਮੈਨੂੰ ਯਾਤ ਮਸੀਹ ਸਾਬਤ ਕਰ ਦੇ ਕੁਰਾਨ ਤੋਂ। ਉਹਦਾ ਮਤਲਬ ਇਹ ਵੇ ਕਿ ਜੋ ਮੈਂ ਚਾਹੁੰਦਾ, ਜਿਨ੍ਹਾਂ ਲਫ਼ਜ਼ਾਂ ਨਾਲ ਮੈਂ ਚਾਹੁੰਦਾ, ਉਸ ਤਰ੍ਹਾਂ ਕੁਰਾਨ ਦੇ ਵਿੱਚ ਅਲਫਾਜ਼ ਹੋਣੇ ਚਾਹੀਦੇ ਨੇ, ਉਹ ਸਾਬਤ ਕਰ ਦੇ ਤਾਂ ਮੈਂ ਕਿਤਾਬਾਂ ਨੂੰ ਅੱਗ ਲਾ ਦਿਆਂ, ਵਰਨਾ ਮੈਂ ਆਪਣਾ ਇਲਹਾਮ ਜਿਹੜਾ ਉਹਨੂੰ ਸਹੀ ਸਮਝਣਾ। ਇਹ ਤੇ ਨਾ ਮੰਨਣ ਵਾਲੀਆਂ ਸ਼ਰਤਾਂ ਨੇ ਨਾ। ਉਹਨੇ ਕਦੇ ਵੀ ਆਪਣੀ ਗਲਤੀ ਨਹੀਂ ਮੰਨੀ। ਅਗਰ ਉਹ ਮੰਨ ਲੈਂਦਾ, ਇਹ ਜਿਹੜਾ ਮੁਸਲਿਮ ਮਊਦ ਵਾਲੀ ਗੱਲ ਹੈ ਸਾਫ਼ ਝੂਠੀ ਸਾਬਤ ਹੋਈ, ਬਲਕਿ ਉਹਨਾਂ ਦੇ ਸਾਹਮਣੇ ਇੰਨਾ ਜ਼ਲੀਲ ਔਰ ਰੁਸਵਾ ਹੋਇਆ ਕਿ ਕੋਈ ਗੁੰਜਾਇਸ਼ ਹੀ ਬਾਕੀ ਨਹੀਂ ਬਚਦੀ, ਕੋਈ ਤਵੀਲ ਹੋ ਨਹੀਂ ਸਕਦੀ। ਅਬਦੁੱਲਾ ਆਥਮ ਵਾਲੀ ਗੱਲ ਹੈ, ਖੁਦ ਨਵਾਬ ਮੁਹੰਮਦ ਖਾਨ ਪਿਆ ਕਹਿੰਦਾ ਹੈ ਕਿ ਇਹਦੀ ਤਾਂ ਹੁਣ ਕੋਈ ਤਵੀਲ ਵੀ ਨਹੀਂ ਹੋ ਸਕਦੀ। ਮਿਰਜ਼ਾ ਕਾਦੀਆਨੀ ਨੇ ਆਖਿਆ ਪੁੱਤਰ ਤੂੰ ਇਹ ਨਿੱਕਾ ਹੈ, मैं ऐसी तवील करांगा, मैं इश्तिहार तो इश्तिहार च पांदा 1000 नाम इश्तिहार, 2000 नाम इश्तिहार, 3000 4000 मैं तवीला करांगा। उस बंदे ने अपनी गलती नहीं तस्लीम की। अगर वो गलती तस्लीम कर लेंदा, नहीं तुसी मेरी गल समझे नहीं हो ना, ये गलती होनी इकरार करना। शेर जिहड़ा वो गलती तस्लीम करने की गल हो रही है अपनी जात उत्ते कि बता जी आना कि मैं गलती की। उसकी शेर की कैफियत दसदी है कि अपनी गलतियां तू शर्मिंदा हो के गल पे करदा कि मैं इतनी जल्द डिग गया। नहीं नहीं भाई, ये सराहत के नाल इजहार ते नहीं आया कि भाई मैं अपनी गलती की वजह तो इस मायूसी तक पहुंचा। ऐ ते उन्हें नहीं ना कहा ना, उन्हें दो चीज़ों का इजहार सराहत नाल नहीं कि मैं मुआशरे ते के इत्थे पहुंचा छड़िया या मैं अपनी गलती नाल पहुंचा, लेकिन मैं समझी इस गल्ला ते पहुंच गया। हां पहुंच गया। ऐ सिर्फ उत्ते अपनी मंजिल दा जिक्र करदा है, लेकिन मंजिल की वजह नहीं बयान करदा कि वजह की है। यानी मैनू मेरे करतूतां ने इत्थे तक पहुंचा दिता है या मुआशरे दे जुल्म सितम ने, लेकिन वो ये कहता है कि मैं इस मंजिल ते पहुंच गया जिहड़ी एक नाउमीदी और मायूसी दी आखिरी मंजिल है
کرم خاکی ہوں میرے پیارے نہ آدم زاد، ہوں بشر کی جائے نفرت اور انسانوں کی آر۔ مایوسی دیاں انیریاں دے وچ ڈبیا بندہ اے لکھدا ہے، اے انہاں تبصرہ کیتا ہے اور بالکل درست تبصرہ۔ اور مرزائیاں تے دوئے وجہ قابل قبول نہیں ہو سکدیاں جڑیاں دوست دسیاں نا، اے دوئے نہیں۔ جے آکھو نا کہ مرزا قادیانی اپنی غلطیاں دی وجہ تو شرمندہ ہے تاں بھی موت ہے، تے جے کدے آکھو کہ عوام اس نال کیتی ہے تاں بھی اے گل سچی سی کہ نہ نکرے لا دیتا ہے لوکاں نے۔ اے دے کوئی شے کوئی نہیں سی، بچی صاحب نے کس تسلیم کر کے گل کیتی ہے۔ اچھا یہ نشان 85 دا تسی کہندے سو اگر تسی فارغ ہو تے اے دا پازیٹیو کر کے وہاو حملہ بھی ہو پازیٹیو کی اے دا تبصرہ کردا ہے، پازیٹیو ترین تبصرہ۔ مرزائی ہو کے تبصرہ کرے گا تو کی کرے گا؟ اینا کو پازیٹیو کر دیو کہ مرزائی ہو کے تبصرہ کرے دیتے۔ یا رسول اللہ سون دو ذرا کہ جی عامر بھائی میں ایک گل وچ کراں عامر بھائی، میرے وہ یہ جڑا چھوٹا منہ تے بڑی بات ہے، میرے خیال دے مطابق آون والے 10 دنوں دے اندر اندر اے آئی انہاں یوز کرنی مرزائیاں نے، اور وہ مینوں پہلے پتہ لگ گیا ہے، میں آپ ہی کہہ رہا ہاں کہ انہوں نے بھی کوئی دے نال رامزادگی کرن گے اور دے وچوں نیگیٹو حقیقت الوحی دا ہیں اے حقیقت الوحی دا پازیٹیو سن لو جی، سنائیے جی۔ سناؤ۔ خوش آمدید۔ تو آج ہمارے سامنے مرزا غلام احمد قادیانی کی کتاب حقیقت الوحی ہے، اور خاص طور پر اس کا وہ حصہ صفحہ 200 سے 407 تک جس میں مصنف نے اپنی سچائی کے ثبوت میں سینکڑوں نشانات پیش کیے ہیں۔ اور دیکھیں آج ہماری گفتگو کا جو مرکزی سوال ہے وہ بھی اسی سے جڑا ہے۔ سوال یہ ہے کہ ان نشانیوں کی اصل نوعیت کیا ہے؟ کیا یہ واقعی ایسے غیر معمولی معجزات ہیں جو صرف کسی نبی سے ہی ظاہر ہو سکتے ہیں، یا پھر ان میں ایسے دعوے بھی ہیں جو عام انسانی تجربات پر مبنی ہیں جنہیں ایک خاص رنگ دے دیا گیا ہے؟ بالکل، اور یہ واضح کرنا بہت ضروری ہے کہ ہمارا مقصد یہاں کوئی فیصلہ سنانا نہیں ہے، ہم صرف غیر جانبداری سے اس مواد کا تجزیہ کریں گے جو کتاب میں موجود ہے۔ یہ سمجھنے کی کوشش کریں گے کہ مصنف خود اپنے نشان کی تعریف کیسے کرتے ہیں اور کن واقعات کو اپنی صداقت کی دلیل بناتے ہیں۔ بہت خوب، تو آئیے سب سے واضح قسم کے نشانات سے شروع کرتے ہیں۔ میرا مطلب ہے پیش گوئیوں سے۔ کتاب میں مستقبل کے بارے میں بہت سی خبریں دی گئی ہیں، ان کے بارے میں کیا کہا گیا ہے؟ جی، یہ حصہ بہت دلچسپ ہے۔ کتاب میں ایسی پیش گوئی کا ذکر ہے جو مصنف کے مطابق پوری ہوئی، کچھ ایسی ہیں جو آپ کہہ سکتے ہیں کہ جزوی طور پر پوری ہوئیں، اور کچھ ایسی بھی ہیں جو بالکل مختلف طریقے سے ظاہر ہوئیں یا سرے سے پوری نہیں ہوئی۔ ایک منٹ، یہ آخری بات، مطلب ایک پیش گوئی کا پورا نہ ہونا بھی ایک نشانی ہے؟ یہ تو روایتی تصور کے بالکل الٹ ہے۔ عام طور پر تو پیش گوئی کا سچا ہونا ہی دلیل مانا جاتا ہے۔ آپ نے بالکل صحیح نقطہ پکڑا ہے۔ کتاب میں اس کی ایک بہت خاص وضاحت دی گئی ہے۔ مصنف کہتے ہیں کہ خدا کی کچھ پیش گوئیاں حتمی نہیں ہوتی، وہ وعید پر مبنی ہوتی ہیں، یعنی ایک قسم کی وارننگ۔ وارننگ؟ جی، اور اگر لوگ توبہ کر لیں، دعا کریں یا صدقہ دیں تو خدا اس تنبیہ کو ٹال سکتا ہے۔ تو اس منطق کے تحت پیش گوئی کا ٹل جانا وہ بھی ایک نشانی بن جاتا ہے۔ بالکل، وہ اس شخص کی دعا کی قبولیت اور خدا کی رحمت کا نشان بن جاتا ہے۔ اچھا، یہ تو ایک ایسی منطق لگتی ہے جسے شکست نہیں دی جا سکتی، یعنی اگر پیش گوئی پوری ہو جائے تو دعویٰ سچا، اور اگر نہ ہو تب بھی دعویٰ سچا۔ جی، کتاب میں پیش کردہ استدلال یہی ہے، لیکن یہاں ایک بہت کے اندازے میں فرق کس کیا بھائی روکو ذرا میں بی بی نو ڈکو ہی نہیں کی مہربانی شروع کرتے ہیں اینو یہ پازیٹیو آ آج تو باہر ہو گئی یہ گل ہے نا دی ڈکو بھائی یہ نشان پا کے دس رہے نا او زاکیا تھا مر گئی اینو روکو اس طریقے موجزہ ہوندا کہ بھائی نہ پوری ہوئی تے دعا جڑی ہے وہ پوری ہو جاندی ہے، پیش گوئی نہ پوری ہوئی تے دعا پوری ہو گئی۔ میں تاں ہی آکھیا ہیلو بی بی ایڈا نہ دیر بعد مردا ہی مار جان گے، اے پازیٹیو ترین ہے۔ تو ہاں جی میں تانوں کہہ رہا یہ جھوٹ دا پلندہ ہے بھائی، یہ وچ تسی جو بھی پاؤ گے نا یہ وچ خنزیر دا قیمہ ہی نکلدا پیا، بھاویں جہاں مرضی پا لو، یہ سارا خنزیر ہی ہے۔ چلو جی پلے کرو جی اگے۔
से किया जाएगा। सही, उसकी मौजाती हैसियत का तायुन कैसे होगा? बिल्कुल। ठीक है, तो पेशगोइयों का तस्वुर तो काफी लचकदार है, लेकिन किताब सिर्फ मुस्तकबिल की खबरों पर इन्हिसार नहीं करती। ऐसा लगता है कि जाती तजर्बात जैसे ख्वाब और इल्हामात पर बहुत ज्यादा जोर है। जी हाँ, बिल्कुल। किताब का एक बहुत बड़ा हिस्सा मुसन्निफ के जाती रूहानी तजर्बात पर मुश्तमिल है। उनमें ख्वाब हैं, कश्फ हैं और इल्हामात हैं। यानी वो दावा करते हैं कि उन्हें खुदा की तरफ से खास अल्फाज या जुमले मौसूल हुए, जैसे इन्नी जाइलुन फिल अर्दी खलीफतन, मैं जमीन में एक खलीफा बनाने वाला हूँ। जी, और ऐसे सैकड़ों इल्हामात किताब में दर्ज हैं। लेकिन यहाँ एक सवाल है, हर इंसान को कभी ना कभी कोई बहुत गहरा, बहुत वाज़ेह ख्वाब आता है, या दिल में कोई ऐसा ख्याल आता है जो बाद में सच साबित हो जाता है। तो किताब इस आम इंसानी तजुर्बे और एक इलाही निशान में फर्क कैसे करती है? मुसन्निफ का मौक़िफ़ ये है कि एक आम इंसान को जिंदगी में शायद चंद सच्चे ख्वाब आ जाएं, लेकिन किसी एक शख्स पर इस कसरत से मुसलसल और एक खास मकसद के तहत इल्हामात का उतरना ये आम बात नहीं। अच्छा। उनके नजदीक ये महज इत्तेफाक या इंसानी नफ्सियात का खेल नहीं हो सकता, बल्कि ये खुदा के साथ एक जिंदा और मुसलसल ताल्लुक की इलामत है। तो इसका मतलब ये हुआ कि मौजिज़ा कोई एक ख्वाब या इल्हाम नहीं, बल्कि इन सैकड़ों तजुर्बात का एक जगह जमा हो जाना है। बिल्कुल। और दूसरी अहम बात यह है कि इन तजुर्बात की तस्दीक का कोई बैरूनी जरिया नहीं होता। मतलब ये मुकम्मल तौर पर उनके अपने बयान पर मबनी है। जी, उनको मानने के लिए आपको पहले मुसन्निफ की शख्सियत पर भरोसा करना होगा। ठीक है, तो हमने पेशगोइयों को देखा जिनमें लचक है, और जाती तजुर्बात को देखा जिनकी बैरूनी तस्दीक मुमकिन नहीं। अब तीसरी किस्म की तरफ आते हैं, और यहाँ कुछ वाकई दिलचस्प मिसालें हैं। किताब में बस रुक लो ਇਹ ਦੋਵੇਂ ਉਹਨੇ ਜੁੱਤੀਆਂ ਮਾਰੀਆਂ ਨੇ ਭੇ ਭੇ ਕੇ, ਪਰ ਉਹਨਾਂ ਨੂੰ ਹੁੰਦੀਆਂ ਨੇ ਲੱਗਦੀਆਂ ਉਹਨਾਂ ਨੂੰ ਨੇ ਜਿਨ੍ਹਾਂ 'ਚ ਕੋਈ ਗੈਰਤ ਹੋਵੇ ਨਾ, ਜਿਨ੍ਹਾਂ 'ਚ ਕੋਈ ਸ਼ਰਮ ਹੋਵੇ, ਬਿਲਕੁਲ ਉਹਨਾਂ ਨੂੰ ਇਹ ਜੁੱਤੀਆਂ ਉਹਨੇ ਮਾਰੀਆਂ ਨੇ। ਪੇਸ਼ਗੋਈਆਂ 'ਚ ਲਚਕ ਹੈ, ਔਰ ਬਹੁਤ ਜ਼ਿਆਦਾ ਲਚਕ। ਉਹਨੇ ਪਹਿਲੇ ਕਿਹਾ ਕਿ ਪੇਸ਼ਗੋਈਆਂ 'ਚ ਬਹੁਤ ਜ਼ਿਆਦਾ ਲਚਕ ਹੈ ਕਿ ਭਾਈ ਉਹ ਤੋਬਾ ਕਰ ਲੋ ਤੇ ਤੋਬਾ ਦੇ ਤਰੀਕੇ ਨਾਲ ਇੰਜ ਕਰਕੇ ਉਹ ਅੱਲਾ ਦੀ ਰਹਿਮਤ ਹੋ ਜਾਂਦੀ ਹੈ। ਇੱਕ ਤੇ ਉਹਨੇ ਆਖਿਆ ਪੇਸ਼ਗੋਈਆਂ ਦੇ ਵਿੱਚ ਲਚਕ ਹੈ ਬਹੁਤ ਜ਼ਿਆਦਾ। ਦੂਸਰੀ ਉਹਨੇ ਕਿਹੜੀ ਗੱਲ ਕੀਤੀ ਹੈ ਹੁਣ? ਉਸ ਬੰਦੇ ਦਾ ਆਪਣਾ ਸਾਥੀ ਜ਼ਹਿਨ ਤੇ ਉਹਦੇ ਤੇ ਚੱਲਣਗੀਆਂ। ਉਸ ਬੰਦੇ ਤੇ ਇਤਬਾਰ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਤੁਸੀਂ ਪੁੱਛਣਾ ਚਾਹ ਰਹੇ ਹੋ। ਇੱਕ ਮਿੰਟ ਦੁਬਾਰਾ ਫਿਰ ਅਮਰ ਭਾਈ ਹੋਰ ਗੱਲ ਪੁੱਛਣਾ ਚਾਹ ਰਹੇ ਨੇ। ਮੈਨੂੰ ਅੱਗੇ ਤੁਸੀਂ ਕੀ ਪੁੱਛਣਾ? ਇਹ ਜਿਹੜਾ ਨਾ AI ਦਾ ਇਹ ਹੈਗਾ ਵਾ ਕਿ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਵਾਸਤੇ ਅਗਰ ਕੋਈ ਸਖਤ ਵੀ ਕ੍ਰਿਟਿਸਿਜ਼ਮ ਹੁੰਦੀ ਹੋਏ ਨਾ ਉਸ ਬੰਦੇ ਤੇ, ਤਾਂ ਵੀ ਇਹ ਪੋਲੇ ਲਫ਼ਜ਼ ਕਰ ਦਿੰਦੀ ਹੈ, ਯਾਨੀ ਸਖਤੀ ਨਹੀਂ ਕਰ ਲਚਕਨ ਕਿਹਾ ਵਾ ਨਾ। ਇਹ ਅਗਰ AI ਹੁੰਦੀ ਨਾ ਪੰਜਾਬਣ ਤੇ ਇਹਨੇ ਕਹਿਣਾ ਜਿਹੜੀਆਂ ਸਿੱਧੀਆਂ ਝੂਠੀਆਂ ਨਿਕਲੀਆਂ ਨੇ ਉਹਨੂੰ ਇਹਨੇ ਲਚਕ ਕਹਿ ਦਿੱਤਾ। ਤੁਸੀਂ ਜਿਹੜੀ ਗੱਲ ਪੁੱਛ ਰਹੇ ਹੋ ਇਹ ਵੇ ਕਿ ਇਹ ਪੇਸ਼ਗੋਈਆਂ ਤੇ ਇਹ ਮੰਨਣ ਵਾਸਤੇ ਪਹਿਲੇ ਉਸ ਬੰਦੇ ਨੂੰ ਮੰਨਣਾ ਜ਼ਰੂਰੀ ਹੈ। ਉਹਨੂੰ ਮੰਨੋਗੇ ਤਾਂ ਫਿਰ ਤੁਸੀਂ ਇਹਨੂੰ ਮੰਨ ਸਕਦੇ ਹੋ। ਨਹੀਂ ਆ ਹੁਣ ਜਿੱਥੇ ਉਹਨੇ ਲਫ਼ਜ਼ ਆਖੇ ਨੇ ਨਾ, ਇੱਕ ਤੇ ਇਹਨਾਂ 'ਚ ਪੇਸ਼ਗੋਈਆਂ 'ਚ ਲਚਕ ਕੇ, ਦੂਜੀ ਉਹਨੇ ਗੱਲ ਕੀਤੀ ਜ਼ਰਾ ਦੁਬਾਰਾ ਸੁਣਾ ਸਕਦੇ ਪਿੱਛੇ ਕਰਕੇ ਕਿ ਨਹੀਂ ਪਿੱਛੇ ਹੋ ਸਕਦੇ? अच्छा अमर भाई जो तक पीछे करते हैं मकसद के तहत इल्हामात को उतरना ये आम बात नहीं। अच्छा। उनके नजदीक ये महज इत्तेफाक या इंसानी नफ्सियात का खेल नहीं हो सकता, बल्कि ये खुदा के साथ एक जिंदा और मुसलसल ताल्लुक की इलामत है। तो इसका मतलब ये हुआ कि मौजिज़ा कोई एक ख्वाब या इल्हाम नहीं, बल्कि इन सैकड़ों तजुर्बात का एक जगह जमा हो जाना है। बिल्कुल। और दूसरी अहम बात यह है कि इन तजुर्बात की तस्दीक का कोई बैरूनी जरिया नहीं होता। मतलब ये मुकम्मल तौर पर उनके अपने बयान पर मबनी है। जी, उनको मानने के लिए आपको पहले मुसन्निफ की शख्सियत पर भरोसा करना होगा। ठीक है इसी गल। हाँ, मैंने समझ आ गया। एक तो उन्हें क्या कि पेशगोइयां जी बहुत ज्यादा लचक है, दूसरा उन्हें क्या है कि ਇਹਦੇ ਵਿੱਚ बैरूनी शहादत कोई नहीं है, यानी आप ही मैं ਚੰਗੀ ਭਲੀ ਤੇ ਆਪ ਹੀ ਮੈਂ ਪਤਾ ਨਹੀਂ ਕੀ ਉਹ ਇੱਕ ਮੁਹਾਵਰਾ ਬੋਲਦੇ ਨੇ, आप ही मेरे बच्चे जीवन है। आपे नाती तोती आपे मेरा जीवे बच्चा कोई इस तरह नहीं है। आपे ही मैं नाती तोती ते आपे ही आपे मेरा बच्चा जीवे। अच्छा, आपे मेरे बच्चे जीवन। बिल्कुल आमिर भाई मैं कहता हूँ करो गल। इस एक निशान पे मैं इनका डिबेट ना करवा दूं AI का ही।
हाँ हाँ करवा दो मैंने पैसे दिए हुए हैं तो डिबेट करवा देता हूँ, मेरे को निशान बता दे बस। अच्छा ठीक है, कोई चूज मैं कह रहा आमिर कि भाई जेड़ा तजजिया कंप्लीट कर लवो फिर मेरी एक गल ला लेना छोटी जी बात। हाँ जी हाँ जी, जेड़ा उन्हें कहा ना कि बैरूनी शहादत दस्तयाब नहीं है, बैरूनी शहादत दस्तयाब नहीं, एक सुलझी जी जुत्ती है, सुलझा जा छितर है, जेड़ा बंदा जिस तरह हाँ जी। सानू साहब जी इन्होंने छितर मार दे हल्का 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 हल्का, हालांकि मैं उन्होंने कहता रहना भी ये कौम ਇਹਦੇ ਵਾਲੀ नहीं है, जिन्ने कि तुसी इन्हां दी हल्की फुल्की बेइज्जती करदे हो ਇਹਨੂੰ महसूस ही नहीं करते, ये ढीठ जे बंदे ने। ਇਹ ਉਸ ਤਰ੍ਹਾਂ ਦੀ ਸੈਣੀ ਸਾਹਿਬ ਹਾਰਦਾ ਹੈ ਕੋਈ ਤਜਜ਼ੀਆ ਨਗਾਰ ਹੈ ਜਿਹੜਾ ਪਿਆ ਕਹਿੰਦਾ ਹੈ ਕਿ ਬਰੂਨੀ ਸ਼ਹਾਦਤ ਵੀ ਉੱਥੇ ਦਸਤਿਆਬ ਨਹੀਂ ਹੈ, ਯਾਨੀ ਤੁਸੀਂ ਅੱਖਾਂ ਬੰਦ ਕਰਕੇ ਅੰਨ੍ਹੇਵਾਹ ਉਹਨੂੰ ਮੰਨਣਾ ਹੈ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਜਾਂ ਕਿਸੇ ਦੀ ਗੱਲ ਨੂੰ ਤਸਲੀਮ ਕਰਦਾ ਹੈ ਨਾ ਬੰਦਾ ਦਲੀਲ ਨੂੰ, ਤੇ ਹਮੇਸ਼ਾ ਉਹ ਦਲੀਲ ਤਸਲੀਮ ਹੁੰਦੀ ਹੈ ਜਿਹੜੀ ਕਿਸੇ ਮੁਖਾਲਫ ਨੂੰ ਜਾਂ ਕਿਸੇ ਗੈਰ ਜਾਨਬਦਾਰ ਬੰਦੇ ਨੂੰ ਵੀ ਤਸਲੀਮ ਹੋਵੇ, ਵਰਨਾ ਤੇ ਧੱਕਾ ਹੀ ਹੈ ਨਾ, ਜ਼ਬਰਦਸਤੀ ਹੈ ਨਾ ਕੋਈ ਗੱਲ ਮਨਾਉਣ ਵਾਲੀ, ਕਿਉਂਕਿ ਅੱਬਾ ਜੀ ਨੇ ਆਖਿਆ ਤੇ ਤੂੰ ਹੁਣ ਗੱਲ ਮੰਨ, ਅੱਬਾ ਜੀ ਦਾ ਹੁਕਮ ਸਾਡੇ ਵਾਸਤੇ ਵਾਜਿਬੁਲ ਇਤਾਅਤ ਨੇ, ਉਹ ਤੇ ਮੰਨ ਜਾ। ਲੇਕਿਨ ਜੇ ਉਹ ਦਲੀਲ ਬਾਦਲੀਲ ਹੋਵੇਗੀ ਉਹਦੀ ਬੈਰੂਨੀ ਸ਼ਹਾਦਤ ਵੀ ਹੋਵੇਗੀ, ਮਹੱਲਾ ਵੀ ਆਖੇਦਾ ਕਿ ਤੁਹਾਡਾ ਪਿਓ ਸਹੀ ਪਿਆ ਕਹਿੰਦਾ, ਹੱਤਾ ਕਿ ਜਿਹੜਾ ਸਾਡਾ ਸ਼ਰੀਕ ਹੈ ਨਾ ਉਹ ਵੀ ਆਖੇਗਾ ਕਿ ਤੁਹਾਡਾ ਪਿਓ ਸਹੀ ਪਿਆ ਕਹਿੰਦਾ, ਮੁੜਿਓ ਤੁਹਾਡਾ ਪਿਓ ਸਹੀ ਪਿਆ ਕਹਿੰਦਾ। ਇਹ ਹੁੰਦੀ ਹੈ ਬੈਰੂਨੀ ਸ਼ਹਾਦਤ। ਤੇ ਜੇ ਬੈਰੂਨੀ ਸ਼ਹਾਦਤ ਕੋਈ ਨਹੀਂ, ਇਹਦਾ ਮਤਲਬ ਘਰ ਦੇ ਅੰਦਰ ਹੀ ਗੱਲ ਹੈ, ਅੱਬਾ ਜੀ ਦਾ ਹੁਕਮ ਹੈ ਤੇ ਚੁੱਪ ਕਰਕੇ ਮੰਨੀ ਆਵੋ, ਇਹ ਜੇ ਉਹਦੀ ਗੱਲ ਕਰਨ ਦਾ ਮਤਲਬ ਇੱਕ ਤੇ ਅੱਛਾ ਅਮਰ ਭਾਈ ਇਹਦੇ ਚ ਬੈਰੂਨੀ ਸ਼ਹਾਦਤ। ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਨਾ ਉੱਥੇ ਪਤਾ ਕੀ ਗੱਲ ਬਣਦੀ ਹੈ, ਇਹ ਸੂਰ ਗੋਲੀ ਨਾਲ ਹੀ ਮਾਰਨਾ ਪੈਣਾ ਹੈ, ਗੱਲ ਨਾਲ ਨਹੀਂ। ਬੰਦਾ ਤੇ ਗੱਲ ਨਾਲ ਹੀ ਮਾਰ ਦਿੰਦਾ, ਸੂਰ ਨੂੰ ਗੋਲੀ ਨਾਲ ਮਾਰਨਾ ਪੈਂਦਾ, ਗੱਲ ਠੀਕ ਹੈ। अच्छा जी ठीक है, तो हमने पेशगोइयों को देखा जिनमें लचक है और जाती तजुर्बात को देखा जिनकी बैरूनी तस्दीक मुमकिन नहीं। अब तीसरी किस्म की तरफ आते हैं और यहाँ कुछ वाकई दिलचस्प मिसालें हैं। किताब में बज़ाहिर बहुत मामूली और आम जिंदगी के वाकयात को भी निशान के तौर पर पेश किया गया है। जी, इसकी सबसे नुमाया मिसालें दुआओं की कबूलियत से मुताल्लिक हैं या फिर मुखालिफिन के अंजाम से। किताब में दर्जनों ऐसे वाकयात हैं जहां मुसन्निफ ने किसी खास मकसद के लिए दुआ की और वो पूरी हो गई। जी, या किसी मुखालिफ ने उनकी मुखालिफत की और कुछ अरसे बाद वो किसी बीमारी, हादसे या माली नुकसान का शिकार हो गया। ये तो बहुत ही गैर मामूली दावा है, यानी किताब ये कह रही है कि मुसन्निफ की जात और दुनिया में होने वाले वाकयात के दरमियान एक बराह रास्त ताल्लुक है। किताब में पेश करदा मंतक तो यही है, ये वाकयात को वजह और नतीजे के एक ऐसे इलाही निजाम से जोड़ती है जिसका मरकज मुसन्निफ की साथ है। गोया एक पूरा सिस्टम है जो उनकी हिमायत में काम कर रहा है। बिल्कुल। लेकिन मंतक की जबान में तो इसे कोरिलेशन वर्सेस कॉजेशन का मुगालता कहते हैं, यानी दो वाकयात का एक साथ होना ये तो साबित नहीं करता कि एक दूसरे की वजह से हुआ है। आप बजा फरमा रही हैं, मंतिकी एतबार से ये कमजोर दलील है, लेकिन किताब इसे मंतिक के पैमाने पर पेश ही नहीं करती, वो इसे ईमान के पैमाने पर पेश करती है। अच्छा। किताब का इस्तिदलाल ये है कि जब ऐसे वाकयात एक बार नहीं, दो बार नहीं, बल्कि सैकड़ों बार एक ही शख्स के साथ और उसके मुखालिफिन के साथ एक खास तरतीब में पेश आए तो उसे महज इत्तिफाक करार नहीं दिया जा सकता। तो इसे एक गैबी तायद का निशान समझा जाए जी, है जिसे खास अकीदे के तहत मौजज़ाती तशरीह पहनाई जा रही है। किताब का मौक़िफ़ यही है कि इन आम वाक़यात को उनके सियाक़ो सबाक़ में देखा जाए, यानी ये किसकी हिमायत में और किसकी मुखालिफत में हो रहे हैं, तब इनकी मौजज़ाती हैसियत वाज़ेह होती है। ठीक है, तो आइए अब इन सब बातों को समेटते हैं। जब हम इन तमाम निशानात को एक साथ देखते हैं हाँ जी बना के दिखाए ना। मलक इमरान ਨੂੰ ਪਹਿਲਾਂ ਤਬਸਰਾ ਕਰ ਲਓ, ਮਲਕ ਇਮਰਾਨ ਕਰ ਲਾ ਤਬਸਰਾ। ਨਹੀਂ ਆਮਿਰ ਭਾਈ ਉਹ ਤੁਹਾਡੇ ਕਹਿਣੇ ਤੇ ਰੋਕ ਨਾ ਰਹੇ ਤੇ ਮੈਂ ਉੱਚੀ ਆਵਾਜ਼ ਨਾਲ ਕਿਹਾ। ਅੱਛਾ ਅੱਛਾ, ਮੈਂ ਕਿਹਾ ਤਬਸਰਾ ਕਰਾਂ। ਮੈਂ ਕਿਹਾ ਜਿਹੜੀ ਤੀਸਰੀ ਉਹਨੇ ਸ਼ਹਾਦਤ ਦਿੱਤੀ ਹੈ ਨਾ, ਇੱਕ ਤੇ ਉਹਨੇ ਹੈ ਪੇਸ਼ਗੋਈ ਲਚਕਦਾਰ ਨੇ, ਦੂਜਾ ਹੈ ਕਿ ਬਰੂਨੀ ਸ਼ਹਾਦਤ ਕੋ ਨਹੀਂ, ਤੀਜਾ ਉਹਨੇ ਇਹ ਆਖਿਆ ਕਿ ਆਮ ਜਿਹੜੇ ਜ਼ਿੰਦਗੀ ਦੇ ਛੋਟੇ ਮੋਟੇ ਵਾਕਿਆਤ ਨੇ ਨਾ ਉਹਨਾਂ ਨੂੰ ਮੌਜਜ਼ਾ ਬਣਾਇਆ ਹੈ। ਸਾਲ ਹਰ ਸਾਲ ਤੋਂ ਇਹੀ ਗੱਲ ਕਹਿ ਰਹੇ ਨੇ ਅਸੀਂ ਕੀ ਕਹਿ ਰਹੇ ਹਾਂ ਕਿ ਦੰਦ 'ਚ ਦਰਦ ਸੀ, ਮੇਰੀ ਦੰਦ 'ਚ ਦਰਦ ਸੀ। ਹਾਂ
ਉਹਨੂੰ ਮੈਂ ਕਿਹਾ ਟਾਸਕ ਦਿੱਤਾ ਸੀ ਵੀ ਇਹਨੂੰ ਮੌਜਜ਼ਾ ਕਰ ਵੀ ਬਣਾਓ, ਬਤਾਓ ਇਹ ਮੌਜਜ਼ੇ ਕਿਸ ਤਰੀਕੇ ਨੇ। ਉਹ ਹੁਣ ਵਿਚਾਰਾ ਕੀ ਕਰ ਰਿਹਾ ਵੇ, ਇਹ ਜਦੋਂ ਕ੍ਰਿਟਿਸਾਈਜ਼ ਕਰਦੀ ਹੈ ਕੁੜੀ ਤੇ ਉਹ ਕਹਿੰਦਾ ਵਾ ਨਹੀਂ ਇਹ ਚੂੰਕਿ ਤਸਲਸਲ ਦੇ ਨਾਲ ਤੇ ਇਕੱਠੇ ਇੱਕੋ ਬੰਦੇ ਵਾਸਤੇ ਹੁਣ ਤਾਂ ਮੌਜਜ਼ਾ ਬਣ ਰਿਹਾ। ਇਹ ਦਲੀਲ ਹੈ ਮੌਜਜ਼ਾ ਬਣਨ ਦੀ ਕਿ ਬਈ ਪੈ ਦਰ ਪੈ ਵਾਕਿਆਤ, ਪੈ ਦਰ ਪੈ ਝੂਠ ਲਿਖੇ ਨੇ ਨਾ। ਮੈਂ ਪਿਆ ਕਹਿਣਾ ਕਿ ਇਹ ਆਮ ਵਾਕਿਆਤ ਸਨ। ਦੰਦ ਨੂੰ ਦਰਦ ਹੋਇਆ ਤੇ ਕਹਿੰਦਾ, ਮੈਂ ਕਿਹਾ ਇੱਕ ਬੰਦੇ ਨੂੰ ਪੁੱਛਿਆ ਬਈ ਯਾਰ ਦੰਦ ਦੇ ਦਰਦ ਦਾ ਕੋਈ ਇਲਾਜ ਹੈ? ਉਹਨੇ ਕਿਹਾ ਦੰਦ ਦੇ ਦਰਦ ਦਾ ਕੀ ਇਲਾਜ ਹੈ, ਮਰਾਜ਼ੇ ਦੰਦਾਂ ਖਰਾਜੇ ਦੰਦਾਂ, ਦੰਦ ਜੇ ਦਰਦ ਤੇ ਇਹ ਘਟਾਣਾ ਹੀ ਪੈਣਾ, ਹੋਰ ਕੋਈ ਇਲਾਜ ਨਹੀਂ ਹੈ। ਕਹਿੰਦਾ ਮੈਂ ਮੰਜੀ ਦੇ ਪਾਵੇ ਨਾਲ ਸਿਰ ਰੱਖ ਕੇ ਸੌਂ ਗਿਆ ਤੇ ਉੱਠਿਆ ਤੇ ਦੰਦ ਦਾ ਦਰਦ ਸਹੀ ਹੋ ਗਿਆ। ਇਹ ਮੌਜਜ਼ਾ ਹੈ। ਪੈਨਸਲ ਦਾ ਸਿੱਕਾ ਚੁੱਭ ਗਿਆ ਤੇ ਉਹਦੇ ਨਾਲ ਮੈਂ ਮਰਿਆ ਨਹੀਂ, ਫਲਾਣੇ ਪਿੰਡ ਇੱਕ ਬੰਦੇ ਨੂੰ ਪੈਨਸਲ ਦਾ ਸਿੱਕਾ ਚੁੱਭਿਆ ਸੀ ਤੇ ਉਹ ਮਰ ਗਿਆ ਸੀ। ਇਹ ਮੌਜਜ਼ਾ ਹੈ। ਇਹ ਉਹ ਮਾਮੂਲੀ ਵਾਕਿਆਤ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਨਾਲ ਰੋਜ਼ਮਰਰਾ ਚ ਹੁੰਦੇ ਨੇ। ਮੈਨੂੰ ਨਹੀਂ ਪਿਛਲੇ ਤੋਂ ਪਿਛਲੇ ਹਫ਼ਤੇ ਦਰਦ ਸੀ, ਮੈਂ ਤੁਹਾਨੂੰ ਆਖਿਆ ਮੇਰੀਆਂ ਨੇ ਚੀਕਾਂ ਕਢਾਤੀਆਂ, ਰਵਾਇਆ ਮੈਨੂੰ ਇਹਨੇ ਇਸ ਦਰਦ ਨੇ। ਦੰਦ ਦਾ ਦਰਦ ਔਖਾ ਕਰ ਲੈਂਦਾ ਬੰਦੇ ਨੂੰ, ਹੋ ਜਾਂਦਾ, ਇਹਨੂੰ ਮੌਜਜ਼ਾ ਬਣਾ ਲੇ ਬੰਦਾ। ਪੈਨਸਲ ਦਾ ਸਿੱਕਾ ਚੁੱਭ ਗਿਆ, ਮੈਂ ਮਰਿਆ ਨਹੀਂ, ਇਹਨੂੰ ਮੌਜਜ਼ਾ ਬਣਾ ਲਈਏ। 80 ਸਾਲ ਹਰ ਸਾਲ ਤੋਂ ਇਹੀ ਕਹਿ ਰਹੇ ਹਾਂ ਨਾ, ਇਹ ਜਿਹੜੇ ਰੋਜ਼ਮਰਰਾ ਦੇ ਮਾਮੂਲੀ ਵਾਕਿਆਤ ਸਨ, ਇਸ ਬੰਦੇ ਨੇ ਉਹਨਾਂ ਨੂੰ ਵੀ ਮੌਜਜ਼ਾਤ ਬਣਾ ਕੇ ਆਪਣੀਆਂ ਕਿਤਾਬਾਂ ਦੇ ਵਿੱਚ ਦਰਜ ਕੀਤਾ। ਇਹੋ ਹੀ ਗੱਲ ਉਹ ਕਹਿ ਰਹੀ ਹੈ। ਹੁਣ ਜੇ ਇਹਦੇ ਵਿੱਚ ਤੁਸੀਂ ਕੋਈ ਮਸਾਲਾ ਪਾਇਆ ਤੇ ਤੁਹਾਨੂੰ ਪਤਾ ਹੈ, ਲੇਕਿਨ ਮੇਰੀ ਨਜ਼ਰ ਦੇ ਮੁਤਾਬਕ ਜੋ ਤਬਸਰਾ ਹੈ, ਮੇਰਾ ਵੀ ਇਹੋ ਹੀ ਤਬਸਰਾ ਹੈ ਔਰ ਸਾਲ ਸਾਲ ਤੋਂ ਇਹੀ ਤਬਸਰਾ ਹੈ ਕਿ ਵੀ ਇਹ ਮਾਮੂਲੀ ਗੱਲਾਂ ਨੂੰ ਮੌਜਜ਼ੇ ਬਣਾਏ ਨੇ, ਨਿਸ਼ਾਨ ਬਣਾਏ ਨੇ ਆਪਣੀ ਚਰਬ ਜ਼ਬਾਨੀ ਨਾਲ, ਹੇਰਾ ਫੇਰੀਆਂ ਕੀਤੀਆਂ ਨੇ। ਹਕੀਕਤ ਇਹ ਵੇ ਕਿ ਮੌਜਜ਼ਾਤ ਤੇ ਉਹ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਇਨਸਾਨ ਦੀ ਅਕਲ ਹੀ ਆਜਜ਼ ਆ ਜਾਏ। ਜਿੱਥੇ ਆਖਿਆ ਮੁਬੀਨ, ਹਾਂਜੀ, ਜਿਸ ਵਾਕਿਆ ਨੂੰ ਵੇਖ ਕੇ ਦੁਸ਼ਮਣ ਆਖੇ ਨਾ ਹਾਜ਼ਾ ਸਿਹਰ ਮੁਬੀਨ, ਇਹ ਜਾਦੂ ਹੈ, ਇਹ ਜਾਦੂ ਹੈ ਜਿਹੜਾ ਅਸੀਂ ਨਹੀਂ ਜਾਣਦੇ। ਤੂੰ ਜਾਣਨਾ ਹੈ, ਤੂੰ ਇਹਨੂੰ ਜਾਦੂ ਕਰਕੇ ਵਹਾਇਆ, ਵਰਨਾ ਸਾਡੇ ਕੋਲੇ ਹੁੰਦਾ ਤੇ ਅਸੀਂ ਵੀ ਹਰੇ ਵਹਾ ਲੈਂਦੇ। ਇਹ ਕੋਈ ਜਾਦੂ ਸ਼ਾਦੂ ਹੈ। ਜਿੱਥੇ ਬੰਦੇ ਦੀ ਬਸ ਹੋ ਜਾਂਦੀ ਹੈ ਨਾ, ਉਹਦਾ ਨਾਮ ਮੌਜਜ਼ਾ ਹੈ। ਇਹ ਦੰਦ ਦਰਦ ਦਾ ਆਰਾਮ ਆ ਜਾਣਾ ਮੌਜਜ਼ਾ ਹੁੰਦਾ ਹੈ। ਪੈਨਸਲ ਦਾ ਸਿੱਕਾ ਚੁੱਭ ਜਾਣਾ, ਮਰ ਜਾਣਾ, ਇਹ ਮੌਜਜ਼ੇ ਹੁੰਦੇ ਨੇ। ਇਹਨੇ ਮੌਜਜ਼ਾ ਬਣਾਇਆ। ਤਰੇ ਗੱਲਾਂ ਉਹਨੇ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਬਈ ਰਾਮ ਨਾਲ ਉਹਨੇ ਹਲਕੀ ਜਿਹੀ ਜੁੱਤੀ ਲਾ ਕੇ ਨਾ ਇੱਕ ਮਾਰੀ ਹੈ ਪਹਿਲਾਂ, ਕੋਈਆਂ ਲਚਕਦਾਰ ਨੇ, ਫਿਰ ਉਹਨੇ ਦੂਜੀ ਕੰਡ 'ਚ ਸੱਟੀ, ਉਹਨੇ ਆਖਿਆ ਬੈਰੂਨੀ ਸ਼ਹਾਦਤ ਕੋਨੀ, ਤੀਜੀ ਉਹਨੇ ਇਹ ਜੁੱਤੀ ਭੇ ਕੇ ਮਾਰੀ ਹੈ। ਬਈ ਇਹ ਮਾਮੂਲੀ ਵਾਕਿਆਤ ਨੇ, ਇਹਨਾਂ ਨੂੰ ਮੌਜਜ਼ੇ ਆਖਣਾ। कोई शर्म होती है, कोई हया होती है मिर्जाइयों, पर तुम्हारे मिर्जा को क्या पता कि ये क्या होती है। चलो जग्गे प्ले करो। आदि हैसियत वाज़ेह होती है। ठीक है, तो आइए अब इन सब बातों को समेटते हैं। जब हम इन तमाम निशानात को एक साथ देखते हैं, ऐसी पेशगोइयां जो बदल सकती हैं, जाती ख्वाब जिनकी तस्दीक मुमकिन नहीं, जाना अगर मोजज़े की रिवायती तारीफ यह है कि वो एक ऐसा खारिकुल आदत वाक़या हो जो फितरत के कवानीन को तोड़े, जो सबके सामने हो, इंसानी ताकत से बाहर हो और जिसे झुटलाया ना जा सके जी, तो किताब हकीकतुल वही में दर्ज अक्सर निशानात इस तारीफ पर पूरे नहीं उतरते। इनमें से ज्यादातर वाकयात या तो आम इंसानी तजर्बे के दायरे में आते हैं, या उनकी तस्दीक नामुमकिन है, या फिर उनकी पूरी बुनियाद ही मुसन्निफ की अपनी तशरीह पर है। बिल्कुल। तो फिर एक सवाल है, मुसन्निफ ने इन्हें निशानात के तौर पर पेश ही क्यों किया? अगर ये रिवायती मौजज़ात नहीं है तो इनको इतनी अहमियत क्यों दी गई? यही इस किताब का सबसे अहम और मरकजी नुक्ता है। किताब के मुताबिक इन निशानात की असल ताकत उनके इनफरादी तौर पर होने में नहीं, बल्कि उनकी कसरत, उनके तसलसल और उनके तनव्वु में है। अच्छा, मुसन्निफ का बुनियादी इस्तदलाल ये है कि इतनी बड़ी तादाद में मुख्तलिफ किस्म के वाक़यात का, जिनमें ख्वाब, इल्हामात, पेशगोइयाँ, दुआओं की कबूलियत, मुखालिफिन की नाकामी सब शामिल हैं, किसी एक शख्स की तायीद में जमा हो जाना ये खुद अपनी जात में सबसे बड़ा मौजज़ा है। तो गोया दलील ये दी जा रही है कि इम्कानात यानी प्रोबेबिलिटी के हिसाब से ये नामुमकिन है कि ये सब कुछ इत्तेफाकन हो रहा हो। बिल्कुल। असल दलील इनफरादी वाक़यात नहीं, बल्कि इन वाक़यात से बनने वाला मजमूई पैटर्न है। यानी अगर हर निशान को अलग अलग देखें तो शायद वो मामूली लगे। जी, लेकिन जब आप सैकड़ों निशानात के इस पूरे मजमूए को देखेंगे किताब के मुताबिक, तो आपको एक खुदाई हाथ नजर आएगा। तो आज हमने हकीकतुल वही में बयान करदा निशानात की नौइयत का एक गहरा जायजा लिया। हमने देखा कि इनमें लचकदार पेशगोइयां, जाती रूहानी तजुर्बात और आम वाक़यात की खास तशरीहात शामिल हैं। जी, और इन सब को मुसन्निफ अपनी सदाकत की एक मजमूई दलील के तौर पर पेश करते हैं,
ये मवाद ये भी जाहिर करता है कि निशान या मौजिजे की तशरीह कितनी वसी और मौजूई हो सकती है। एक तरफ तो वो क्लासिकी मौजिजात हैं जो फितरत के कानूनों को तोड़ते नजर आते हैं, और दूसरी तरफ वो वाकयात हैं जिनकी अहमियत उनकी रूहानी या जाती तशरीह में पोशीदा है। और ये किताब वाज़े तौर पर दूसरी किस्म के निशानात पर जोर देती है। बिल्कुल, ये किताब मौजिजे की तारीफ को एक तरह से बदलने की कोशिश करती है, इसे एक अवामी मुजाहिरे से हटाकर एक जाती और मजमूई तशरीह की शक्ल देती है। और ये गुफ्तगू हम सब के लिए एक अहम सवाल छोड़ जाती है, किसी वाक़े को मौजिज़ा तस्लीम करने का असल मेयार क्या होना चाहिए? क्या ये मेयार मौजूई, साइंसी और सबके लिए यकसा होना चाहिए, या ये हर फर्द के जाती ईमान, उसके तजुर्बे और उसकी अपनी तशरीह पर मबनी होता है? लो जी, पॉजिटिव सुन लिया जी। मैं तो हैरान हो गया वां तो कर आस्टर अगर साड़ियां आवाज़ां तो नफरत है ना, वल्ला मैं इन्हां नूं मरज़ाइयां नूं समझना कि इन्हां नूं ना ਉਹਨਾਂ ਨੇ ਮਰਬੀਆਂ ਨੇ ਨਾ ਤਕਰੀਬਨ ਇਹਨਾਂ ਨੂੰ ਜਿਸ ਤਰ੍ਹਾਂ ਉਹ ਕਰ ਨਹੀਂ ਲੈਂਦੇ, ਹਿਪਨਾਟਾਈਜ਼ ਕਰ ਲਿਆ, ਇਹਨਾਂ ਦੇ ਦਿਮਾਗ 'ਚ ਸਾਡੀ ਨਫ਼ਰਤ ਫੈਲ ਗਈ ਹੈ ਤੇ ਸਾਡੀਆਂ ਆਵਾਜ਼ਾਂ ਤੋਂ ਹੋ ਗਈ ਇਹਨਾਂ ਨੂੰ ਨਫ਼ਰਤ, ਆਪਣੀਆਂ ਆਵਾਜ਼ਾਂ ਬੰਦ ਕਰ ਦਈਏ ਤੇ ਇਹੋ ਹੀ ਰਿਕਾਰਡ ਕਰ ਕਰਕੇ ਤੇ ਇਹਨਾਂ ਨੂੰ ਅਪਲੋਡ ਕਰੀਏ। ਸਾਡੀ ਹੁਣ ਲੋੜ ਨਹੀਂ ਰਹੀ ਗੈਰ ਜਾਨਬਦਾਰ ਤਜਜ਼ੀਏ ਤਬਸਰੇ, ਕਿਉਂਕਿ ਇਹ ਜਿਹੜਾ ਹੁਣ ਔਰਤ ਦਾ ਔਰ ਉਸ ਮਰਦ ਦੀ ਆਵਾਜ਼ ਹੈ, ਜ਼ਾਹਿਰ ਹੈ ਕਿ ਮਰਜ਼ਾਈਆਂ ਨੂੰ ਆਮਰ ਨਜ਼ੀਰ ਦੀ ਆਵਾਜ਼ ਤੇ ਨਹੀਂ ਨਾ ਆ ਰਹੀ। ਵਾਲੇਕੁਮ ਸਲਾਮ ਸਾਹਿਬ, ਆ ਜਾਓ ਤੇ ਹੁਣ ਇਹਨਾਂ ਨੂੰ ਇਹ ਆਵਾਜ਼ਾਂ ਸੁਣਾਈਏ ਜੇ ਕਰੋਗੇ ਲਾਲ ਭਾਈ। ਮੈਂ ਕਿਹਾ ਸਾਰੀ ਗੁਫ਼ਤਗੂ ਦਾ ਜਿਹੜਾ ਉਹਨੇ ਨਿਚੋੜ ਐਂਡ ਤੇ ਕੱਢਿਆ ਨਾ, ਜਿਹੜਾ ਕਿ ਮੈਨੂੰ ਜ਼ਾਤੀ ਤੌਰ ਤੇ ਬੜਾ ਪਸੰਦ ਆਇਆ ਅਮਰ ਭਾਈ, ਉਹ ਉਹਨੇ ਗੱਲ ਕੀਤੀ ਔਰ ਉਹਨੇ ਸਮੁੰਦਰ ਨੂੰ ਬਲਕਿ ਬਹਿਰੇ ਉਕੀਆਨੂਸ ਨੂੰ ਕੂਜ਼ੇ 'ਚ ਬੰਦ ਕਰ ਦਿੱਤਾ ਹੈ। ਉਹਨੇ ਆਖਿਆ ਆਮ ਵਾਕਿਆਤ ਕੀ ਖਾਸ ਤਸ਼ਰੀਹ, ਜੋ ਇਹੀ ਉਹ ਚੀਜ਼, ਇਹ ਜੇ ਮੁੱਦਾ कि मिर्जा कादियानी ने एक आम वाक़या। जी जी, अच्छा ज़िया भाई, अस्सलाम वालेकुम बरकातहू। यार उस्ताद जी ठीक हो? अल्लाह का करम शुक्र है। कितने से सुबह आज ज़िया भाई, आपने इस तबसरे के अंदर जाके एआई से सवाल कर दिए छोटे छोटे। ये उस्ताद जी थोड़ा जा बिजी था, इंशाल्लाह ताला परसों तो आना। तेरा रजब सब नु मुबारक हो। ਕਿਹੜੇ ਤਫਸੀਰ ਮੁਤਾਬਕ ਇਹ ਜਿਹੜਾ ਹੁਣ AI ਨੇ ਕੀਤਾ, ਇਹਦੇ ਉੱਤੇ ਛੋਟੇ ਛੋਟੇ ਉਹਨਾਂ ਕੋਲ ਸਵਾਲ ਕਰਨੇ, ਜੇ AI ਕੋਲ ਵੀ ਖੈਰ ਮੁਬਾਰਕ ਇਨਾਮ। ਉਸਤਾਦ ਜੀ ਇਹ ਜਿਹੜਾ AI ਦਾ ਹੁਣ ਓਏ ਅਮਰ ਭਾਈ ਨੂੰ ਪੁੱਛੋ, ਅਮਰ ਭਾਈ ਕਰਨਾ ਚਾਹ ਰਹੇ ਹੋਣਗੇ, ਕਰ ਸਕਦੇ ਪਰ ਸਵਾਲ ਤੁਸੀਂ ਪੁੱਛਣਾ ਉਹਨੂੰ। ਹਾਂਜੀ ਇਹ ਪੁੱਛਣਾ ਚਾਹ ਰਿਹਾ ਹਾਂ ਸਵਾਲ ਛੋਟੇ ਛੋਟੇ। ਵਾਰੀ ਵਾਰੀ ਸਭ ਨੂੰ ਗੱਲ ਕਰ ਲੈਣ ਤੋਂ ਫਿਰ ਤੁਹਾਡੀ ਗੱਲ ਸੁਣਨੀ ਜੀ। ਮੈਂ ਕਹਿ ਰਿਹਾ ਕਿ ਹੁਣ ਤੇ ਕਿ AI ਵੀ ਜਿਹੜਾ ਉਹ ਕਹਿਣਗੇ ਜੀ ਮੁਰਤਦ ਹੋ ਗਈ ਹੈ, ਤੇ ਹੁਣ ਵੇਖਣ ਚ ਆ ਰਿਹਾ ਕਿ ਉਹ AI ਨੂੰ ਵੀ ਬਰਾੜਾ ਲਾ ਕੇ ਗਾਲਾਂ ਕੱਢ ਰਹੇ ਨੇ ਕਿ ਆਪਣੇ ਫਲਾਸੇ ਦੀ ਲਾਣੀ ਟਿੰਗਣੀ। ਸਮਝ ਨਹੀਂ ਆ ਰਿਹਾ, AI ਦਾ ਤੇ ਕੋਈ ਮਤਲਬ ਨਹੀਂ ਹੁੰਦਾ, ਹੁਣ AI ਨੂੰ ਕਿਉਂ ਗਾਲਾਂ ਕੱਢਣਾ ਸ਼ੁਰੂ ਹੋ ਗਏ ਨੇ? ਇਹ ਉਹਨਾਂ ਕੋਲ ਚਲਦੀ, ਉਹਨਾਂ ਆਪਣੀ ਮਰਜ਼ੀ ਦੀ ਚਲਾ ਲੈਣੀ ਹੈ, ਫਿਰ ਇਹੋ ਹੀ ਜਿਹੜੀਆਂ ਗਾਲਾਂ ਕੱਢੀਆਂ ਨੇ ਰਿਕਾਰਡ ਕਰ ਲਓ ਇਹਨਾਂ ਨੇ, ਇਹਨੂੰ ਕਬੂਲ ਕਰ ਲੈਣੇ ਨਾ ਹਨਾ। ਇਹ ਤੇ ਵੇਖ ਲਓ ਬੜਾ ਅੱਛਾ ਤਵਜੀਹ ਵੀ ਦਿੰਦੀ ਹੈ, ਉਹਨੂੰ ਕੋਈ ਦੂਜੇ ਪਾਸੇ ਕਰਦੇ ਨਾ ਕੋਈ ਪੋਜ਼ਿਟਿਵ ਉਹ ਤਾਂ ਤੁਸੀਂ ਉਹਨੂੰ ਜਿਸ ਤਰ੍ਹਾਂ ਆਰਡਰ ਕਰੋਗੇ ਉਹ ਦੇ ਦੇਗੀ, ਲੇਕਿਨ ਇੱਕ ਤੁਸੀਂ ਲਿੰਕ ਦਿੱਤਾ ਹੈ ਔਰ ਐਗਜ਼ੈਕਟ ਉਹਨੇ ਤਜਜ਼ੀਆ ਦੇ ਛੜਿਆ, ਠੀਕ ਹੈ ਨਾ। ਲੇਕਿਨ ਮੈਂ ਕਹਿੰਦਾ ਕੋਲੂ ਦੇ ਬੈਲ ਤੋਂ ਵੀ ਗਏ ਗੁਜ਼ਰੇ ਨੇ ਲੋਕ, ਜਿਨ੍ਹਾਂ ਦੇ ਅੱਖਾਂ ਦੇ ਉੱਤੇ ਕੋਪੇ ਚੜਾ ਕੇ ਤੇ ਬਸ ਘੁਮਾਈ ਜਾਂਦੇ ਸਨ। ਸਾਡੇ ਕੋਲ ਤਾਂ ਇੱਥੇ ਡਾਚੀ ਹੁੰਦੀ ਹੈ, ਉਹਦੀ ਅੱਖਾਂ ਤੇ ਕੋਪੇ ਲਾ ਕੇ ਤੇ ਘੁਮਾਈ ਦੋ ਉਹਨੂੰ। ਚੌਥੀ ਪੀੜ੍ਹੀ ਹੋ ਗਈ ਹੈ। ਤੇ ਹੁਣ ਜਿਸ ਦਿਨ ਤੁਸੀਂ ਉਹ ਅਪਲੋਡ ਕੀਤੀ ਹੈ ਤੇ ਇਹਦਾ ਹੀ ਬੜਾ ਹੁਣ ਸ਼ੋਰ ਮਚ ਗਿਆ। ਫਾਈਟਰ ਹੋਰਾਂ ਨੇ ਜਿਹੜਾ ਉਹ ਲਿਖ ਕੇ ਉਸ ਇਲੈਕਟ੍ਰੋਨਿਕ ਫੈਸਲੇ ਦੀ ਫਲਾਣੀ ਟਿੰਗਣੀ, ਉਹਨੂੰ ਵੀ ਇਲੈਕਟ੍ਰੋਨਿਕ ਸ਼ੈਲੀ ਦੀ ਕੀ ਮਾਂ ਭੈਣ ਦੀ ਫਲਾਣੀ ਟਿੰਗਣੀ ਹੁੰਦੀ ਹੈ, ਉਹ ਨਹੀਂ ਸਮਝ ਆਈ। ਤੇ ਹੁਣ ਰੈਡੀ ਹੋ ਜਾ, ਤੁਸੀਂ ਹੁਣ ਨਵਾਂ ਕੰਮ ਪਾੜ ਛੜਿਆ ਇਹਦਾ। ਨਹੀਂ ਉਹ ਵਾਕਿਅਤਨ ਮਿਰਜ਼ਾਈ ਜਿਹੜੇ ਨੇ, ਜਦੋਂ ਉਹਨਾਂ ਨੇ ਇਹ ਸੋਚ ਲਿਆ ਕਿ ਸਾਡੇ ਸਾਹਮਣੇ ਦੁਨੀਆ ਦੀ ਕੋਈ ਹਕੀਕਤ ਵੀ ਆ ਜੇ, ਹੱਤਾ ਕਿ ਆਸਮਾਨ ਤੋਂ ਆਵਾਜ਼ ਵੀ ਆ ਜੇ ਨਾ ਕਿ ਮਿਰਜ਼ਾਈਓ ਮਿਰਜ਼ਾ ਝੂਠਾ ਜੇ, ਫਿਰ ਵੀ ਅਸਾਂ ਨਹੀਂ ਮੰਨਣਾ। ਫਿਰ ਵੀ ਅਸਾਂ ਕਹਿਣਾ ਹੈ ਕਿ ਮਾਜ਼ ਅੱਲਾ ਇਹ ਖੁਦਾ ਦੀ ਆਵਾਜ਼ ਜਿਹੜੀ ਹੈ ਇਹ ਵੀ ਝੂਠ ਬੋਲ ਰਹੀ ਹੈ। ਮੈਂ ਘਰ ਕਹਿਣ ਲੱਗਿਆ ਆਸਮਾਨ ਤੋਂ ਆਵਾਜ਼ ਵੀ ਆ ਜੇ ਨਾ ਕਿ ਹਾਜ਼ਾ ਖਲੀਫਤੁल्लाह ਉਲਮਾਤੀ। ਉਹਨਾਂ ਨੇ मतलब उस्ताद जी मैं पूछा कि आमिर भाई आप ये बता दें, आपने
ये जो इसने तबसरा किया, इसमें इसी तबसरे पे इससे छोटे छोटे सवाल करने हैं। उस्ताद जी थल्ले इन्ना पांडी वाला पिंडा आंदा कित्थों है? जुतियां खा के आई ਉਹਦੇ ਫੈਸਲੇ ਬਾਅਦ ਵੀ ਥੱਲੇ ਕਰੇ ਫਤਹ ਹਮਾਰੀ ਹੈ। ਦੁਬਰ ਦੇ ਨੂੰ ਫਤਹ ਦਾ ਨਾਮ ਰੱਖਿਆ ਇਹਨਾਂ ਨੇ। ਠੀਕ ਨੇ ਠੀਕ। ਮੈਂ ਦੱਸਿਆ ਕਿ ਅੱਜ ਦਿਹਾੜੀ ਇੱਥੇ ਇੱਕ ਖਤੂਨ ਆਈ ਸੀ ਤੇ ਸਾਨੂੰ ਨਹੀਂ ਸੀ ਪਤਾ ਤਾਲੀਮੇ ਅਹਿਮਦੀਅਤ ਜਾਂ ਨਾਂ ਕੋਈ ਇਸ ਤਰ੍ਹਾਂ ਦਾ ਸੀ, ਤੇ ਉਹਨਾਂ ਆ ਕੇ ਐਂਟਰੀ ਮਾਰ ਕੇ ਉਹਨਾਂ ਕਿਹਾ ਮੈਂ ਲੱਜਣਾ ਵਾਂ ਤੇ ਮੈਂ ਇਹ ਗੱਲ ਕਰਨੀ ਇੱਕ ਦੋ। ਤੇ ਉਹਨਾਂ ਦੀ ਜਿਹੜੀ ਗੁਫ਼ਤਗੂ ਹੋਈ ਹੈ ਕੋਈ ਘੰਟੇ ਕੁ ਸਵਾ ਦੀ, ਉਹ ਰਿਕਾਰਡਿੰਗ ਅਗਰ ਕੋਈ ਬੰਦਾ ਸੁਣੇ ਨਾ ਤੇ ਤੁਹਾਨੂੰ ਇਹਨਾਂ ਦੀ ਜ਼ਹਿਨੀਅਤ ਦਾ ਅੰਦਾਜ਼ਾ ਹੋ ਜਾਏਗਾ ਕਿ ਮਿਰਜ਼ਾਈਆਂ ਦੀ ਜ਼ਹਿਨੀਅਤ ਕੀ ਬਣੀ ਪਈ ਹੈ। ਜਿਹੜੇ ਘਰਾਂ ਦੇ ਵਿੱਚ ਇਹਨਾਂ ਦੀਆਂ ਔਰਤਾਂ, ਇਹਨਾਂ ਦੇ ਬੱਚੇ, ਨੌਜਵਾਨ ਜਾਂ ਵੱਡੇ ਨੇ, ਉਹਨਾਂ ਨੂੰ ਜ਼ਹਿਨ ਸਾਜ਼ੀ ਕਰ ਦਿੱਤੀ ਗਈ ਹੈ ਕਿ ਮਿਰਜ਼ਾਈਅਤ ਸੱਚੀ ਹੈ। ਇਹ ਜੋ ਕੁਝ ਹੈ ਵੇ ਤੁਸੀਂ ਬਿਲਕੁਲ ਕਲੀਅਰ ਵੀ ਸੱਚ ਤੋਂ ਨਜ਼ਰ ਆਵੇ ਨਾ, ਤੁਸੀਂ ਉਹਨੂੰ ਵੀ ਝੂਠ ਕਹਿਣਾ, ਤੁਸੀਂ ਉਹਦਾ ਵੀ ਇਨਕਾਰ ਕਰਨਾ ਹੈ, ਕਿਉਂਕਿ ਜੇ ਇਹ ਸੱਚ ਨਹੀਂ ਤਾਂ ਫਿਰ ਕੱਖ ਵੀ ਸੱਚ ਨਹੀਂ। ਉਹਦੇ ਅੱਗੇ ਅਸੀਂ ਹਵਾਲੇ ਰੱਖੀਏ, ਅਸੀਂ ਸਕੈਨ ਲਗਾਈਏ ਇੱਥੇ, ਉਹ ਖਤੂਨ ਜਿਹੜੀ ਉਹ ਆਖੀ ਜਾਏ ਕਿ ਨਹੀਂ ਨਹੀਂ ਇਹ ਕਿਤਾਬਾਂ ਹੀ ਤੁਹਾਡੀਆਂ ਨੇ, ਇਹ ਗੱਲਾਂ ਹੀ ਤੁਹਾਡੀਆਂ ਨੇ। ਜਿਸ ਤਰ੍ਹਾਂ ਉਹ ਨਹੀਂ ਕਹਿੰਦਾ ਮੁੰਡਾ, ਉਹ ਕੀ ਨਾਂ ਉਹਦਾ, ਉਹ ਪੱਪੂ ਫਿਸ਼ਲ ਵਾਲਾ, ਕੀ ਨਾਂ ਉਹਦਾ ਦੂਜਾ, ਰਾਹੀਲ। ਜਿਸ ਤਰ੍ਹਾਂ ਉਹ ਰਹੀਲ ਕਹਿੰਦਾ ਸੀ ਨਾ ਪਿਆ ਕਿ ਮਿਰਜ਼ਾ ਸਾਹਿਬ ਇਹ ਲਿਖ ਹੀ कैसे सकते हैं ਇਹ ਲਿਖ, ਅੱਜ ਉਹ ਖਤੂਨ ਵੀ ਉਹੀ ਕਹਿੰਦੀ ਸੀ। ਇਸ ਤਰ੍ਹਾਂ ਹੋ ਕਿਸ ਤਰ੍ਹਾਂ ਸਕਦਾ ਹੈ? ਅਸੀਂ ਆਖੀਏ ਕਿਤਾਬ ਤੁਹਾਡੇ ਸਾਹਮਣੇ ਪਈ, ਉਹ ਆਖੇ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਆਖਿਆ ਬਾਬ ਜੀ ਭੈਣ ਜੀ ਰਿਕਾਰਡਿੰਗ ਹੋ ਗਈ ਹੈ, ਇਹ YouTube ਤੇ ਅਪਲੋਡ ਹੋ ਗਈ ਹੈ, ਬਾਬਰ ਭਾਈ ਤੇ ਥੱਲੇ ਦੱਸਦੇ ਨੇ ਅਪਲੋਡ ਹੋ ਗਈ, ਤੁਸੀਂ ਇਹਨੂੰ ਸੁਣ ਲਿਆ ਜੇ ਦੁਬਾਰਾ, ਜਿਹੜੇ ਅਸਾਂ ਤੁਹਾਨੂੰ ਹਵਾਲੇ ਦਿੱਤੇ ਨੇ ਤੁਸੀਂ ਇਹਨਾਂ ਨੂੰ ਟੈਲੀ ਕਰ ਲਿਆ ਜੇ, ਆਪਣੇ ਮੁਰੱਬੀ ਨੂੰ ਇਹ ਸੁਣਾ ਕੇ ਉਹਨਾਂ ਨੂੰ ਕਹੋ ਵੀ ਇੱਥੇ ਕਿੱਥੇ ਕਿੱਥੇ ਝੂਠ ਬੋਲਿਆ ਗਿਆ ਮੇਰੇ ਨਾਲ, ਕਿਆ ਇਹ ਕਿਤਾਬਾਂ ਸਾਡੀਆਂ ਨਹੀਂ, ਕਿਆ ਇਹ ਹਵਾਲੇ ਸਾਡੇ ਨਹੀਂ। ਤੁਸੀਂ ਘਰੋਂ ਪੁੱਛ ਕੇ ਤੇ ਦੁਬਾਰਾ ਆ ਜਾ ਜੇ ਬਰਾੜ ਤੇ। ਇਹਦੇ ਨਾਲ ਸਿੰਪਲ, ਇਹਦੇ ਨਾਲ ਆਸਾਨ ਗੱਲ ਕਿਹੜੀ ਹੋ ਸਕਦੀ ਯਾਰ, ਕਿ ਇਹ ਰਿਕਾਰਡਿੰਗ ਲੈ ਜਾਓ ਇਹਨਾਂ ਨੂੰ ਆਪਣੇ ਮੁਰੱਬੀ ਦੇ। ਹੈਂ ਆਮਰ ਭਾਈ ਧਮਾਕਾ ਹੋ ਗਿਆ ਜੀ। ਹੁਣ ਕੀ ਹੋਇਆ? ਓਏ ਮਿਰਜ਼ੇ ਗੁਲਾਮ ਕਾਦੀਆਨੀ ਦੀ ਉਹ ਟੱਟੀ ਵਾਲੀ ਮੌਤ ਤੇ ਅੱਗੇ ਮੌਲਵੀ ਨਹੀਂ ਸੀ ਮਾਣ, ਤੇ ਇੱਕ ਹੁਣ ਐਡਾ ਕੋਈ ਔਂਤਰਾ ਹਵਾਲਾ ਆ ਗਿਆ ਜੇ। ਓਏ ਹੋਏ ਹੋਏ ਜਿੱਤੂ ਇਹਨਾਂ ਮਰਜ਼ਈਆਂ ਨੇ ਲਿਖਿਆ ਵੇ ਕਿ ਉਹ ਮਿਰਜ਼ੇ ਨੂੰ ਟੱਟੀ ਅਟੈਕ ਹੋਇਆ ਸੀ, ਟੱਟੀ ਦਾ ਅਟੈਕ ਹੋਇਆ ਸੀ। ਓਏ ਹੋਏ ਹੋਏ ਉਹ ਇਹਨਾਂ ਨੇ ਲਿਖਿਆ ਹੋਇਆ, ਮੈਂ ਤੈਨੂੰ ਪੜ੍ਹ ਕੇ ਸੁਣਾਵਾਂ। ਇਹ ਸੁਣੋ ਜ਼ਰਾ यार एक मिनट सुनो। अच्छा कहना कि करीबन 11 बजे एक और दस्त आने पर तबीयत अज हद कमज़ोर हो गई और मुझे और खलीफा हजरत मौलवी नूरुद्दीन साहब को तलब फरमाया। मकवी अदविया दी गई और इस ख्याल से कि दिमागी काम की वजह से ये मर्ज शुरू हुई, नींद आने से आराम आ जाएगा। लिखता कौन? दस दें। हम वापस अपनी जगह पर चले गए, मगर तकरीबन 2 और 3 बजे के दरमियान एक और बड़ा दस्त आ गया जिससे कि नब्ज बिल्कुल बंद हो गई। नब्ज बंद होती है, नब्ज तो खुलती है। ये बड़ा दस्त का की मतलब है? पूरा बाथरूम भरिया गया। उधर लैट्रीना दूजियां ਦੀਆਂ ਸੀ ਨਾ, ਯਾਨੀ ਪੂਰਾ ਉਹ ਜਿਹੜਾ ਅੰਦਰ ਨਹੀਂ ਬਣੀ, 2 ਇੱਟਾਂ ਰੱਖ ਕੇ ਤੇ ਵਿਚਕਾਰ ਜਗ੍ਹਾ ਜੀ ਹੁੰਦੀ ਸੀ ਪਖਾਨਾ ਕਰ, ਉਹ ਸਾਰਾ ਫੁੱਲ ਹੋ ਗਿਆ, ਦਾਬੜਾ ਪੂਰਾ ਭਰਿਆ ਗਿਆ, ਐਡਾ ਕਿ ਦਸਤਾ ਆ ਗਿਆ। ਅੱਛਾ ਇਹਨਾਂ ਦੇ ਆਈ ਕੋ ਇਹ ਹਵਾਲੇ ਸਾਰੇ, मैंने कहा ये हवाले सारे दस्त निकल तो हवाला क्लियर करो यार सूद भाई, हवाला क्लियर करो, बात मुकम्मल करो। अटैक ਇਹ ਹੈ ਜੀ ਖਾਕਸਾਰ ਮੁਹੰਮਦ ਹਸੈਨ, ਅਸਿਸਟੈਂਟ ਸਰਜਨ ਅਹਿਮਦੀਆ ਬਿਲਡਿੰਗ ਲਾਹੌਰ। ਆਹੋ ਇਹ ਡਾਕਟਰ ਉੱਥੇ ਨਾਲ ਸੀ ਮੁਹੰਮਦ ਹਸੈਨ, ਮੈਂ ਵੀ ਉਹੀ ਸੋਚ ਰਿਹਾ ਕਿ ਇਹ ਦੂਜਾ ਬੰਦਾ ਇਹੀ ਹੋਣਾ ਡਾਕਟਰ ਮੁਹੰਮਦ ਹਸੈਨ। ਅੱਛਾ ਹਾਂ ਡਾਕਟਰ ਸਾਹਿਬ ਦੀ ਤਸਦੀਕ ਹੋ ਗਈ ਹੈ ਜੀ। ਅੱਛਾ ਕੀ ਕਹਿੰਦੇ ਹੋ? ਅਸੀਂ ਸੂਆ ਲਾਇਆ ਸੀ। ਆਹ ਓਏ कहता एक और बड़ा दस्त आ गया जिससे कि नब्ज बिल्कुल बंद हो गया। और देखो दस्त ना जो नब्ज बंद हुई ना, दस्त अटैक होया, नब्ज बंद हुई, वो वापस नहीं आई फिर। और मुझे और हजरत मौलाना मौलवी नूरुद्दीन साहब और ख्वाजा कमालुद्दीन को बुलवाया और बरादरम डॉक्टर मिर्ज़ा यकूब बेग साहब को भी घर से तलब किया। और जब वो तशरीफ़ लाए तो मिर्ज़ा साहब को अपने पास बुलाकर कहा कि मुझे सख्त दौरा साल का हो गया है, आप कोई दवाई तजवीज़ करें। फिर साथ ही फरमाया कि हकीकत में तो कि मुझे
ਇਹ ਸਮਝ ਨਹੀਂ ਆਈ ਕਿ पता नहीं किताबत की गलती है कि की है। अच्छा, फिर साथ ही फरमाया कि हकीकत में तो दवा आसमान पर है, आप दवा भी करें और दुआ भी। इलाज शुरू किया गया, चूंकि हालत नाजुक हो गई थी इसलिए हम पास ही ठहरे रहे और इलाज बाकायदा होता रहा, मगर फिर नब्ज वापस ना आई, यहाँ तक कि आप 10:15 बजे 26 मई 1908 बरोज मंगल रूह अपने महबूबे हकीकी से जा मिली। दस्त ਦਾ ਅਟੈਕ ਹੋਇਆ ਤੇ ਉਹਦੇ ਨਾਲ ਨਬਜ਼ ਬੰਦ ਹੋਈ ਮਿਰਜ਼ੇ ਦੀ। ਐਡਾ ਵੱਡਾ ਦਸਤ ਆਇਆ, एक और बड़ा दस्त आया जिससे नब्ज बिल्कुल बंद हो गई। टट्टी अटैक। ਤੁਸੀਂ ਮੈਨੂੰ ਥੋੜਾ ਜਿਹਾ ਸਮਝਾ ਦਿਓ ਕਿ ਮੈਂ ਸਾਇੰਸ ਦਾ ਸਟੂਡੈਂਟ ਹਾਂ, ਲੇਕਿਨ ਕਿਸ ਤਰ੍ਹਾਂ ਮੁਮਕਿਨ ਹੈ ਕਿ ਦਸਤ ਹੈ ਤੇ ਨਬਜ਼ ਬੰਦ ਹੋ ਜੇ ਯਾਰ? ਹੋ ਜਾਂਦੀ ਦਸਤ ਹੀ ਐਡਾ ਵੱਡਾ ਨਹੀਂ ਕਿ ਬੰਦਾ ਫਰ ਕਰਕੇ ਨਿਕਲ ਜੇ ਹਰ ਸ਼ੈ ਅੰਦਰੋਂ, ਅੰਦਰ ਖਾਲੀ ਹੋ ਜੇ ਤੇ ਹੋ ਵੀ ਸਕਦੀ ਹੈ। ਇਹ ਸਾਡੇ ਜਿਹੜੇ ਬੈਕਗਰਾਉਂਡ ਮੁਜਾਹਿਦ ਨੇ ਨਾ, ਉਹਨਾਂ ਨੇ ਹਵਾਲਾ ਭੇਜਿਆ ਜੀ, ਸਿਕੰਦਰ ਭਾਈ ਨੇ। ਉਹ ਕਹਿੰਦੇ ਨੇ ਇਹਨੂੰ AI ਪਾਓ। ਨਹੀਂ AI ਤਾਂ ਨਹੀਂ ਪਾਣਾ, AI ਚ ਪਾਵਾਂਗੇ ਬਾਅਦ ਦੇ ਵਿੱਚ, ਲੇਕਿਨ ਇਹ ਹਵਾਲਾ ਨਵਾਂ ਮਿਲਿਆ ਨਾ। नहीं, मेरा ख्याल है कि लफ्ज़ सीरतुल महदी जो लिखे ने कि एक बड़ा दस्त आया तो नब्ज़ जाती रही, ये लफ्ज़ उत्ते भी है ना सीरतुल महदी? नहीं, वो इंज नहीं है कि नब्ज़ दस्त आने तो फौरन बाद नब्ज़ जाती रही, नहीं दगरगूं हो गई। नहीं, नब्ज़ का भी है कि नब्ज़ जाती रही या नब्ज़ बिल्कुल किधर जिक्र है, आम हवाले में जिक्र है वे किसी से है जिक्र के ये आम हवाले किसी जिक्र है। डॉक्टर साहब का बयान आ गया ना जी हुण भी जा भाई, इस तो इलावा भी डॉक्टर साहब दे बयान तो इलावा भी बयान मौजूद होएगा किधरे पढ़िया है वे तो सीरतुल महदी दे विच ही हैगा, वो थोड़ा जिहा होर तरह वा। बार कोई और तबसरा है वे किसी दा? मैं क्या तुसी ਜਿਹੜਾ ਹਕੀਕਤੁਲ ਵਹੀ ਦਾ ਸਵਾਲ ਨੰਬਰ 6 ਵੇ, ਉਹ ਨਹੀਂ ਪਾਇਆ ਕਿਸੇ ਨੇ ਵਿੱਚ ਇਹਦੇ? ਪਾਇਆ ਸੀ ਮੈਂ। ਉਹਦਾ ਕੀ ਜਵਾਬ ਆਇਆ? ਉਹ ਵਿਚਾਰੀ ਪਾਗਲ ਹੋ ਗਈ, 11 ਮਿੰਟ ਦੇ ਤਬਸਰੇ ਚ ਉਹਦੇ ਕੋਈ ਵੀ ਨਹੀਂ ਜਵਾਬ ਦੇ ਹੋਇਆ। ਉਹਨੂੰ ਪੋਜ਼ਿਟਿਵ ਕਰਕੇ ਦੇਖੋ ਭਲਾ ਵੀ ਕੀ ਪੋਜ਼ਿਟਿਵ ਕੀ ਉਹਦਾ ਕੱਢਦੀ ਜਵਾਬ, ਨਿਊਟਰਲ ਤੋਂ ਉੱਤੇ ਥੋੜਾ ਜਿਹਾ ਕਰਕੇ। ਨਹੀਂ, ਉਹਨੂੰ ਮੈਂ ਪੁੱਛਿਆ ਸੀ ਵੀ ਇਹ ਸਵਾਲ ਸੁਣ ਪੜੋ ਤੇ ਜਵਾਬ ਵੀ ਪੜੋ ਤੇ ਦੱਸੋ ਵੀ ਜੋ ਸਵਾਲ ਪੁੱਛਿਆ ਗਿਆ ਸੀ ਉਹਦਾ ਜਵਾਬ ਦਿੱਤਾ ਗਿਆ, ਅਗਰ ਦਿੱਤਾ ਗਿਆ ਤੇ ਕੀ ਦਿੱਤਾ ਗਿਆ। ਉਹ ਵਿੱਚ ਕਹਿੰਦੀ ਸਵਾਲ ਸੀ ਸਿੱਧਾ ਜਿਹਾ ਕਿ ਇੱਕ ਤਜ਼ਾਦ ਤੇ ਮਬਨੀ ਸੀ, ਵੀ ਇੱਕ ਜਗ੍ਹਾ ਤੇ ਤੁਸੀਂ ਕਹਿੰਦੇ ਹੋ ਕਿ ਕਾਫਰ ਨਹੀਂ ਹੁੰਦਾ, ਦੂਜੀ ਜਗ੍ਹਾ ਤੇ ਕਹਿੰਦੇ ਹੋ ਕਾਫਰ ਮੁਸਲमान नहीं यानी काफर है। सवाल सीधा जैसा सी, लेकिन जवाब में मुसन्निफ ने पूरा जहान खोल दिया। ਇਹੋ ਹੀ ਅਸੀਂ ਕਹਿੰਦੇ ਆ ਕਿ ਬਈ ਸਾਰੇ ਪਾਸੇ ਘੁੰਮ ਘਮਾ ਕੇ, ਲੇਕਿਨ ਉਹਦਾ ਜਿਹੜਾ ਸਵਾਲ ਸੀ ਉਹਦਾ ਤੇ ਜਵਾਬ ਦਿੱਤਾ ਨਹੀਂ ਹੈ। ਉਹ AI ਵੀ ਨਹੀਂ ਦੱਸ ਸਕੀ ਕਿ ਕੀ ਜਵਾਬ। ਬਿਲਕੁਲ 12 ਮਿੰਟ ਦੀ ਰਿਕਾਰਡਿੰਗ ਮੈਂ ਸੁਣੀ, ਮੈਂ ਤੁਹਾਨੂੰ ਸੁਣਾ ਦਿੰਦਾ ਥੋੜੀ ਦੇਰ ਤੱਕ। ਮੈਂ ਮੂੰਹ ਮੰਗਿਆ ਨਾਮ ਰੱਖਿਆ ਕਿ ਕੋਈ ਬੰਦਾ ਉਸ ਸਵਾਲ ਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰੇ, ਫਿਰ ਜਵਾਬ ਨੂੰ ਵੀ ਆਪਣੇ ਲਫ਼ਜ਼ਾਂ 'ਚ ਬਿਆਨ ਕਰੇ ਤੇ ਦੱਸੇ ਵੀ ਉਹਦੇ 'ਚ ਕੀ ਮੁਤਾਬਕਤ ਹੈ। ਮੂੰਹ ਮੰਗਿਆ ਨਾਮ ਉਹਨੂੰ ਦਿੱਤਾ ਜਾਏ ਤਾਂ ਕੋਈ ਉਹਦਾ ਸਿਰ ਪੈਰ ਹੀ ਨਹੀਂ ਹੈ। ਮੰਗਿਆ ਨਾਮ ਉਹਨੂੰ ਦਿੱਤਾ ਜਾਏ ਤਾਂ ਕੋਈ ਉਹਦਾ ਸਿਰ ਪੈਰ ਹੀ ਨਹੀਂ ਹੈ। सवाल आज आसमान जवाब आज आमिर भाई इत्थे ये गलती का अजाला ही पेश किया जावे। वो भी पाया मेरे हाल गलती का अजाला भी पाया ने विच। अच्छा इंज है कि मैं राती मशवरा देता है, सीकर भाई भी गल पे कर दे, मैं ना मशवरा देता है कि मिर्जा का दैनी दी अपनी असलियत साबित करने की बारता ना वो पेश करो भी इत्थे के गल कहना चाहता है। मिर्जा एवें कहंदे रहंदे थे मतलब नहीं थे, मतलब नहीं, जिस तरह खुतबा इलामिया दी इबारत है चौधरी दे चंद अली कवा अकमल अशद ये बातें पेश करो, देख पूछो क्या कहना चाहता मुसन्निफ थे। नहीं ਇਹਦੇ ਬਜਾਏ ਪਾਕਟ ਬੁੱਕ ਦੀਆਂ ਬਾਰਤਾਂ ਪਾਣੀਆਂ ਚਾਹੀਦੀਆਂ ਨੇ ਕਿ ਪਾਕਟ ਬੁੱਕ ਨੇ ਕੀ ਕਹਿੰਦੀ ਆ ਅਮਰ ਭਾਈ। ਉਹ ਵੀ ਪਾਣੇ ਅਮਰ भाई नुसरत जहाँ कह रही है और जब आखिर में लिखा हुआ है उत्ते, और जब आखिर में यासीन पढ़ी गई और दम निकल गया तो अंदर मस्तूरात ने रोना शुरू किया, मगर आप बिल्कुल खामोश हो गई नुसरत जान, और उन औरतों को बड़े जोर से झड़क दिया और कहा मेरे तो खामन थे, जब मैं नहीं रोई तुम कौन होती है रोने वाली।
ਇਹਦੇ ਤੋਂ ਹੁਣ ਅਸੀਂ आमिर भाई उसने तो किया होना कि चलो मगुल्लत था ये सारे ਇਹਦੇ ਤੇ ਮੈਂ ਤਬਸਰਾ ਨਹੀਂ ਕਰ ਸਕਦਾ, ਮੈਂ ਇਹਦੇ ਤੇ ਮੁਫਤੀ ਸਾਹਿਬ ਨੂੰ ਰੈਫਰ ਕਰਾਂਗਾ, ਮੁਫਤੀ ਸਾਹਿਬ ਇਹਦੇ ਤੇ ਕਰੇ ਹੋਏ ਤੇ ਉਹਨਾਂ ਕੋਲ ਤਬਸਰਾ ਕਰਾ ਲੈ। ਆਓ ਕਰਾਂਗੇ। ਦੇਖੋ ਜਿਨ੍ਹਾਂ ਦੀ ਕੋਈ ਚੀਜ਼ ਗੁਆਚੀ ਹੁੰਦੀ ਉਹ ਰੋਂਦੇ ਨੇ, ਤੇ ਜਿਨ੍ਹਾਂ ਦੇ ਕੋਲ ਚੀਜ਼ ਮੌਜੂਦ ਹੋਵੇ ਉਹਨੇ ਕਦੇ ਵਾਸਤੇ ਰੋਣਾ। ਰੋਣਾ ਬੰਦੇ ਦੇ ਆਪਣੇ ਇਖਤਿਆਰ 'ਚ ਨਹੀਂ ਹੁੰਦਾ, ਜਿਹਦਾ ਨੁਕਸਾਨ ਹੁੰਦਾ ਹੈ ਨਾ ਜਾਂ ਜਿਹਦੀ ਦੁਨੀਆ ਹਨੇਰੀ ਹੋ ਜਾਂਦੀ ਉਹਦੇ ਕੋਲੋਂ ਡੱਕਣ ਹੀ ਨਹੀਂ ਹੁੰਦਾ। ਰੋਣਾ ਬੰਦੇ ਦੇ ਇਖਤਿਆਰ 'ਚ, ਰੋਣਾ ਹੱਸਣਾ ਇਹ ਬੇਇਖਤਿਆਰ ਹੁੰਦਾ। ਬਲਕਿ ਇੱਕ ਸਾਡਾ ਯਾਰ ਸੀ ਉੱਥੇ ਪਾਕਿਸਤਾਨ, ਉਹਨੂੰ ਮੈਂ ਆਪਣੀਆਂ ਅੱਖਾਂ ਨਾਲ ਹੀ ਵੇਖਿਆ ਕਿ ਉਹਦਾ ਗੇਰ ਨਹੀਂ ਜਿਸ ਤਰ੍ਹਾਂ ਉਹ ਫਸ ਜਾਂਦਾ ਜਾਂ ਗਰਾਰੀ ਚੜ੍ਹ ਜਾਂਦੀ ਹੈ, ਉਹ ਹੱਸਦਾ ਸੀ ਤੇ ਉਹਦੇ ਕੋਲ ਹਾਸਾ ਡੱਕਣ ਨਹੀਂ ਸੀ ਹੁੰਦਾ। ਇੱਥੋਂ ਤੱਕ ਕਿ ਮੇਰੇ ਇੱਕ ਯਾਰ ਨੇ ਉਹਨੂੰ ਜਾਣ ਕੇ ਨਾ ਹਸਾਉਣਾ ਤੇ ਫਿਰ ਉਹਨੇ ਲੋਟ ਪੋਟ ਹੋਣਾ। ਤੇ ਮੇਰੀਆਂ ਅੱਖਾਂ ਦੇ ਸਾਹਮਣੇ ਦਾ ਵਾਕਿਆ ਹੈ ਕਿ ਉਹਨੂੰ ਕੋਈ ਗੱਲ ਅਸੀਂ ਸੁਣਾਈ, ਉਹਨੇ ਨਾ ਅੰਦਰ ਨਾ ਅਸੀਂ ਦੁਕਾਨ ਦੇ ਅੱਗੇ ਬੈਠੇ ਸੀ ਤੇ ਅੰਦਰ ਦੁਕਾਨ ਸੀ ਕਰਿਆਨੇ ਦੀ, ਤੇ ਉਹਨੇ ਅੰਦਰ ਜਾ ਕੇ ਨਾ ਕਰਿਆਨੇ ਦੀ ਦੁਕਾਨ ਦੀਆਂ ਬੋਰੀਆਂ ਦੇ ਉੱਤੇ ਲੇਟਣਾ ਤੇ ਚਾਦਰ ਸੀ ਉਹਦੇ ਕੋਈ ਚਿੱਟੇ ਰੰਗ ਦੇ, ਉਹਨੇ ਮੂੰਹ 'ਚ ਦੇ ਕੇ ਨਾ ਤੇ ਬਾਹਰ ਆਇਆ, ਅੱਖਾਂ 'ਚ ਪਾਣੀ ਆਇਆ ਤੇ ਕਹਿੰਦਾ ਗੱਲ ਸੁਣ ਮੇਰੀ, ਹੁਣ ਚੁੱਪ ਕਰਕੇ ਨਾ ਤੇ ਬਾਜ਼ੀ ਲਾ ਤਾਸ਼ ਪੇ ਖੇਡਦੇ, ਕਹਿੰਦਾ ਤਾਸ਼ ਤੇ ਟੁੱਪੇ ਸੁੱਟ ਗੱਲ ਨਾ ਕਰੀ। ਤੇ ਉਹਨੇ ਹਲਕੀ ਜਿਹੀ, ਮੇਰਾ ਇੱਕ ਯਾਰ ਸੀ ਤੇ ਉਹਨੇ ਹਲਕੀ ਜਿਹੀ ਫਿਰ ਐਵੇਂ ਨਾ ਟਣੋਕਾ ਜਿਹਾ ਸੱਟਿਆ, ਆਂਦਾ ਗੱਲ ਸੁਣ ਤੂੰ ਹੁਣ ਕੀ ਚਾਹੁੰਦਾ। ਯਾਨੀ ਉਹ ਇੰਨਾ ਔਖਾ ਹੋਇਆ ਵੀ ਉਹਦੇ ਕੋਲ ਆਪਣੇ ਕੋਲ ਹਾਸਾ ਡੱਕਣ ਨਹੀਂ ਸੀ ਹੁੰਦਾ। ਉਹ ਕਹਿੰਦਾ ਸੀ ਕਿ ਤੂੰ ਮਤਲਬ ਮੈਨੂੰ ਮਾਰਨਾ ਹੈ, ਤੂੰ ਕੀ ਚਾਹੁੰਦਾ ਹੈ, ਤੈਨੂੰ ਪਤਾ ਕਿ ਮੇਰੇ ਕੋਲ ਡੱਕਣ ਨਹੀਂ ਹੁੰਦਾ। ਉਹ ਤੇ ਇਸ ਤਰ੍ਹਾਂ ਦਾ ਵਿਚਾਰਾ ਬੰਦਾ ਸੀ। ਤੇ ਹਾਸਾ ਤੇ ਰੋਣ ਜਿਹੜਾ ਉਹ ਬੰਦੇ ਕੋਲ ਡੱਕਣ ਨਹੀਂ ਹੁੰਦਾ, ਉਹ ਆਪਣੇ ਇਖਤਿਆਰ 'ਚ ਨਹੀਂ ਹੁੰਦਾ। ਲੇਕਿਨ ਜੇ ਸ਼ੇਰ ਖੁਦਾ ਭਾਈ ਕੋਈ ਤਜਜ਼ੀਆ ਰਿਕਾਰਡ ਕੀਤਾ ਉਹ ਵੀ ਸੁਣਾਉਣਾ ਚਾਹੁੰਦੇ, ਉਹਨਾਂ ਨੂੰ ਸੁਣ ਲਈਏ। ਸ਼ੇਰ ਖੁਦਾ ਭਾਈ ਕੋਈ ਰਿਕਾਰਡਿੰਗ ਕਰਕੇ ਆਂਦੀ ਉਹ ਸੁਣਾਉਣਾ ਚਾਹੁੰਦੇ ਮੈਂ। ਸੁਣਾਓ ਜਿਹੜੀ ਮਰਜ਼ੀ ਸੁਣਾਓ। ਹੁਣ ਟਾਈਮ ਤੇ ਕਾਫੀ ਹੋ ਗਿਆ, ਅੱਜ ਤੋਂ ਸੁਬਾਹ ਦੇ ਹੀ ਨਾ ਦੋਵੇਂ ਮੋਬਾਈਲ ਦੀਆਂ ਬੈਟਰੀਆਂ ਵਾਰੀ ਮੁਕਾ ਕੇ ਤੇ ਫਿਰ ਚਾਰਜ ਕਰ ਛੜੀਆਂ ਨੇ। ਕਰ ਲਓ ਜਿਹੜੀ ਗੱਲ ਕਰਨੀ, ਹੁਣ ਥੱਕੇ ਵਾ, ਘਰ ਵੀ ਪੜਾਇਆ ਛੁੱਟੀ ਆ ਗਈ। आमिर भाई मेरा वही ਜਿਹੜਾ ਹੈ ਨਾ ਸਵਾਲ ਰਸ ਸੀ ਕਿ ਆਉਣ ਵਾਲੇ 8-10 ਦਿਨਾਂ ਦੇ ਵਿੱਚ AI ਦੇ ਕੋਲੋਂ ਇਹਨਾਂ ਲੋਕਾਂ ਨੇ ਆਪਣੀਆਂ ਬਰਾਡਾਂ ਲਾਣੀਆਂ ਨੇ ਤੇ ਇਹਨਾਂ ਨੇ ਕਹਿਣਾ ਕਿ ਅਸਾਂ ਕੋਈ ਜਿਹੜਾ ਨਾ ਯਹੂਦੀਆਂ ਤੇ ਈਸਾਈਆਂ। ਇਹਦੇ ਤੇ ਫਿਰ ਕੰਪੀਟੀਸ਼ਨ ਸ਼ੁਰੂ ਹੋ ਜਾਏਗਾ ਨਾ ਕਿ ਅਗਰ ਉਹਨੂੰ ਅਸੀਂ ਦਿੰਦੇ ਹਾਂ ਗੈਰ ਜਾਨਬਦਾਰ ਔਰ ਨਿਊਟਰਲ ਇੰਸਟਰਕਸ਼ਨ ਕਿ ਤੂੰ ਇਹਦੇ ਤੇ ਬਿਲਕੁਲ ਨਿਊਟਰਲ ਤਬਸਰਾ ਦੇ, ਤੇ ਉਹ ਵੀ ਸਾਡੇ ਸਾਹਮਣੇ ਲਾ ਕੇ ਕੈਮਰਾ ਆਨ ਕਰਕੇ ਤੇ ਨਿਊਟਰਲ ਤਬਸਰਾ ਲੈਂਦੇ ਨੇ, ਤੇ ਫਿਰ ਤੇ ਠੀਕ ਹੈ। ਤੇ ਜੇ ਉਹ ਉਹਦੇ ਆਪਣੀ ਫੇਵਰ 'ਚ ਲੈਂਦੇ ਨੇ ਉਹਦੇ ਕੋਲੋਂ ਤਬਸਰਾ ਪੋਜ਼ੀਟਿਵ ਜਾਂ ਮੋਰ ਪੋਜ਼ੀਟਿਵ, ਮੋਸਟ ਪੋਜ਼ੀਟਿਵ, ਤੇ ਫਿਰ ਤੇ ਉਹਨੂੰ ਨਹੀਂ ਮੰਨਿਆ ਜਾਏਗਾ ਨਾ। ਜਾਂ ਨੈਗੇਟਿਵ ਇਸਲਾਮ ਦੇ ਕਿਸੇ ਲਿਟਰੇਚਰ ਦੇ ਬਾਰੇ ਕੋਈ ਨੈਗੇਟਿਵ ਤਬਸਰਾ ਕਰਵਾਉਣਾ ਚਾਹੁੰਦਾ ਹੈ, ਨੈਗੇਟਿਵ ਤਰੀਨ ਕਰਵਾਉਣਾ ਚਾਹੁੰਦਾ ਹੈ, ਫਿਰ ਉਹਨੂੰ ਤਾਂ ਨਹੀਂ ਮੰਨਿਆ ਜਾਏਗਾ। ਮੈਂ ਤਾਂ ਕਹਿੰਦਾ ਨਿਊਟਰਲ ਤਬਸਰਾ ਹੋਣਾ ਚਾਹੀਦਾ। ਉਹ ਨਿਊਟਰਲ ਤਬਸਰਾ ਕਰੇਗਾ। वैसे पता चल जाएगा। जितना आप इसको न्यूट्रल में रखोगे ना ये न्यूट्रल रहेगा। जैसे ही आप इसको एक तरफ खींचोगे ना फिर वो ऐसी ऐसी बातें करते ना उसके ना सार होता है ना पैर होता है। नहीं मैं जो है ना शेर खुदा भाई मैं जो बात कर रहा हूँ, मैं ये जो है ना ये कर रहा हूँ कि वो ना तो कोई और होगा, ना वो ईसाई होगा, ना वो यहूदी होगा, ना कोई वो आ गई आपकी बात समझ आ गई। वो होगा और होगा सही। अच्छा मलक भाई पहले मैंने जो तबसरा लगाया था उसमें जिल और बरूज का जो इम्तियाज भाई का हुआ है, इसने खुद ही जाके जो इस्लाम में एक तशरीह है ना जिल बरूज की, वो खुद ही से बता दिया कि ये तशरीह है, खुद ही जाके, क्योंकि ये ऑनलाइन होता है इंटरनेट के साथ। तो ये अगर आप इसको कहोगे ना भाई ये मुसलमानों की एक पेश गोई है फॉर एग्जांपल लंबे हाथों वाली, तो वो जब जाएगा इंटरनेट से उसने वहीं से मवाद निकाल के इसके खिलाफ करने की कोशिश करनी है, पर वो जब करेगा तो उससे होगा नहीं। ये हम करके देख चुके हैं।
वो आप इसको जब पकड़ के ऐसा करने की कोशिश करते हैं, ये बड़ी वो उल्टा हो जाता है इसका, उसका नहीं, वो नहीं होगा इनसे। ये हम करके देख चुके हैं, वो बहुत पहले हमने ना इसको, इट्स कॉल्ड ट्राइड एंड टेस्टेड, ये हम पहले करके देख चुके हैं। ना ये इस्लाम के साथ ऐसे करता है ना क्रिश्चियनिटी के साथ। हाँ, जहाँ पे वो कहेगा ना कि इसकी समझ नहीं आती, लॉजिक नहीं बनता, वो कह देता है क्रिश्चियनिटी का जो ट्रिनिटी है, पर वो वापस चला जाता है कि ये थियोलॉजिकल है, इसमें मेरे को ना इन्वॉल्व करो। ये तो आप उससे वैसे ही तबसरा ले लो कि इस इबारत को तुम कैसे समझी हो। उसको जितना मर्जी एक तरफ करके खींचो या दूसरी तरफ करके खींचो, उसने तबसरा जितना न्यूट्रल होगा उतना ही होगा। न्यूट्रल पॉजिटिव वे होगा या न्यूट्रल नेगेटिव वे होगा, बस, पर होगा वो न्यूट्रल ही। जी, सवाल नंबर 6 ਦਾ ਕੀ ਕਤਲ ਵੀ ਦੱਸਣਾ ਹੋ अगर सुना सकते तो। मेरे को दे 5 मिनट, मैं वो करके तो सुनाता हूँ। ਮਰਜ਼ਾਈ ਆਲੇ ਦੁਆਲੇ ਕੀ ਪੇ ਕਰਦੇ ਨੇ? ਮੈਂ ਕਿਹਾ ਅਸੀਂ ਤਾਂ ਬੈਠੇ ਹਾਂ ਇੱਥੇ ਬਰਾੜ ਤੇ ਦੇਖਿਆ ਨਹੀਂ जी अस्सलाम वालेकुम जी। ਵਾਲੇਕੁਮ ਸਲਾਮ ਜੀ। उसामर भाई फिर करे गहरे चले जाओगे तो फिर पीछे भाई इंतजार करने रहना। मैं कितने चला जाऊंगा? मैं क्या काफ़ी देर पहले जिसले तुसें कहा ना, मैं आधी चू सुनी है ज़ियार सुलेमानी भाई दी रिकॉर्डिंग चलाई सी, वो 2-4 आवाज़ां मारियां ने तो कहंदे ने भाई लगना है कि दूर निकल के मगरब दा टाइम से मनवा के। अच्छा वो वेला, अच्छा जेड़ा तुसां ਤੁਹਾਡੇ भाई आए ने, ਤੁਹਾਡੇ भाई आए ने हुसैनी साहब। जी जी, आमर नज़ीर भाई माड़ी आवाज़ अशनी अशनी भी है। अच्छा, जेड़ा तुसां तबसरा फरमा रहे सो ना बच्चियां दा दीगर और हवाले दे रहे सो, भाई यूरोप च आके इस कदर हुण राइट्स हो गए ने ते सोशल सर्विसेज ते सारियां जड़ियां कि ਉਹ ਤੇ ਆਪਣਾ अगर करीबी रिश्ता भी होवे तो कहो जनाब ਅਸੀਂ ਕਿਸੇ ਦਬਾਅ 'ਚ ਹਾਂ, ਤੇ ਉਹ ਵੀ ਦਬਾਅ ਆਪਣੇ ਕਰੀਬੀ ਰਿਸ਼ਤਿਆਂ ਦਾ ਵੀ ਕਬੂਲ ਨਹੀਂ ਕਰਦੇ, ਤੇ ਸੋਸ਼ਲ ਸਰਵਿਸਿਜ਼ ਜਾਂ ਗਵਰਨਮੈਂਟ ਜਿਹੜੀ ਹੈ ਜਾਂ ਦੀਗਰ ਇਦਾਰੇ ਉਸ ਦੀ ਮਦਦ ਨੂੰ ਆ ਜਾਂਦੇ ਨੇ। ਤੇ ਜਮਾਤ ਅਹਿਮਦੀਆ ਕਾਦੀਆਨੀ ਜਮਾਤ ਜਿਹੜੀ ਹੈ ਉਹ ਐਸੀ ਹੈ ਕਿ ਇਹ ਇੱਕ ਉਸ ਜਕੜਬੰਦ 'ਚ ਆਏ ਨੇ, ਔਰ ਇਹ ਜ਼ਹਿਨੀ ਤੌਰ 'ਤੇ ਕਿਉਂ ਨਹੀਂ ਆਜ਼ਾਦ ਹੋ ਰਹੇ, ਕਿਉਂ ਆਪਣੇ ਉਹ ਰਾਈਟਸ ਨੂੰ ਸਹੀ ਇਸਤੇਮਾਲ ਨਹੀਂ ਕਰ ਰਹੇ। ਹਾਲਾਂਕਿ ਇਹਨਾਂ ਨੂੰ ਅਕਸਰੀਅਤ ਨੂੰ ਪਤਾ ਹੈ ਕਿ ਇਹ ਇੱਕ ਗੋਰਖ ਧੰਦਾ ਹੈ ਜਮਾਤ ਅਹਿਮਦੀਆ ਦੇ ਜਿਹੜੇ ਅਕਾਇਦ ਨੇ, ਔਰ ਹੁਣ ਤੇ ਉਹ ਜ਼ਿਆਦਾ ਇਸ ਤਰ੍ਹਾਂ ਦੀ ਇਸੇ ਮਫਹੂਮ ਵਿੱਚ ਤੁਸੀਂ ਨਾ ਗੱਲ ਕੀਤੀ ਸੀ। ਤੇ ਅਸਲ ਗੱਲ ਹੈ ਕਿ ਜਿਹੜਾ ਇਹ ਸੋਸ਼ਲ ਬਾਈਕਾਟ ਦਾ ਇਹਨਾਂ ਦਾ ਨਿਜ਼ਾਮ ਹੈ ਨਾ, ਔਰ ਕਿਸੇ ਚੀਜ਼ ਦੇ ਵਿੱਚ ਉਹਨਾਂ ਨੂੰ ਮੁਆਸ਼ਰੇ ਦੇ, ਆਪਣੇ ਫੈਮਿਲੀ ਦੇ ਵਿੱਚ, ਕਮਿਊਨਿਟੀ ਦੇ ਵਿੱਚ ਕਿਸੇ ਜਗ੍ਹਾ ਸ਼ਰਮਿੰਦਾ ਕਰਨਾ ਜਾਂ ਕਾਰਨਰ ਕਰ ਦੇਣਾ, ਉਹ ਇਸ ਕਦਰ ਮੌਸਰ ਹੈ ਕਿ ਉਹ ਵਿਚਾਰੇ ਹਿੰਮਤ ਹੀ ਨਹੀਂ ਕਰਦੇ। ਭਾਈ ਸਾਡਾ ਕਾਰੋਬਾਰ ਤਬਾਹ ਹੋ ਜਾਏਗਾ, ਮੇਰੇ ਬੱਚੇ ਚਲੇ ਜਾਣਗੇ, ਮੇਰਾ ਹਸਬੈਂਡ ਮੇਰੇ ਤੋਂ ਦੂਰ ਹੋ ਜਾਏਗਾ, ਮੇਰੇ ਵਾਲਦੈਨ ਮੈਨੂੰ ਛੋੜ ਦੇਣਗੇ। ਜਿਸ ਤਰ੍ਹਾਂ ਉਹ ਇਹ ਚੀਜ਼ਾਂ ਪੜ੍ਹਦੇ ਨੇ ਕਿ ਜਨਾਬ ਉਹ ਤੇ ਆਪਣੀ ਮਿਰਜ਼ਾ ਸਾਹਿਬ ਬੀਵੀ ਦੀ ਮੁਹੱਬਤ ਹੀ ਕਹਿੰਦੇ ਨੇ, ਬੱਚਿਆਂ ਨੂੰ ਆਹ ਕਰ ਦਿਆਂਗਾ। ਤੇ ਇਸ ਤਰ੍ਹਾਂ ਦੀ ਇਹਨਾਂ ਵਿੱਚ ਜਿਹੜੀ ਹੈ ਨਾ ਰਵਾਇਤ, ਉਹ ਇਸ ਕਦਰ ਸਖਤ ਨੇ ਕਿ ਉਹ ਵਿਚਾਰੇ ਫਿਰ ਡਰਦੇ ਨੇ ਕਿ ਜਨਾਬ ਇਹ ਮਾਹਨਾ ਚੰਦਾ ਅਗਰ ਨਾ ਹੀ ਦਿੱਤਾ ਜਾਂ ਕਿਸੇ ਚੀਜ਼ ਮਰੀਮ ਚੰਦਾ ਨਾ ਦਿੱਤਾ ਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ। ਬੰਦੇ ਕਹਿਣਗੇ ਜਨਾਬ ਇਹ ਖਾਤੇ ਤੁਹਾਡੇ ਕਲੀਅਰ ਨਹੀਂ, ਤੇ ਜਾਂ ਦੀਗਰ ਹੋਰ ਕੋਈ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਸਾਈਡ ਤੋਂ ਹੋਣ ਦੀ, ਤੇ ਸਾਡਾ ਸੋਸ਼ਲ ਬਾਈਕਾਟ ਹੋਏਗਾ ਜੀ। ਹਾਂਜੀ, ਬਸ ਉਹ ਇੱਕ ਕਮਜ਼ੋਰੀ ਹੈ ਨਾ, ਜ਼ਿਹਨੀ ਕਮਜ਼ੋਰੀ ਹੈ ਨਾ, ਵਰਨਾ ਇਸ ਦੁਨੀਆ ਦੇ ਉੱਤੇ ਤੇ ਹੁਣ ਇੰਨੀ ਲਿਬਰਟੀ ਹੈ ਕਿ ਲੋਕੀ ਦੀਨ ਨੂੰ ਹੀ ਛੱਡ ਕੇ ਬਹਿ ਗਏ ਨੇ, ਤੇ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ, ਕੋਈ ਆਖਣ ਵਾਲਾ ਨਹੀਂ। ਇਹਦੇ ਮਾਸ਼ਰੇ ਦੇ, ਇਸ ਮਾਸ਼ਰੇ ਦੀਆਂ ਆਜ਼ਾਦੀਆਂ ਨੂੰ ਲੋਕ ਇਸ ਹੱਦ ਤੱਕ ਸੈਲੀਬ੍ਰੇਟ ਕਰ ਰਹੇ ਨੇ ਕਿ ਅਗਰ ਇਹੋ ਹੀ ਬੰਦੇ ਜਿਹੜੇ ਇੱਥੇ ਮੁਲਹਿਦ ਹੋਣ ਦਾ ਐਲਾਨ ਟਿਕਟਾਕ 'ਤੇ ਸਾਡੇ ਸਾਹਮਣੇ ਕਰਦੇ ਨੇ, ਅਗਰ ਇਹ ਪਾਕਿਸਤਾਨ ਹੁੰਦੇ ਤਾਂ ਇਹਨਾਂ ਦਾ ਕੀ ਅੰਜਾਮ ਹੋਣਾ ਸੀ? ਮਾਸ਼ਰੇ ਨੇ ਇਹਨਾਂ ਨਾਲ ਕੀ ਕਰਨਾ ਸੀ? ਜ਼ਬਰਦਸਤੀ ਲੋਕਾਂ ਨੇ ਇਹਨਾਂ ਨੂੰ ਹਰੇ ਕਿੰਨਾ ਕਿ ਇਹਦੇ ਨਾਲ ਹੋ ਜਾਂਦਾ, ਲੇਕਿਨ ਇੱਥੇ ਆ ਕੇ ਤੇ ਲੋਕਾਂ ਨੇ ਜਿਸ ਲਿਬਰਟੀ ਦਾ ਇਜ਼ਹਾਰ ਕੀਤਾ ਹੈ, ਉਹਦੇ ਬਾਅਦ ਵੀ ਅਗਰ ਕੋਈ ਬੰਦਾ ਆਖੇ ਨਾ ਕਿ ਮੈਂ ਆਜ਼ਾਦ ਨਹੀਂ ਹਾਂ, ਮੈਂ ਪਾਬੰਦ ਹਾਂ, ਮੈਂ ਫਸਿਆ ਵਾਂ, ਤੇ ਫਿਰ ਉਹ ਆਪਣੇ ਆਪ ਨਾਲ ਹੀ ਝੂਠ ਬੋਲਣ ਲੱਗੇ। ਉਹਨੂੰ ਕੋਈ ਪਾਬੰਦੀ ਨਹੀਂ, ਉਹਨੂੰ ਕੋਈ ਫਸਾ ਨਹੀਂ ਹੈ,
ਉਹ ਆਪਣੇ ਆਪ ਨਾਲ ਆਪ ਜ਼ੁਲਮ ਕਰਨ ਲੱਗੇ ਹੈ। ਇਸ ਦੌਰ ਦੇ ਵਿੱਚ, ਇਸ ਸਦੀ ਦੇ ਵਿੱਚ, ਇਸ ਮਾਸ਼ਰੇ ਦੇ ਵਿੱਚ ਆ ਕੇ ਕੋਈ ਕਿਸੇ ਦੀ ਪਾਬੰਦੀ ਨਹੀਂ। ਈਵਨ ਤੁਹਾਨੂੰ ਬਾਜ਼ ਲੋਕ ਨੇ, ਮੈਂ ਉਹਨਾਂ ਦੀਆਂ ਪਰਸਨਲੀ ਜਿਹੜੇ ਪ੍ਰਾਈਵੇਟ ਮੈਸੇਜ ਕਰਦੇ ਨੇ, ਤੇ ਇੱਕ ਦੋ ਬੰਦਿਆਂ ਨੇ ਇਸ ਤਰ੍ਹਾਂ ਦੀ ਵੀ ਗੱਲ ਦੱਸੀ ਕਿ ਬਈ ਸਾਡੇ ਬੱਚੇ ਨੇ ਤੇ ਅਸੀਂ ਪਰੇਸ਼ਾਨ ਹਾਂ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ। ਬਈ ਹੁਣ ਤੋਂ ਵੀ ਮਸਲਾ ਕੋਈ ਨਹੀਂ ਰਿਹਾ ਹੈ। ਜਿੰਨੀ ਤੇਜ਼ੀ ਨਾਲ ਮੁਆਸ਼ਰਾ ਜਿਹੜਾ ਹੈ ਉਹ ਮੁਕੰਮਲ ਮਾਦਰ ਪਿਦਰ ਆਜ਼ਾਦੀ ਦੀ ਤਰਫ ਜਾ ਰਿਹਾ ਹੈ ਨਾ, ਤਾਂ ਬੱਚਿਆਂ ਦਾ ਵੀ ਮਸਲਾ ਕੋਈ ਨਹੀਂ ਰਿਹਾ। ਬੱਚੇ ਕੋਈ ਕਿਹੜੇ ਪੈ ਵਿਆਹ ਕਰਦਾ, ਕੋਈ ਕਿਹੜੇ ਪੈ ਜਾ ਕੇ ਆਪਣੀ ਮਰਜ਼ੀ ਨਾਲ ਕਰਦਾ, ਪਰ ਮਾਂ ਬਾਪ ਦੇ ਉੱਤੇ ਜਿਹੜਾ ਬੋਝ ਜਾਂ ਜਿਹੜੀ ਸੋਚ ਹੁੰਦੀ ਸੀ ਉਹ ਖਤਮ ਹੁੰਦੀ ਜਾ ਰਹੀ ਹੈ। ਤੇ ਜਿੱਥੇ ਇੰਨੀ ਲਿਬਰਟੀ ਹੋਵੇ ਉੱਥੇ ਬੰਦਾ ਕੋਈ ਇਹ ਆਖੇ ਕਿ ਜੀ ਸਾਨੂੰ ਪਾਬੰਦੀਆਂ ਨੇ, ਅਸੀਂ ਕੁਝ ਕਹਿ ਨਹੀਂ ਸਕਦੇ, ਅਸੀਂ ਕੁਝ ਬੋਲ ਨਹੀਂ ਸਕਦੇ, ਅਸੀਂ ਸਵਾਲ ਕਰ ਨਹੀਂ ਸਕਦੇ, ਅਸੀਂ ਉਹਨਾਂ ਨੂੰ ਪੁੱਛ ਨਹੀਂ ਸਕਦੇ। ਤੇ ਫਿਰ ਉਹੀ ਹੁਸੈਨੀ ਸਾਹਿਬਾਨ ਨੇ ਉਹ ਸ਼ੇਰ ਤੋਂ ਬੜਾ ਸਿਆਣਾ, ਬੜਾ ਪਿਆਰਾ ਸੁਣਾਇਆ ਕਿ ਅਫਸੋਸ ਸਦ ਅਫਸੋਸ शाही न बना तू, देखे न तेरी आंख ने फितरत के इशारात, तकदीर के काजी का ये फतवा है अज़ल से, है जुर्म ज़ईफ़ी की सज़ा मर्ग मफाजात। जिन्हें ये जुर्म करना है उन्हें अपने आप नू आप कहना ना, डेस्परेशन च जाके डुब के उन्हें आप कहना ना किरमे खाकी हूँ मेरे प्यारे ना आदमजात। वो तो आप गुमराही दी ते ਮਾਯੂਸੀ ਦੀ ਦਲਦਲ ਵਿੱਚ ਆਪ ਆਪਣੇ ਆਪ ਨੂੰ ਸੁੱਟਦਾ ਪਿਆ। ਅੱਲਾ ਦੀ ਰਹਿਮਤ ਤੋਂ ਕਦੇ ਮਾਯੂਸ ਨਹੀਂ ਹੋਣਾ ਚਾਹੀਦਾ। ਮੈਂ ਐਸੇ ਬੰਦਿਆਂ ਨੂੰ ਜਾਣਨਾ ਜਿਨ੍ਹਾਂ ਬੰਦਿਆਂ ਦੇ ਉੱਤੇ ਇੰਨੇ ਹਨੇਰੀਆਂ ਝੁੱਲ ਗਈਆਂ, ਇੰਨੀਆਂ ਤਕਲੀਫਾਂ, ਇੰਨੀਆਂ ਪਰੇਸ਼ਾਨੀਆਂ ਇੰਨੇ ਨੇ ਉਹਨਾਂ ਦੇ ਉੱਤੇ ਆਏ ਨੇ। ਉਹਨਾਂ ਨੇ ਇਸ ਦਲੇਰੀ ਨਾਲ ਉਹਨਾਂ ਨੂੰ ਫੇਸ ਕੀਤਾ ਕਿ ਵੱਲਾ ਉਹਨਾਂ ਨੂੰ ਵੇਖ ਕੇ ਰਸ਼ਕ ਆਉਂਦਾ ਕਿ ਅੱਲਾ ਸਾਨੂੰ ਵੀ ਇੰਨੀ ਤੂੰ ਦਲੇਰੀ ਦਹੀਂ। ਜੇ ਜ਼ਿੰਦਗੀ ਦੇ ਵਿੱਚ ਬੁਢਾਪਾ ਵੀ ਆਉਣ ਵਾਲਾ ਹੈ, ਬਿਮਾਰੀਆਂ ਵੀ ਆਉਂਦੀਆਂ ਨੇ, ਮੌਤ ਜ਼ਿੰਦਗੀ ਵੀ ਬੰਦੇ ਦਾ ਹਿੱਸਾ ਹੈ, ਲੇਕਿਨ ਅਸੀਂ ਤੇ ਕਮਜ਼ੋਰ ਜੇ ਬੰਦੇ ਆ। ਸਾਡੇ 'ਚ ਉਹਨਾਂ ਬੰਦਿਆਂ ਦੇ ਬਿਲ ਮੁਕਾਬਲ ਕੁਛ ਵੀ ਨਹੀਂ ਹੈ। ਬਹਾਦਰੀ ਜਾਂ ਸਬਰ ਜਾਂ ਹੌਸਲਾ ਉਹਨਾਂ ਦੇ ਮੁਕਾਬਲ 'ਚ ਐਸੇ ਮੈਂ ਬੰਦੇ ਵੇਖੇ ਨੇ। ਜੀ ਭਾਈ ਅੱਲਾਹ ਤਾਲਾ ਦਾ ਫਜ਼ਲ ਹੈ ਨਾ, ਇਹ ਫਜ਼ਲ ਹੀ ਹੈ ਜਿਹੜਾ ਆਸਾਨ ਕਰ ਦਿੰਦਾ ਹੈ ਚੀਜ਼ਾਂ ਨੂੰ। ਆਈਡੀ ਨੇ ਜੁਆਇਨ ਕੀਤਾ ਹੈ, ਉਸ ਆਈਡੀ ਦਾ ਨਾਂ ਹੈ ਗੁਲਾਮ ਇਬਨ ਗੁਲਾਮ। ਤੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਬਸ ਇਹੀ ਤਰਤੀਬ ਹੈ ਕਿ ਅਗਰ ਆਪਣੇ ਆਪ ਨੂੰ ਇਤਨਾ ਨਾਈਵ ਔਰ ਕਮਜ਼ੋਰ ਔਰ ਹਿੰਮਤ ਵਾਲਾ ਨਾ ਸਮਝਿਆ ਜਾਏ ਤਾਂ ਫਿਰ ਕੁਝ ਵੀ ਨਹੀਂ ਹੋ ਸਕਦਾ। ਫਿਰ ਆਪਣੇ ਆਪ ਨੂੰ ਆਪ ਜ਼ੁਲਮ ਕਰਨਾ ਤੇ ਕਰੀ ਜਾਓ, ਆਪਣੇ ਆਪ ਨੂੰ ਆਪ ਖੂਹ 'ਚ ਸੁੱਟਣਾ ਤੇ ਆਖਣਾ। ਉਹ ਜਿਸ ਤਰ੍ਹਾਂ ਇਹ ਕਈ ਡਰਾਮੇ ਮੈਂ ਵੇਖਦਾ ਸੀ ਪਾਕਿਸਤਾਨ, ਜਿਹੜੇ ਨਸ਼ਈ ਹੁੰਦੇ ਨੇ ਨਾ, ਨਸ਼ੇ 'ਚ ਡੁੱਬੇ, ਪਤਾ ਕੀ ਆਖਣਗੇ? दुनिया बड़ी जालिम है, यहाँ कोई किसी की मदद नहीं करता, हमने लोगों से बहुत अच्छा किया, हमारे साथ लोगों ने बुरा किया। वो फिर ड्रामे का जोड़ा अखलाकी दर्स वो यही देंगे ने कि तू अपने आप नाल आप अच्छा करना है जे कर सकना है। जे तू अपनी अच्छाई चाहना तू आप अपने पैरों तो उठ के खलोना है। तेनों किसी ने नहीं आके उठाना, तेनों किसी ने आके खड़ा नहीं करना। तो तेरी नजात तेरे अपने हथ विच। अगर तू चाहना है तो कदम तू आप चुकना है, पैर तू आप चुकना है। 12वीं च ना एक कहानी सी अंग्रेजी दी, यंग सीगल, मेरा ख्याल है शायद असां पढ़ी भी होई होएगी तो पढ़ांदा भी मैं रहा वां। अंग्रेजी दी कहानी सी। बगला जिहड़ा है वो बगला ते ओदी वाइफ दोए मियाँ बीवी ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ ਪਰਵਾਜ਼। ਹੁੰਦਾ ਕੀ ਹੈ ਕਿ ਉਹ ਜਿਹੜੇ ਦੂਜੇ ਬਗਲਿਆਂ ਦੇ ਬੱਚੇ ਹੁੰਦੇ ਨੇ ਉਹ ਸਾਰੇ ਉੱਡ ਜਾਂਦੇ ਨੇ ਘੋਂਸਲਿਆਂ 'ਚ, ਇੱਕ ਬੱਚਾ ਜਿਹੜਾ ਨਾ ਉਹ ਵਿੱਚ ਅੜ ਜਾਂਦਾ। ਉਹ ਡਰਪੋਕ ਹੁੰਦਾ, ਡਰਾਕਲ ਹੁੰਦਾ ਕਿ ਮੈਂ ਅਗਰ ਉੱਡਿਆ ਤਾਂ ਮੈਂ ਡਿੱਗ ਪਵਾਂਗਾ ਥੱਲੇ ਘੋਂਸਲੇ ਤੋਂ, ਤੇ ਮੈਨੂੰ ਮੇਰੇ ਪਰ ਜਿਹੜੇ ਨੇ ਸਪੋਰਟ ਨਹੀਂ ਕਰਨਗੇ। ਤੇ ਮਾਂ ਵੇਖਦੀ ਏ ਕਿ ਇਹ ਏਡਾ ਕਿਉਂ ਡਰਾਕਲ ਹੈ ਬੱਚਾ, ਇਹਨੂੰ ਮਤਲਬ ਦੂਜੇ ਸਾਰੇ ਉੱਡ ਗਏ ਨੇ ਤੇ ਇਹਨੂੰ ਕੀ ਪ੍ਰੋਬਲਮ ਹੈ। ਉਹਨੂੰ ਲਿਆ ਕੇ ਮੱਛੀ ਉਹਦੇ ਮੂੰਹ 'ਚ ਪਾਉਂਦੀ ਏ, ਖਵਾਉਂਦੀ ਏ। ਉਹ ਚੰਗਾ ਭਲਾ ਤਾਕਤਵਰ ਹੋ ਜਾਂਦਾ, ਲੇਕਿਨ ਉਹਦੇ 'ਚ ਜੁਰਤ ਨਹੀਂ ਹੁੰਦੀ। ਉਹਦੀ ਮਾਂ ਫਿਰ ਕੀ ਟੈਕਨੀਕ ਇਸਤੇਮਾਲ ਕਰਦੀ ਉਸ ਕਹਾਣੀ ਦੇ ਵਿੱਚ ਦੱਸਿਆ ਗਿਆ, ਅੰਗਰੇਜ਼ੀ ਦੀ ਕਹਾਣੀ ਸੀ ਕਿ ਮਾਂ ਮੱਛੀ ਦਾ ਟੁਕੜਾ ਲੈ ਕੇ ਆਉਂਦੀ ਹੈ ਤੇ ਉਹਦੀ
ਘੌਂਸਲੇ ਦੇ ਬਾਹਰ ਹਵਾ ਦੇ ਵਿੱਚ ਮੁਅੱਲਕ ਹੋ ਕੇ ਨਾ ਪਰ ਫੜਫੜਾਉਂਦਿਆਂ ਹੋਇਆਂ ਉਹਦੇ ਅੱਗੇ ਚੁੰਝ ਦੇ ਅੱਗੇ ਕਰਦੀ ਏ ਮੱਛਲੀ ਦਾ ਟੁਕੜਾ। ਉਹ ਅਗਾਂਹ ਮੱਛਲੀ ਦਾ ਟੁਕੜਾ ਆਪਣੇ ਮੂੰਹ 'ਚ ਪਾਉਣ ਵਾਸਤੇ ਨਾ ਅਗਾਂਹ ਹੁੰਦਾ ਹੈ ਪੱਥਰ 'ਤੇ, ਉਹ ਪਹਾੜ ਦੀ ਕਿਸੇ ਇੰਚ ਚੋਟੀ ਦੇ ਉੱਤੇ, ਅਤੇ ਉਹ ਅਗਾਂਹ ਹੁੰਦਾ ਜਿਹੜੀ ਹੈ ਨਾ ਮਾਂ ਉਹਨੂੰ ਇੰਨਾ ਕੁ ਖਿੱਚ ਲੈਂਦੀ ਏ ਕਿ ਉਹ ਉਹਦੇ ਤੋਂ ਸਲਿੱਪ ਹੋ ਜਾਂਦਾ ਹੈ। ਉਹ ਚੁੰਝ ਨਾਲ ਆਪਣੇ ਦਿਲੋਂ ਮੱਛੀ ਦਾ ਟੁਕੜਾ ਫੜਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਹਵਾ ਦੇ ਵਿੱਚ ਡਿੱਗ ਜਾਂਦਾ ਹੈ। ਜਿਸ ਵੇਲੇ ਹਵਾ ਦੇ ਵਿੱਚ ਡਿੱਗਦਾ ਹੈ ਤੇ ਨੈਚੁਰਲੀ ਉਹ ਆਪਣੇ ਜਿਹੜੇ ਪਰ ਨੇ ਉਹਨਾਂ ਨੂੰ ਹਿਲਾਉਂਦਾ ਹੈ ਤੇ ਉਹ ਪਰਵਾਜ਼ ਸ਼ੁਰੂ ਹੋ ਜਾਂਦੀ ਉਹਦੀ ਮਾਂ ਦੀ। ਬਸ ਇੰਨਾ ਹੀ ਕੰਮ ਸੀ ਜਿਹਦੇ ਬਾਅਦ ਤੂੰ ਡਰ ਕੇ ਤੇ ਤੇਰੇ ਸਾਰੇ ਭੈਣਾਂ ਭਰਾ ਉੱਡਣ ਲੱਗ ਪਏ ਨੇ ਆਪਣੀਆਂ ਪਰਵਾਜ਼ਾਂ ਕਰਨ, ਤੇ ਤੂੰ ਅੰਦਰ ਬੈਠਿਆ ਸੀ ਘੌਂਸਲੇ ਦੇ ਵਿੱਚ। ਅਮਰ ਭਾਈ ਅਰਜ਼ ਕਰਾਂ ਭਈ ਉਹ ਵਾਲੀ ਮਾਂ ਬਣਨਾ ਪੈਣਾ ਹੈ। ਤੂੰ ਸੁਣਾ ਦਾ ਤੂੰ ਉਹ ਸਵਾਲ ਨੰਬਰ 6। ਜੀ ਜ਼ਰੂਰ ਇਨਸ਼ਾਅੱਲਾ ਉਹ ਵਾਲੀ ਮਾਂ ਬਣਨਾ ਪੈਣਾ ਹੈ, ਲੇਕਿਨ ਅੱਜ ਕੱਲ ਅਸੀਂ ਮਾਂ ਭੈਣ ਇੱਕ ਕਰਕੇ ਆਪਣਿਆਂ ਦੀ ਵੀ ਤੇ ਬੇਗਾਨਿਆਂ ਦੀ ਇਹ ਕੋਈ ਮੁਨਾਸਬ ਰਵਈਏ ਨਹੀਂ ਕਈਆਂ ਭਾਈਆਂ ਦੇ। ਜੀ ਬਸ नंबर 6 सुनना चाहना मैं। तो लगाऊं तबसरा? जी। आज हमारे सामने एक बहुत ही गैर मामूली तहरीर है। ये एक तरह की मजहबी और मंतकी भूल भुलैया है। जी बिल्कुल। एक मुसन्निफ है जिन पर तजाद बयानी का इल्जाम लगा और ये तहरीर उसी का दिफा है। और सवाल बहुत गहरा है कि आखिर किसी को काफिर कहने की लकीर कहाँ खींची जाती है, खास तौर पर जब मामला एक नए मजहबी दावेदार को मानने या ना मानने का हो। तो आइए उसकी परतें खोलते हैं। सबसे पहले तो ये बताएं कि मुसन्निफ पर इल्जाम था क्या? इल्जाम बहुत बज़ाहिर बहुत सीधा और बहुत वजनी था। अब्दुल हकीम खान नामी एक निकाद ने मुसन्निफ को उन्हीं की पुरानी तहरीरों का हवाला दिया। अच्छा, उन्हीं की किताबों से? जी। उन्होंने कहा कि आपने तो हजारों बार लिखा है कि जो कोई कलमा पढ़ता है और किबले की तरफ मुंह करता है उसे काफिर कहना जायज ही नहीं। ये तो एक बहुत वाज़ेह उसूल है, मतलब कलमा और किबला। बिल्कुल। तो इस उसूल के हिसाब से तो सिर्फ आपको ना मानने से कोई काफिर नहीं हो सकता है ना। हाँ, बात तो सीधी लगती है। लेकिन फिर वही निकाद एक और तहरीर सामने लाता है, एक खत जो मुसन्निफ ने खुद उसी अब्दुल हकीम खान को लिखा था। अच्छा। और इस खत में वो लिखते हैं कि जिस शख्स तक मेरा दावा पहुंचा और उसने मुझे कबूल नहीं किया वो मुसलमान नहीं है। एक मिनट, ये तो बिल्कुल उलट बात हो गई। जी यही तो असल मसला है। एक तरफ कहना कि मेरे मुनकिर को काफिर मत कहो और दूसरी तरफ कहना कि मेरा मुनकिर मुसलमान ही नहीं। ये खुला तजाद है। ये तो वाकई बहुत बड़ा तजाद है। मतलब कोई भी शख्स ये सुनेगा तो कहेगा कि ये दो अलग अलग बातें हैं, इसका दिफा कैसे मुमकिन है? यही वो पॉइंट है जहाँ से ये तहरीर एक गहरी मंतकी दलील बन जाती है। मुसन्निफ ये नहीं कहते कि मैंने अपना मौक़िफ़ बदला है। तो फिर वो क्या कहते हैं? वो कहते हैं कि तजाद सिर्फ देखने में हकीकत में नहीं। उनका जवाब बहुत दिलचस्प है। वो सबसे पहले उस मफरूजे को ही चैलेंज करते हैं जिस पर ये इल्जाम खड़ा है। और वो मफरूजा क्या है? मफरूजा ये है कि मुझे ना मानने वाला एक न्यूट्रल यानी गैर जानिबदार शख्स है। मुसन्निफ कहते हैं ऐसा नहीं है। अच्छा, तो फिर वो क्या है? वो कहते हैं कि जो शख्स मेरे दावे को जानने के बाद मुझे नहीं मानता वो दरअसल दो अलग लोग नहीं है, यानी सिर्फ ना मानने वाला और काफिर कहने वाला। खुदा की नजर में ये एक ही ग्रोह है। ये कैसे हो सकता है? उनकी लॉजिक ये है कि कोई मुझे रद्द इसलिए करता है क्योंकि वो मुझे सच्चा नहीं समझता बल्कि एक झूठा एक मुफ्तरी समझता है। मुफ्तरी ये एक बहुत संगीन लफ्ज है, मतलब खुदा पर झूठ बांधने वाला। बिल्कुल। और इस्लामी इलाहियात में ये शिर्क के बाद शायद सबसे बड़ा गुनाह है। मुसन्निफ फौरन कुरान की आयत का हवाला देते हैं कि इससे बड़ा जालिम कौन होगा जो अल्लाह पर झूठ बांधे। यानी जालिम से मुराद काफिर है? जी। तो मुसन्निफ कह रहे हैं कि जब कोई मुझे रद्द करता है तो वो मुझे कोई आम इंसान नहीं कह रहा बल्कि वो मुझे एक महा काफिर कह रहा है। वाह, यानी उनके नजदीक गैर जानिबदारी का कोई ऑप्शन ही नहीं है। या तो मानो या फिर झूठा कहो, बीच का कोई रास्ता नहीं। बिल्कुल, यही उनकी दलील का मरकजी नुक्ता है। और वो कहते हैं कि अगर मैं सच्चा हूं तो मुझे काफिर कहने का हुक्म वो खुद उसी शख्स पर लौट जाता है। ये तो एक बहुत ही ताकतवर मंतकी जाल है, मतलब अपने मुखालिफिन को उनके अपने ही उसूलों से फंसा दिया। ये तो दिफा से बढ़कर हमला लग रहा है। आपने बिल्कुल सही पकड़ा, ये एक जबरदस्त मंतकी जाल है। लेकिन वो यहाँ रुकते नहीं है, वो इस दलील को मजीद आगे बढ़ाते हैं। अच्छा, वो कैसे? वो अपने दावे को इस्लाम की बड़ी पेशगोइयों से जोड़ देते हैं। वो कहते हैं कि जो मुझे कबूल नहीं करता वो दरअसल सिर्फ मुझे नहीं बल्कि खुदा और उसके रसूल को भी कबूल नहीं करता। ये तो बहुत बड़ा दावा है। जी। और उसके सबूत में वो कई मिसालें देते हैं। मसलन? एक तो वो कहते हैं कि नबी अकरम सल्लल्लाहु अलैहि वसल्लम ने फरमाया था कि आखिरी जमाने में मसीह मऊद इसी उम्मत में से आएगा। दूसरा, वो मेराज के वाक़े का हवाला देते हैं जहां नबी अकरम सल्लल्लाहु अलैहि वसल्लम ने ईसा इब्न मरियम को दूसरे आसमान पर देखा। याहिया अलैहिस्सलाम के साथ? जी, याहिया अलैहिस्सलाम के साथ, जो कि वफात पा चुके थे। तो उनकी मंतिक ये है कि अगर ईसा जिंदा आसमान पर होते तो वो जिंदा लोगों की जमात में होते, मुर्दों की जमात में नहीं। ये बहुत बारीक नुक्ता है। बिल्कुल। तीसरा, वो कुरान की आयत से ईसा इब्न मरियम की वफात साबित करते हैं।
और चौथा, और ये बहुत बड़ा दावा है, वो कहते हैं कि मेरी सच्चाई के सबूत में खुदा की तरफ से 3 लाख से ज्यादा आसमानी निशानात जाहिर हो चुके हैं। 3 लाख? एक मिनट, 3 लाख? ये तो एक नाकाबिल यकीन अदद है। ये निशानात किस किस्म के थे? वो अपनी तहरीरों में बताते हैं कि उनमें दुआओं का कबूल होना, गैब की खबरें, पेशगोइयां शामिल हैं, लेकिन सबसे नुमाया निशान जिसका वो जिक्र करते हैं वो रमजान के महीने में चांद और सूरज ग्रहण का लगना है। अच्छा, यानी वो अपने दावे को कुरान, हदीस और आसमानी निशानात के एक पूरे निजाम से जोड़ रहे हैं। जी, तो उनके मुताबिक अब उनका इनकार सिर्फ एक शख्स का इनकार नहीं रहा, बल्कि इन तमाम चीजों का इनकार बन गया है। तो बात अब बहुत बड़ी हो गई है। जी, और यहाँ से मुसन्निफ अपनी दलील का रुख मुकम्मल तौर पर अपने नाकिदीन की तरफ मोड़ देते हैं, एक तरह का जवाबी हमला। वो कैसे? वो कुरान की सूरतुल हुजरात की आयत का हवाला देते हैं कि कुछ बदुओं ने कहा हम ईमान लाए, तो कहा गया कि तुम कहो हमने इताअत की, ईमान अभी तुम्हारे दिलों में दाखिल नहीं हुआ। यानी वो अपने मुखालिफिन पर ये आयत लागू कर रहे हैं? बिल्कुल। वो सवाल उठाते हैं कि जो लोग इतने निशानात देखकर भी इनकार कर रहे हैं, खुदा की नजर में वो हकीकी मोमिन कैसे हो सकते हैं? और फिर वो शरीयत का एक मशहूर उसूल मेज पर रखते हैं। वो कहते हैं कि मेरे मुखालिफिन खुद मानते हैं कि जो किसी मोमिन को काफिर कहे वो खुद काफिर हो जाता है। ओह, यानी उन्होंने पूरा इल्जाम ही पलट दिया। जी, उनकी लॉजिक ये है कि चूंकि 200 उलमा ने मुझ पर कुफ्र का फतवा लगाया है और अगर मैं खुदा की नजर में सच्चा मोमिन हूँ तो ये फतवा देने वाले 200 उलमा खुद काफिर हो गए। वाह, ये तो शतरंज की बाजी की तरह है। उन्होंने अपने मुखालिफिन को उनके अपने ही हथियार से चेकमेट कर दिया, वरना तुम अपनी ही उसूल से काफिर ठहरोगे। नाखिदीन तो उसे इसी नजर से देखते हैं, लेकिन मुसन्निफ के नुक्ता नजर से ये एक इलाहियाती हकीकत का बयान है और वो इस मुखम्मसे का एक हल भी पेश करते हैं जो दरअसल एक चैलेंज है। और वो चैलेंज क्या है? वो कहते हैं कि अगर उन उलमा में जरा भी ईमान है तो इस सूरत हाल से निकलने का एक रास्ता है। वो क्या है? वो मुतालबा करते हैं कि ये 200 उलमा एक तफसीली इश्तिहार शाया करें जिसमें वो अपने नामों के साथ ऐलान करें कि चूंकि हमने एक कलमा गो मोमिन को काफिर करार दिया, इसलिए हम अपने ही उसूल के मुताबिक खुद काफिर हो गए हैं। क्या मतलब वो चाहते हैं कि वो उलमा बाकायदा इश्तिहार छुपवाएं कि हम काफिर हो गए? जी हाँ, और वो कहते हैं कि अगर ਇਹਦੇ 'ਚ ਨਾ 2-3 ਗਲਤੀਆਂ ਹੋ ਗਈਆਂ ਨੇ। ਪਹਿਲੀ ਗਲਤੀ ਤੇ ਇਹ ਵੇ ਕਿ ਉਹ ਡਾਕਟਰ ਅਬਦੁਲ ਹਕੀਮ ਦਾ ਸਵਾਲ ਨਹੀਂ ਸੀ, ਡਾਕਟਰ ਅਬਦੁਲ ਹਕੀਮ ਪਟਿਆਲਵੀ ਦਾ ਸਵਾਲ ਨਹੀਂ ਸੀ, ਬਲਕਿ ਸਵਾਲ ਦੇ ਵਿੱਚ ਸਿਰਫ ਉਹਦਾ ਰੈਫਰੈਂਸ। ਦੂਸਰਾ ਇਹ ਕਿ ਸਾਇਲ ਕੋਈ ਹੋਰ ਸੀ ਤੇ ਉਹਨੇ ਸਵਾਲ ਕੀਤਾ ਸੀ ਡਾਕਟਰ ਪਟਿਆਲਵੀ ਦਾ ਜ਼ਿਕਰ ਕਰਕੇ ਰੈਫਰੈਂਸ ਦੇ ਕੇ। ਦੂਸਰਾ ਇਹ ਕਿ ਜਿਹੜੀ ਹੁਣ ਵੀ ਉਹ ਗੱਲ ਪਿਆ ਕਰਦਾ ਹੈ ਨਾ ਕਿ ਕੀ ਗੱਲ ਪਿਆ ਕਰਦਾ ਸੀ ਆਖਰੀ ਫਤਵਾ ਦੇਣ ਕੇ ਹਾਂ 200 ਉਲਮਾ ਨੂੰ ਉਹਨੇ ਨਹੀਂ ਸੀ ਕਿਹਾ ਕਿ ਤੁਸੀਂ ਇਸ਼ਤਿਹਾਰ ਛਪਾਓ। ਇਹ ਮੁਤਾਲਬਾ ਉਹਨੇ 200 ਉਲਮਾ ਨੂੰ ਨਹੀਂ ਸੀ ਕੀਤਾ, ਬਲਕਿ ਜਿਹੜੇ ਲੋਕ ਉਹਨੂੰ ਕਹਿ ਰਹੇ ਸੀ ਨਾ, ਜਾਂ ਸਾਇਲ ਸੀ ਜਿਹੜਾ ਸਵਾਲ ਕਰਨ ਵਾਲਾ, ਉਹਨੂੰ ਉਹਨੇ ਕਿਹਾ ਸੀ ਕਿ ਤੁਸੀਂ ਇਹਨਾਂ 200 ਉਲਮਾ ਦੇ ਮੁਤਲਕ ਇਸ਼ਤਿਹਾਰ ਛਪਾਓ, ਯਾਨੀ ਤੁਸੀਂ ਇਸ਼ਤਿਹਾਰ ਛਪਵਾਓ ਔਰ ਇਹ ਕਹੋ ਕਿ ਉਹ ਮੌਲਵੀ ਸਾਰੇ ਕਾਫਰ ਨੇ, ਮਿਰਜ਼ਾ ਕਾਦੀਆਨੀ ਮੁਸਲਮਾਨ। ਐਸ ਇਸ਼ਤਿਹਾਰ ਦਾ ਤਕਾਜ਼ਾ ਕੀਤਾ ਗਿਆ ਸੀ। ਸੋ ਮੈਨੂੰ ਇੰਝ ਲੱਗਦਾ ਹੈ ਕਿ ਉਹ ਮਿਕਸਅਪ ਪਿਆ ਕਰਦਾ ਗੱਲਾਂ ਨੂੰ। ਇਹ ਨਹੀਂ ਮੈਨੂੰ ਪਤਾ कि ਤੁਸੀਂ ਉਹਦੀ आमिर भाई वो इसलिए मिक्सअप कर रहा है ना क्योंकि मैंने इसको दी है क्वेश्चन 6 जो इंग्लिश में इन्होंने लिखा है, तो वो उसके हिसाब से सही से कर रहा है इसका तज्जिया। जो इंग्लिश में इन्होंने जो चवले मारी है ना उसमें भी उन्होंने तहरीफात की हुई है, क्योंकि मेरे पास वो उर्दू वाला है नहीं ऑप्शन कि मैं इसको दूँ, क्योंकि मेरे में वो ये गलतियाँ बीच में कर रहा है ना। ये इश्तिहार का तकाजा ये था कि ये जो मुझे कहते हैं कि आप तकफीर करने वालों को तो कहें, हमें तो ना कहें, हम तो गैर जानबदार हैं, हम तो मतलब आम अवाम हैं, अवाम का इनाम है, हमारे ऊपर आप क्यों सख्ती करते हैं कि जो मुझे नहीं मानता वो काफिर हो गया। आपके नाम मानने से तो आपने खुद कहा हुआ है कि जो आपको नहीं मानता वो काफिर नहीं है। तरियाकुल कुलूब में आपने लिखा था ना कि आपके दावे के इनकार से कोई बंदा काफिर नहीं होता। अब आप हमारे ऊपर सख्ती क्यों कर रहे हैं, ये था उसका सवाल। इसका जवाब इसने ये दिया था कि अगर आप ये समझते हैं कि आप बेकसूर हैं तो आप उन मौलवियों को काफिर करार दें जिन्होंने मेरे साथ सख्ती की है, मुझे काफिर करार दिया। जब तक आप उनके ऊपर इश्तिहार नहीं देते आपको उन्हीं मौलवियों के साथ समझा जाएगा। आप उन मौलवियों के साथी हैं क्योंकि उन मौलवियों ने मेरे पर फतवा दिया हुआ है और आप खामोशी तान के मतलब लंबी तान के सोए हुए हैं। ये था उन लोगों से, साइल से या साइल के पीछे छुपी हुई सोच से उसका खताब। लेकिन जो असल चीज़ है ना, जिसको तनाकुस को उसने बयान किया है,
उसको मैं सुनना चाहता हूँ कि क्या तनाकुस के बारे में उसने कोई तबसरा किया है कि तनाकुस दूर हुआ कि नहीं हुआ। ये तो मिक्सअप कर रहे हैं, तो बातें गलत कर रहे हैं बीच में, क्योंकि वो जो इन्होंने इंग्लिश में फिर तहरीफात की हुई है, फिर उसी हिसाब से ये चल रहा है ना, जो टेक्स्ट इसको मिला है ये खुद से तो नहीं ना कर रहा। वो जो इन्होंने इंग्लिश की में हकीकतुल वही में लिखा है ना, वही फिर इंग्लिश ये फिर ऐसे होगा कि ये जो इन्होंने इंग्लिश ट्रांसलेशन की है, मैंने पढ़ी नहीं है इंग्लिश ट्रांसलेशन हकीकतुल वही की, ये जो ट्रुथ सीकर जैसे है ना नलायक, इन्होंने किया होगा गूगल में डाल के ट्रांसलेट करके फेंक दिया होगा, मुझे नहीं पता। अगर उन्होंने उसमें ये लिखा हुआ है कि इन्होंने बहुत तहरीफात की है। वो जैसे कि उसने लिखा नहीं था कि कुरान में आता है कि वो रजम की सजा भी है, वहां से इन्होंने कुरान का लफ्ज ही उड़ा दिया। वहां पे लिखा है कि मुसलमानों का ये बिलीफ है। वो मुझे सेंड करें उसका स्कैन, मेरे पास कोई इंग्लिश है नहीं, मैंने इनकी वेबसाइट पे पढ़ा हुआ है। इनकी वेबसाइट से जी उनकी वेबसाइट पे इन्होंने उड़ाया है ना, कुरान का लफ्ज ही उसमें से उड़ा दिया। इन्होंने बहुत तहरीफें की हुई है। मैं चेक करूंगा। ये अच्छा किया आपने हवाला दे दिया। उसमें लिखा हुआ है कि मुस्लिम सोल दिस बिलीफ, यानी कि कुरान का लफ्ज वहां से हटा दिया, वहां पे उन्होंने कुछ और लिख दिया जी। ये तो जंग मुकद्दस का वाला है ना? जी उसका होली वार आता है, वो अगर आप सर्च करेंगे तो उसमें आ जाएगा। और आपने लिखना स्टोनिंग का लफ्ज सर्च करेंगे तो आपको समझ गया मैं। देखेंगे। ये तो अहम बात आपने बताई है। अगर इन्होंने वहाँ पर हेरा फेरी की है, तो अगर जानबूझकर की है तो भी, अगर इनकी जहालत की वजह से वहाँ पर गलत छप गई है तो भी काबिल गिरफ्त है ना बात कि एक बात उर्दू में लिखने वाले ने कुछ और लिखी हुई है और इन्होंने इंग्लिश में उसका कुछ का कुछ बना दिया। क्यों बना दिया? यही तो हमारा इन पर पहले इतराज था कि इन्होंने तज़किरा से वो इबारत ही निकाल दी। अमर भाई ऐसे करते हैं, मैं इसको रोक देता हूँ और जो जिया भाई के पास है ना, क्योंकि उनके पास ज़ाहिर बात है वो उर्दू में जो दी थी वो सुन लेते हैं। तजाद वाला मैंने सुनना है, चले आप सुना दें या वो सुना दें कि तजाद को उसने बताया कि हल किया कि नहीं किया, तनाकुस को दूर किया कि नहीं किया। वो मैं सुना देता हूँ, 3 मिनट का रह गया, वो सुन लीजिए। करें कि चूंकि हमने एक कलमा गो मोमिन को काफिर करार दिया, इसलिए हम अपने ही उसूल के मुताबिक खुद काफिर हो गए हैं। क्या मतलब वो चाहते हैं कि वो उलमा बाकायदा इश्तिहार छुपवाएं कि हम काफिर हो गए? जी हाँ, और वो कहते हैं कि अगर वो ऐसा करते हैं तो मैं उन्हें दोबारा मोमिन समझूंगा। ये तो एक नाकाबिले यकीन मुतालबा है। लेकिन बात यहाँ खत्म नहीं होती, वो साथ में एक और शर्त भी लगा देते हैं। और वो क्या है? वो कहते हैं बशर्ते कि इनमें मुनाफिकत का कोई शायबा न हो। मुनाफिकी की शर्त? ये तो दरवाजा खोलने के बाद उस पर एक और ताला लगाने वाली बात हो गई। किसी की नीयत को कौन जान सकता है? बिल्कुल, यही इस दलील की आखिरी चाल है। वो कुरान की आयत का हवाला देते हैं कि मुनाफिक जहन्नुम के सबसे निचले दर्जे में होंगे। फिर एक हदीस का हवाला देते हैं कि चोर चोरी करते वक्त मोमिन नहीं होता। तो मुनाफिक मुनाफिकत की हालत में मोमिन कैसे हो सकता है? यानी उन्होंने हर रास्ता बंद कर दिया है। या तो मुझे काफिर कहकर खुद काफिर बन जाओ, या अपने काफिर होने का इकरार करो, वो भी खालिस नियत से, तब मैं तुम्हें मोमिन समझूंगा। जी, ये एक बहुत ही बेबाक और गैर मुसालिहाना मौकिफ है। उनका हतमी मौकिफ यही है कि उनके दावे की नोयत ही ऐसी है कि इस पर गैर जानिबदार रहना मुमकिन नहीं। तो अगर हम आज की इस गहरी गुफ्तगू को समेटें तो इस पेचीदा दलील के क्लेदी नुकात क्या हैं? देखें, आज हमने देखा कि किस तरह मुसन्निफ ने अपने ऊपर लगे तजाद के इल्जाम का जवाब दिया। पहला नुक्ता ये कि उन्होंने कुफर की तारीफ को ही चैलेंज कर दिया कि उनका इनकार सिर्फ एक इख्तिलाफ राय नहीं। बिल्कुल। दूसरा, उन्होंने दलील को जाती सतह से उठाकर इस्लाम के वसीतर इलाहियाती ढांचे से जोड़ दिया। और तीसरा और शायद सबसे अहम, उन्होंने काफिर कहने वाले के अमल को एक आईने की तरह खुद उसी पर लौटा दिया। अपने मुखालफीन को एक नाकाबिले हल मंतकी मखमसे में डाल दिया। जी, ये तहरीर वाकई ईमान और कुफर की तारीफ पर दोबारा सोचने पर मजबूर करती है। आखिर में वो एक नोट में लिखते हैं कि मैं आज भी उस उसूल पर कायम हूँ कि मैं किबला की तरफ मुंह करने वालों को काफिर नहीं समझता। लेकिन वो साथ ही ये सवाल भी उठाते हैं। जी, वो कहते हैं कि मैं उन लोगों को मोमिन कैसे समझ सकता हूँ जिन्होंने अपने अमाल से, यानी एक सच्चे मोमिन को काफिर करार देकर अपने कुफर का सामान खुद पैदा कर लिया है। और ये एक गहरा सवाल छोड़ जाता है। बिल्कुल, क्या किसी शख्स के अमाल, जैसे किसी पर कुफर का फतवा लगाना, उसके जाहिरी ईमान पर गालिब आ सकते हैं? ये वो सवाल है जिस पर सोचने के लिए हम अपने सामीन को छोड़ते हैं। ਇਹ ਦੱਸੋ ਜੀ, ਇੱਥੇ ਕਿੱਥੇ ਜਵਾਬ ਦਿੱਤਾ ਸੂ ਵੀ ਮਿਰਜ਼ੇ ਨੂੰ ਨਾ ਮੰਨਣ ਵਾਲਾ ਕਾਫਰ ਹੈ ਜਾਂ ਨਹੀਂ ਹੈ? ਦਿੱਤਾ ਸੂ? ਛਣਕਣਾ ਛਣਕਾ ਕੇ ਟੁਰ ਗਈ ਬੀਬੀ ਵੀ ਤੇ ਭਾਈ ਆ ਗਈ। ਉਹਨੂੰ ਵੀ ਨਹੀਂ ਸਮਝ ਆ ਰਹੀ, ਤੁਹਾਨੂੰ ਇਹ ਤਾਂ ਦੱਸਿਆ। ਮੈਂ ਵੀ ਪਾਇਆ ਸੀ, ਮੇਰੇ ਸਾਹਮਣੇ ਵੀ ਇਹੀ ਕੰਮ ਹੋਇਆ।
ਲੇਕਿਨ ਉਹ ਮੇਰੇ ਵਾਲੇ ਤੇ ਉਹਨੇ ਇੱਕ ਜੁਮਲਾ ਬੋਲਿਆ ਸੀ ਵੀ ਉਹਦੇ ਕੋਲ ਸਿੱਧਾ ਜਿਹਾ ਸਵਾਲ ਪੁੱਛਿਆ ਗਿਆ ਤੇ ਜਵਾਬ ਚ ਉਹਨੇ ਸਾਰਾ ਜਾਨ ਖੋਲ ਦਿੱਤਾ। ਨਾ ਤੇ ਉਹਨੇ ਤਨਾਕਸ ਦਾ ਦੁਬਾਰਾ ਜ਼ਿਕਰ ਕੀਤਾ ਹੈ ਕਿ ਵੀ ਤਨਾਕਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਗਿਆ, ਨਾ ਉਹਨੇ ਸਹੀ ਗੱਲਾਂ ਬਿਆਨ ਕੀਤੀਆਂ, ਗੱਲਾਂ ਵੀ ਦੋਏ ਗਲਤ ਕੀਤੀਆਂ ਨੇ, ਇਸ਼ਤਿਹਾਰ ਵਾਲੀ ਵੀ ਤੇ ਉਹ ਸਵਾਲ ਵਾਲੀ ਸਾਇਲ ਵਾਲੀ ਵੀ। ਤੀਸਰੀ ਜਿਹੜੀ ਏ ਉਹਨੇ ਇਹ ਜਿਹੜੀਆਂ ਜੁੱਤੀਆਂ ਅਲਬੱਤਾ 2-3 ਫੇਰੀਆਂ ਨੇ ਨਾ, ਜੂ ਤੋਂ ਫੇਰੀ ਜਾਂਦੀ, ਵੈਸੇ ਜਿਹੜਾ ਵੀ ਤੁਸੀਂ ਉਹਦੇ ਵਿੱਚ ਪਾਓ ਨਾ ਮਰਜ਼ਾਈਆਂ में तो जूत फेरदी है बना के भी आंदी है, ये तो दरवाज़ा खोल के फिर दोबारा ताला लगा देने वाली बात हुई ना। फिर खोलिया दरवाज़ा नाल ही जंदरा मार छड़िया। फिर उन्होंने आख्या यह जी मुनाफक की शर्त पा खड़ी है मिर्ज़ा साहब ने, मुनाफक की शर्त पा के ते मिर्ज़ा साहब ने एक नवी वो गेम पा दी अगले नाल कि नफाक नहीं होना चाहिए। हुण नफाक का किसी को क्या पता, नफाक तो दिल का अमल है, यानी हाँ कीती भी है तो नाल ही ना भी कर छड़ी। ਇਹੋ ਹੀ ਸਾਡਾ ਇਤਰਾਜ਼ ਹੈ, ਇਹੋ ਹੀ ਸਾਡੇ ਤਬਸਰੇ ਨੇ ਕਿ ਮਿਰਜ਼ਾ ਕਾਦੀਆਨੀ ਕੋਈ ਵੀ ਗੱਲ ਥੁੱਕ ਪ੍ਰਤੀਤ ਦੀ ਨਹੀਂ ਸੀ ਕਰਦਾ। ਇੱਕ ਕਰਦਾ ਸੀ ਨਾਲ ਹੀ ਉਹਨੂੰ ਭੰਬੀਰੀ ਦੇ ਕੇ ਨਾ ਭੁਆਂ ਕੇ ਤੇ ਦੂਜੇ ਪਾਸੇ ਫੇਰ ਦਿੰਦਾ ਸੀ ਗੱਡੀ ਨੂੰ। ਇਹ ਕੀਤੀ ਹੈ ਨਾਲ ਹੀ ਮੋੜ ਕੇ ਯੂ ਟਰਨ ਲੈ ਕੇ ਦੂਜੀ ਕਰ ਦਿੱਤੀ ਹੈ। अव्वल तो ये समझो कि शरीयत होती क्या चीज़ है, अमर बिल मारूफ व नही अनिल मुनकर का नाम ही शरीयत है। वो मेरी वही में दोनों मौजूद हैं, पर मेरा शरीयत वाला नबी होने का दावा नहीं है। जे वही जो दो चीज़ें मौजूद ने तो तू शरी नबी होने का दावेदार और की नहीं, लेकिन मेरा ऐसी शरीयत का नहीं है जो नई शरीयत लेकर आए। हाँ भी है तो ना भी है, इत्थे भी हाँ भी है तो ना भी है। जुत्तियां ने ढेर फेरियां ने, लेकिन यह सवाल वो हल नहीं करना होया। ट्रुथ सीकर मैं मूँह मंगया नाम रखे है, AI फेल हो गई है। इस सवाल का जवाब कोई बंदा बयान कर दे तो मूँह मंगया नाम मेरे को लै लवे। AI को भी जवाब नहीं बनया, वो अपनी भंबीरी भो गई है भाई ये की जवाब दिता मिर्ज़ा साहब ने तुहाडिਆਂ ने, दस की करिए। एक ज़ाहरी नफाक होता है जैसे मोमन चोरी की हालत में मोमन नहीं होता। वाह सुभान अल्लाह। जेड़ा मोमन ना हो मुनाफिक हुंदा है। ये दो ही रस्ते ने, सदके जावा तेरे अकल तो तेरे इलम तो। ठीक हो तुसी जेड़ी मरजाईयत विच डुबकियां पे खांदे हो, तुहानूं उत्थे खाना चाहिए। लो जी शहनशाह वान साहब का मुकालमा शुरू हो गया जी। हो गया इन्होंने बड़ी जल्दी होती है मुकालमे शुरू करने दी। आ जाते हैं ना, सभी आ जाते हैं। अगर वो किसी का मती है तो फिर रसूल नहीं हो सकता। इत्तात में नबूवत जो मिलनी है उसका मिर्जा साहब ने यहाँ पे खुद रद्द किया। तो आपको इतनी सी बात समझ ही नहीं आ रही कि आप जो 4 इनामात का जिक्र कर रहे हैं ना, मिर्जा साहब ने कभी भी अपनी पूरी जिंदगी 85 किताबों में उसका जिक्र भी नहीं किया। लो जी अमर भाई, बिल्कुल भी। और वो जो इनामात मिलने की आप बात कर रहे हैं, उन इनामात से जब भी किसी को वो इनामात मिलेंगे उसमें नबी और रसूल के लफ्ज़ शामिल है। जाना जी अमर भाई उधर, आप क्या करेंगे वहां पे, आप कैसे उसको प्रूव करेंगे? अमर भाई शहनशाह वाल जाना थे, लगता बिजी हो गए ना अमर भाई। ये रहन दो, मैं ये शहनशाह मैदान पहान दो। ये रहन दो, लगा है वो। करो ज़िया भाई तुसी गल, बिजी हो गए ना अमर भाई।